ਹੁਣ ਦੇਖੋ ਜਿਹੜਾ ਕਪੈਸਿਟਰ ਹੈ, ਕਪੈਸਿਟਰ ਆਪਾਂ ਇਲੈਕਟ੍ਰੋਸਟੈਟਿਕਸ ਬਾਰੇ ਹੁਣ ਤੱਕ ਕਾਫੀ ਕੁਝ ਪੜ੍ਹ ਚੁੱਕੇ ਹਾਂ, ਕਾਫੀ ਚੀਜ਼ਾਂ ਇਲੈਕਟ੍ਰੋਸਟੈਟਿਕਸ ਵੈਸੇ ਆ ਵੀ ਇਲੈਕਟ੍ਰੋਸਟੈਟਿਕਸ ਦੇ ਅੰਡਰ ਹੀ ਆਉਂਦਾ ਹੈ ਇਹ ਟੌਪਿਕ ਵੈਸੇ ਤਾਂ। ਪਰ ਇਲੈਕਟ੍ਰੋਸਟੈਟਿਕ ਜੋ ਕੁਝ ਤੁਸੀਂ ਹੁਣ ਤੱਕ ਪੜ੍ਹਿਆ, ਤੁਸੀਂ ਕੋਈ ਦੋ ਚਾਰजेस ਦੇ ਵਿੱਚ ਫੋਰਸ ਨੂੰ ਪੜ੍ਹਿਆ, ਕੂਲਮਜ਼ ਲਾ ਪੜ੍ਹਿਆ, ਤੇ ਫਿਰ ਤੁਸੀਂ ਇਲੈਕਟ੍ਰੋਸਟੈਟਿਕ ਫੀਲਡ ਪੜ੍ਹਿਆ, ਫਿਰ ਤੁਸੀਂ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਪੜ੍ਹਿਆ, ਫਿਰ ਤੁਸੀਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਪੜ੍ਹਿਆ ਐਟ ਅ ਪੁਆਇੰਟ, ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ, ਫਿਰ ਤੁਸੀਂ ਰਿਲੇਸ਼ਨ ਬਿਟਵੀਨ E ਐਂਡ V ਪੜ੍ਹਿਆ, ਹਨਾ, ਇਹਨਾਂ ਨੂੰ ਰਿਲੇਟ ਕਰਨਾ ਸਿੱਖਿਆ ਤੁਸੀਂ ਆਪਸ ਵਿੱਚ, ਇਸ ਦੇ ਤਰ੍ਹਾਂ ਦੇ ਨਿਊਮੈਰੀਕਲਸ ਕਰਨੇ ਸਿੱਖੇ ਆ। ਸੋ ਹੁਣ ਤੱਕ ਜੋ ਵੀ ਆਪਾਂ ਕਰ ਰਹੇ ਸੀ ਐਂ ਲੱਗ ਰਿਹਾ ਆਪਾਂ ਕਰ ਤਾਂ ਰਹੇ ਹਾਂ ਕਾਫੀ ਕੁਝ, ਆ ਵੀ ਸਿੱਖ ਰਹੇ ਆ, ਉਹ ਵੀ ਸਿੱਖ ਰਹੇ ਆ, ਸਪੇਸ ਵਿੱਚ ਕਿੱਥੇ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਅਸੀਂ ਕੋਈ ਇੰਸਟਰੂਮੈਂਟ ਨਹੀਂ ਬਣਾਇਆ ਸੀ ਹੁਣ ਤੱਕ ਵੀ ਆ ਕੋਈ ਇੰਸਟਰੂਮੈਂਟ ਜਾਂ ਕੋਈ ਡਿਵਾਈਸ ਜਾਂ ਕੋਈ ਇਦਾਂ ਦੀ ਚੀਜ਼ ਜਿਹੜੀ ਸਾਡੇ ਲਈ ਕਿਸੇ ਜਗ੍ਹਾ ਤੇ ਪ੍ਰੈਕਟੀਕਲੀ ਯੂਜ਼ਫੁਲ ਹੋਵੇ। ਹੁਣ ਜਿਵੇਂ ਦੋ ਚਾਰजेस ਵਿੱਚ ਫੋਰਸ ਲੱਗਦਾ ਹੈ ਤਾਂ ਲੱਗਦਾ ਹੈ, ਹੁਣ ਉਹਦੇ ਵਿੱਚ ਮੈਂ ਉਹਦਾ ਯੂਜ਼ ਕੀ ਕਰਨਾ ਨਾ, ਹਾਲੇ ਤਾਂ ਫਿਲਹਾਲ ਤਾਂ ਆਪਾਂ ਇਦਾਂ ਦਾ ਕੁਝ ਬਣਾਇਆ ਜਾਂ ਡਿਸਕਸ ਕੀਤਾ। ਸੋ ਹੁਣ ਆਪਣਾ ਉਹ ਸ਼ੁਰੂ ਹੋਣ ਜਾ ਰਿਹਾ ਕਪੈਸਿਟਰ। ਕਪੈਸਿਟਰ ਕੀ ਆ? ਕਪੈਸਿਟਰ ਇੱਕ ਡਿਵਾਈਸ ਹੈ, ਠੀਕ ਹੈ, ਇਹ ਇੱਕ ਡਿਵਾਈਸ ਹੈ ਤੇ ਇਹ ਤੁਸੀਂ ਨਾਰਮਲੀ ਆਪਣੇ ਘਰੇ ਜੋ ਮੋਟਰ ਲੱਗੀ ਹੁੰਦੀ ਹੈ ਪਾਣੀ ਵਾਲੀ ਮੋਟਰ, ਉਹਦੇ ਨਾਲ ਤੁਸੀਂ ਦੇਖੋਗੇ ਵਾਈਟ ਕਲਰ ਦਾ ਜਾਂ ਸਿਲਵਰ ਕਲਰ ਦਾ ਇੱਕ ਸਿਲੰਡਰ ਜਿਹਾ ਲੱਗਿਆ ਹੁੰਦਾ ਇਸ ਤਰ੍ਹਾਂ ਦਾ, ਇੱਥੇ ਦੋ ਤਾਰਾਂ ਲੱਗੀਆਂ ਹੁੰਦੀਆਂ ਨੇ, ਦੇਖਿਆ ਕਿਸੇ ਨੇ? ਠੀਕ ਹੈ, ਸਿਲੰਡਰ ਜਿਹਾ ਲੱਗਿਆ, ਜਾਂ ਫਿਰ ਜਿਹੜਾ ਫੈਨ ਹੁੰਦਾ ਆ ਤੁਹਾਡਾ ਸੀਲਿੰਗ ਫੈਨ, ਹਨਾ, ਛੱਤ ਤੇ ਪੱਖਾ ਲੱਗਿਆ ਹੁੰਦਾ, ਪੱਖੇ ਦਾ ਜਿਹੜਾ ਕੱਪ ਜਿਹਾ ਹੁੰਦਾ ਉਹਦੇ ਅੰਦਰ ਹੁੰਦਾ ਹੈ ਛੋਟਾ ਜਿਹਾ ਸਿਲੰਡਰ ਇੱਕ ਇਸ ਤਰ੍ਹਾਂ ਦਾ ਹੀ, ਠੀਕ ਹੈ। ਸੋ ਇਹ ਆਪਣਾ ਉੱਥੇ ਆਪਾਂ ਕੰਡੈਂਸਰ ਬੋਲਦੇ ਹਾਂ, ਤੁਸੀਂ ਜਿਹੜੇ ਇਲੈਕਟ੍ਰੀਸ਼ੀਅਨ ਆਉਂਦੇ ਨੇ ਉਹਨਾਂ ਦੇ ਮੂੰਹੋਂ ਕੰਡੈਂਸਰ ਵਰਡ ਸੁਣਿਆ ਹੋਣਾ ਵੀ ਕੰਡੈਂਸਰ ਖਰਾਬ ਹੋ ਗਿਆ ਜੀ ਤੁਹਾਡੇ ਪੱਖੇ ਦਾ, ਵੀ ਕੰਡੈਂਸਰ ਬਦਲਣਾ ਪੈਣਾ, ਠੀਕ ਹੈ। ਸੋ ਇਸ ਤੋਂ ਇਲਾਵਾ ਵੀ ਮਤਲਬ ਬਹੁਤ ਸਾਰੀ ਜਗ੍ਹਾਵਾਂ ਤੇ ਕੈਪੈਸਿਟਰ ਯੂਜ਼ ਹੁੰਦਾ ਹੈ। ਇਹ ਇੱਕ ਡਿਵਾਈਸ ਹੈ, ਪਹਿਲੀ ਗੱਲ ਤਾਂ ਇਹ ਡਿਵਾਈਸ ਕਿਸ ਤਰ੍ਹਾਂ ਦਾ ਹੈ, ਇਹ ਡਿਵਾਈਸ ਅਸੀਂ ਕਿਉਂ ਯੂਜ਼ ਕਰਦੇ ਹਾਂ ਜਾਂ ਇਹਦਾ ਕੀ ਪਰਪਸ ਹੈ? ਇਟ ਇਜ਼ ਯੂਜ਼ਡ ਟੂ ਸਟੋਰ ਚਾਰਜ, ਸਟੋਰ ਚਾਰਜ। ਹੁਣ ਜਿਵੇਂ ਤੁਸੀਂ ਕੀ ਕਰਦੇ ਹੋ, ਤੁਸੀਂ ਆਪਣੇ ਘਰੇ ਤੁਹਾਡੇ ਪਾਣੀ ਹਰ ਵਾਰ ਸਾਰਾ ਟਾਈਮ ਤਾਂ ਆਉਂਦਾ ਨਹੀਂ ਹੈ, ਜਿਵੇਂ ਜੇ ਆਮ ਸ਼ਹਿਰਾਂ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਦਾ ਪਾਣੀ ਆਉਂਦਾ ਹੈ, ਤੇ ਫਿਰ ਕਈ ਵਾਰ ਜਦੋਂ ਲੋੜ ਪਵੇ ਮੰਨ ਲਓ ਪਾਣੀ ਨਾ ਆ ਰਿਹਾ ਹੋਵੇ ਤੇ ਫਿਰ ਬੰਦੇ ਨੂੰ ਪਾਣੀ ਦੀ ਲੋੜ ਪਵੇ, ਬੰਦਾ ਕੀ ਕਰੂਗਾ? ਇਹਦੇ ਲਈ ਆਪਾਂ ਕੀ ਕਰਦੇ ਹਾਂ, ਫਿਰ ਆਪਾਂ ਉੱਪਰ ਟੈਂਕੀਆਂ ਰਖਾਉਂਦੇ ਹਾਂ ਘਰਾਂ ਵਿੱਚ, ਹਨਾ, ਟੈਂਕੀਆਂ ਰਖਾਉਂਦੇ ਹਾਂ, ਉਹਨਾਂ ਟੈਂਕੀਆਂ ਦੀ ਅਲੱਗ-ਅਲੱਗ ਕੈਪੈਸਿਟੀ ਹੁੰਦੀ ਹੈ ਨਾ, ਉੱਥੇ ਕੈਪੈਸਿਟੀ ਦਾ ਮਤਲਬ ਇੱਥੇ ਕੈਪੈਸਿਟੀ ਮਤਲਬ ਨਾਲੋਂ ਕਾਫੀ ਡਿਫਰੈਂਟ ਹੈ, ਜਸਟ ਮੈਂ ਵੈਸੇ ਸਮਝਾ ਰਿਹਾ ਕਿ ਵੀ ਕੋਈ 1000 ਲੀਟਰ ਦੀ ਟੈਂਕੀ ਰਖਾ ਲਈ ਹੈ ਨਾ, ਵੀ ਇਹ 'ਚ ਪਾਣੀ ਸਟੋਰ ਕਰ ਲਿਆ ਕਰਾਂਗੇ, ਜਦੋਂ ਪਾਣੀ ਆਊਗਾ ਪਾਣੀ ਸਟੋਰ ਕਰ ਲਾਂਗੇ ਤੇ ਜਦੋਂ ਲੋੜ ਪਊਗੀ ਤਾਂ ਵਰਤ ਲਵਾਂਗੇ, ਹਨਾ। ਉਸ ਤਰ੍ਹਾਂ ਹੀ ਕਈ ਵਾਰ ਕਈ ਜਗ੍ਹਾ ਤੇ ਜਦੋਂ ਆਪਾਂ ਕੋਈ ਡਿਵਾਈਸਿਸ ਯੂਜ਼ ਕਰਦੇ ਆ ਕੋਈ ਸਰਕਟਸ ਦੇ ਵਿੱਚ ਸਾਨੂੰ ਨਾ ਕੈਪੈਸਿਟਰ ਲਗਾਉਣਾ ਪੈਂਦਾ ਆ। ਇਹ ਕੀ ਕਰਦਾ ਹੈ? ਇਹ ਪਹਿਲੀ ਗੱਲ ਤਾਂ ਚਾਰਜ ਨੂੰ ਸਟੋਰ ਕਰਦਾ ਆ, ਤੇ ਫਿਰ ਇੱਕਦਮ ਤੋਂ ਆਪਾਂ ਨੂੰ ਇਹ ਕਰੰਟ ਦੀ ਕਾਫੀ ਹਾਈ ਵੈਲਿਊ ਦਿੰਦਾ, ਕਾਫੀ ਯਾਨੀ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਕਰੰਟ ਦਿੰਦਾ ਹੈ, ਜਾਂ ਚਾਰਜ ਨੂੰ ਡਿਸਚਾਰਜ ਕਰਦਾ ਹੈ ਮਤਲਬ। ਤੇ ਇਸ ਤਰ੍ਹਾਂ ਦੀ ਚੀਜ਼ ਜਿਵੇਂ ਫੋਰ ਐਗਜ਼ਾਮਪਲ ਫਲੈਸ਼ ਹੁੰਦੀ ਜਿਹੜੀ ਕੈਮਰੇ ਦੀ, ਹੁਣ ਤਾਂ ਫੋਨ ਕੈਮਰਾ ਵਿੱਚ ਵੀ ਫਲੈਸ਼ ਹੁੰਦੀ ਹੈ ਨਾ, ਹਨਾ, तो कैमरा की जो फ्लैश होंगी तो देखा एकदम तो बहुत सारे लाइट यानी वो आम लाइट वर्गी नहीं होंगी, वो टॉर्च वाली लाइट वर्गी नहीं होंगी, है ना, जिवें आम घरे बल्ब चल रहा उदा तो नहीं होंगी। फ्लैश जी होंगी है कैमरा की एकदम तो बहुत सारी लाइट यानी एकदम तो बहुत सारा करंट चाहिए होंगे सानू विदिन मतलब फ्रैक्शन ऑफ सैकेंड कि इन्ना सारा करंट चाहिए कि इन्नी ज्यादा रोशनी पैदा हो। सो उस फ्लैश के लिए भी सानू कैपेसिटर की लोड़ पैंदी है। पखे वगैरह ਜਿਹੜੇ ਹੁੰਦੇ ਨੇ ਮੋਟਰਾਂ ਵਗੈਰਾ ਹੁੰਦੀਆਂ ਨੇ ਉਹਨਾਂ ਨੂੰ ਜਸਟ ਸਟਾਰਟ ਕਰਨ ਦੇ ਲਈ ਜਿਵੇਂ ਸ਼ੁਰੂ ਚ ਆਪਾਂ ਕਹਿੰਦੇ ਨਾ ਵੀ ਕੋਈ ਚੱਲਦਾ ਗੱਡਾ ਤਾਂ ਚਲਾਈ ਰੱਖਦਾ ਬੰਦਾ ਤੇ ਕਈ ਵਾਰ ਉਹਨੂੰ ਪੁਸ਼ ਕਰਦੇ ਆ ਸ਼ੁਰੂ ਵਿੱਚ ਜਿਵੇਂ ਜਦੋਂ ਸਟਾਰਟ ਕਰਨਾ ਆ ਹੈਨਾ ਉਦੋਂ ਆਪਾਂ ਨੂੰ ਲੋਡ ਪੈਂਦੀ ਆ। ਤੇ ਉਸ ਤੋਂ ਇਲਾਵਾ ਹੋਰ ਵੀ ਕੈਪੈਸਿਟਰ ਦੇ ਹੋਰ ਪਰਪਸ ਵੀ ਹੁੰਦੇ ਨੇ, ਉਹ ਇਲੈਕਟ੍ਰੀਸ਼ੀਅਨਸ ਬਹੁਤ ਵਧੀਆ ਬੈਟਰ ਉੱਤੇ ਦੱਸ ਸਕਦੇ ਨੇ, ਹਾਲੇ ਮੈਂ ਉਹ ਡਿਟੇਲ ਚ ਨਹੀਂ ਜਾ ਰਿਹਾ। ਆਪਾਂ ਜਸਟ ਇਹ ਗੱਲ ਕਰੇ ਕੈਪੈਸਿਟਰ ਜਿਹੜਾ ਆ ਆਪਾਂ ਇਸ ਡਿਵਾਈਸ ਬਾਰੇ ਸਿੱਖਾਂਗੇ ਵੀ ਇਹ ਕੀ ਕਰਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਟ ਇਜ਼ ਅ ਡਿਵਾਈਸ ਯੂਜ਼ਡ ਟੂ ਸਟੋਰ ਚਾਰਜ, ਸਿੰਪਲ ਜੀ ਗੱਲ ਹੈ, ਠੀਕ ਹੈ, ਇਹ ਸਟੋਰ ਕਰਦਾ ਚਾਰਜ। ਹੁਣ ਕੱਲ ਦੇ ਲੈਕਚਰ ਵਿੱਚ ਮੈਂ ਐਂਡ ਵਿੱਚ ਥੋੜੀ ਬਹੁਤੀ ਇੰਟਰੋਡਕਸ਼ਨ ਤੁਹਾਨੂੰ ਦਿੱਤੀ ਸੀ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਕਿਸੇ ਵੀ ਕੰਡਕਟਰ ਨੂੰ ਆਪਾਂ ਚਾਰਜ ਦਿੰਦੇ ਰਹਿੰਦੇ ਆ ਤਾਂ ਇੱਕ ਹੱਦ ਤੱਕ ਤਾਂ ਉਹ ਆਪਣਾ ਜਿਹੜਾ ਕੰਡਕਟਰ ਹੈ ਉਹ ਉਹਦਾ ਪੋਟੈਂਸ਼ੀਅਲ ਰਾਈਜ਼ ਹੁੰਦਾ ਹੈ, ਉਸ ਤੋਂ ਬਾਅਦ ਫਿਰ ਉਹ ਮੈਕਸਿਮਮ ਪੋਟੈਂਸ਼ੀਅਲ ਤੇ ਪਹੁੰਚ ਜਾਂਦਾ ਹੈ ਹਨਾ। ਫਿਲਹਾਲ ਆਪਾਂ ਚਲੋ ਜਨਰਲ ਗੱਲ ਕਰੀਏ, ਮੰਨ ਲਓ ਆ ਇੱਕ ਕੰਡਕਟਰ ਹੈ, ਕੋਈ ਵੀ ਕੰਡਕਟਰ ਹੋ ਸਕਦਾ, ਕਿਸੇ ਵੀ ਸ਼ੇਪ ਦਾ ਕਿਸੇ ਵੀ ਤਰ੍ਹਾਂ ਦੇ ਕੰਡਕਟਰ ਹੋ ਸਕਦੇ ਨੇ, ਆਪਣੇ ਦੋ ਕੰਡਕਟਰ ਕੋਈ ਵੀ ਨੇੜੇ ਪਏ ਨੇ ਇੱਕ ਦੂਜੇ ਦੇ, ਠੀਕ ਹੈ। ਆਪਾਂ ਇਸ ਕੰਡਕਟਰ ਨੂੰ ਮੰਨ ਲਓ ਚਾਰਜ ਦਿੰਦੇ ਆ +Q, ਇਹਨੂੰ ਦਿੰਦੇ ਆ -Q। ਇਹ ਬਾਅਦ ਚ ਗੱਲ ਕਰਾਂਗੇ ਆਪਾਂ ਇਹ ਚਾਰजेस ਬਾਰੇ ਵੀ, ਕਿੱਥੋਂ ਕੀ ਆਉਂਦੇ ਨੇ ਜਾਂ ਕੀ ਹੁੰਦਾ ਹੈ। ਫਿਲਹਾਲ ਆਪਾਂ ਜਸਟ ਨਾਰਮਲੀ ਗੱਲ ਕਰਨੇ ਕਿ ਆਹ ਦੋ ਕੰਡਕਟਰ ਨੇ, ਦੋਨਾਂ ਨੂੰ ਨੇੜੇ ਰੱਖਿਆ ਹੋਇਆ ਵਾ ਤੇ ਆਪਾਂ ਇਸ ਨੂੰ ਚਾਰਜ ਦਿੰਦੇ ਆ +Q, ਇਹਨੂੰ ਦਿੰਦੇ ਆ -Q।
ਇਹਦਾ ਪੋਟੈਂਸ਼ੀਅਲ ਮੰਨ ਲਓ V1 ਹੋ ਗਿਆ ਹੈ, ਠੀਕ ਹੈ। ਜਿੰਨਾ ਚਾਰਜ ਤੁਸੀਂ ਦੋਗੇ ਉਹਨਾਂ ਜ਼ਿਆਦਾ ਇਹਨਾਂ 'ਚ ਜਿਹੜਾ ਪੋਟੈਂਸ਼ੀਅਲ ਰਾਈਜ਼ ਹੁੰਦਾ ਹੈ। ਕਿਵੇਂ ਆਪਾਂ ਦੇਖਦੇ ਹਾਂ ਇਹਨੂੰ, ਆਹ ਮੰਨ ਲਓ ਹੈਗਾ V2 ਪੋਟੈਂਸ਼ੀਅਲ ਦੇ ਉੱਪਰ। ਹੁਣ ਤੁਹਾਨੂੰ ਪਤਾ ਕਿ ਜੇ ਇਹਨਾਂ ਦੋਨੋਂ ਕੰਡਕਟਰਸ ਦੇ ਵਿੱਚ ਇਲੈਕਟ੍ਰਿਕ ਫੀਲਡ ਲਾਈਨਸ ਦੀ ਗੱਲ ਕਰਾਂ ਤਾਂ ਇਲੈਕਟ੍ਰਿਕ ਫੀਲਡ ਲਾਈਨਸ ਇਸ ਕੰਡਕਟਰ ਵਿੱਚੋਂ ਨਿਕਲਣਗੀਆਂ ਨਾਰਮਲੀ, ਤੇ ਇਹਦੇ ਪਰਪੈਂਡੀਕੁਲਰਲੀ ਇੱਥੇ ਐਂਟਰ ਕਰਨਗੀਆਂ ਇਸ ਤਰ੍ਹਾਂ ਕਿਸੇ ਵੀ ਜਗ੍ਹਾ ਤੇ, ਜਿਵੇਂ ਇੱਥੋਂ ਨਾਰਮਲੀ ਨਿਕਲਣਗੀਆਂ ਐਂਟਰ ਕਰਨਗੀਆਂ, ਕਿ ਇਸ ਤਰ੍ਹਾਂ ਦਾ ਕੁਝ ਵੀ ਹੋਏਗਾ, ਮਤਲਬ ਇਸ ਤਰ੍ਹਾਂ ਇਹ ਇਲੈਕਟ੍ਰਿਕ ਫੀਲਡ ਲਾਈਨਸ ਹੋਣਗੀਆਂ ਇਹਦੇ ਵਿੱਚ, ਆ ਇਲੈਕਟ੍ਰਿਕ ਫੀਲਡ ਲਾਈਨਸ। ਹੁਣ ਇਹ ਬੜੀ ਅਜੀਬ ਜੀ ਇੱਥੇ ਬਣ ਗਿਆ ਇਲੈਕਟ੍ਰਿਕ ਫੀਲਡ, ਯਾਨੀ ਯੂਨੀਫਾਰਮ ਨਹੀਂ ਬਣਿਆ ਪਹਿਲੀ ਗੱਲ ਤਾਂ, ਹਨਾ। ਡਾਇਰੈਕਸ਼ਨ ਵੀ ਹਰ ਜਗ੍ਹਾ ਅਲੱਗ-ਅਲੱਗ ਹੈ, ਮੈਗਨੀਟਿਊਡ ਵੀ ਅਲੱਗ-ਅਲੱਗ ਹੋ ਸਕਦਾ ਹੈ। ਆਪਾਂ ਜਸਟ ਗੱਲ ਕੀਤੀ ਵੀ ਆ ਇਲੈਕਟ੍ਰਿਕ ਫੀਲਡ ਹੈ ਇਹਦੇ ਵਿੱਚ। ਹੁਣ ਜੇ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਹੈ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਇਲੈਕਟ੍ਰਿਕ ਫੀਲਡ ਦੇ ਅਲੋਂਗ ਤੁਸੀਂ ਜਾਂਦੇ ਹੋ ਤਾਂ ਪੋਟੈਂਸ਼ੀਅਲ ਤੁਹਾਡਾ ਰਾਈਜ਼ ਕਰਦਾ ਹੈ ਕਿ ਫਾਲ ਕਰਦਾ ਹੈ, ਘਟਦਾ ਹੈ ਕਿ ਵੱਧਦਾ ਹੈ, ਦੱਸੋ। ਘਟਦਾ ਹੈ। ਇਹਦਾ ਮਤਲਬ ਪੱਕੀ ਗੱਲ ਹੈ ਵੀ ਜਿਹੜਾ ਪੋਜ਼ਿਟਿਵ ਚਾਰਜ ਵਾਲਾ ਹੈ ਪੋਟੈਂਸ਼ੀਅਲ, ਇਹਦਾ ਪੋਟੈਂਸ਼ੀਅਲ ਹਾਈ ਹੋਏਗਾ ਤੇ ਇਹਦਾ ਲੋ ਹੋਏਗਾ ਨਾ। ਇਹ ਹਾਈ ਪੋਟੈਂਸ਼ੀਅਲ ਤੇ ਹੋਏਗਾ, ਇਹ ਲੋ ਪੋਟੈਂਸ਼ੀਅਲ ਤੇ ਹੋਏਗਾ। ਜਾਂ ਫਿਰ ਆਪਾਂ ਕਹਿ ਦਈਏ ਕਿ ਜੇ ਆਪਾਂ V1 ਦੇ ਵਿੱਚੋਂ V2 ਨੂੰ ਮਾਈਨਸ ਕਰ ਦਈਏ ਤਾਂ ਬੇਸਿਕਲੀ ਇਹ ਆਏਗਾ ਪੋਟੈਂਸ਼ੀਅਲ ਡਿਫਰੈਂਸ, ਹੈ ਨਾ, ਇਹਨਾਂ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ, ਠੀਕ ਹੈ। ਇਹ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆਏਗਾ ਇਹਨੂੰ ਹੀ ਆਪਾਂ ਬੇਸਿਕਲੀ ਇਹਨੂੰ V ਨਾਲ ਨੋਟੇਟ ਕਰਾਂਗੇ ਅੱਗੇ ਪੂਰੇ ਚੈਪਟਰ ਦੇ ਵਿੱਚ, ਵੀ V ਦਾ ਮਤਲਬ ਪੋਟੈਂਸ਼ੀਅਲ ਡਿਫਰੈਂਸ ਹੋਇਆ ਕਰੇਗਾ ਅਕ੍ਰੋਸ ਦਾ ਟੂ ਕੰਡਕਟਰਸ ਜਦੋਂ ਉਹਨਾਂ ਨੇ ਨੇੜੇ-ਨੇੜੇ ਰੱਖਿਆ ਹੈ। ਤੇ ਹੁਣ ਤੁਸੀਂ ਦੇਖੋ ਜਦੋਂ ਤੁਸੀਂ ਇਹਨੂੰ ਚਾਰਜ ਹੋਰ ਜ਼ਿਆਦਾ ਦੋਗੇ, ਜਦੋਂ ਚਾਰਜ ਬਹੁਤ ਵਧਾਓਗੇ, ਉਹਨੂੰ ਹੋਰ ਜ਼ਿਆਦਾ ਦੋਗੇ, ਇਨਕਰੀਜ਼ ਕਰੋਗੇ ਚਾਰਜ ਜਦੋਂ, ਤਾਂ ਉਹਦੇ ਨਾਲ ਤੁਸੀਂ ਦੱਸੋ ਇਲੈਕਟ੍ਰਿਕ ਫੀਲਡ ਇਨਕਰੀਜ਼ ਹੋਏਗਾ ਕਿ ਡਿਕਰੀਜ਼ ਹੋਏਗਾ? ਇਨਕਰੀਜ਼ ਹੋਏਗਾ। ਤੇ ਜਦੋਂ ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ ਇਨਕਰੀਜ਼ ਹੋਏਗਾ ਤਾਂ ਫਿਰ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋਇਆ ਉਹ ਵੀ ਇਨਕਰੀਜ਼ ਹੋਏਗਾ ਕਿ ਡਿਕਰੀਜ਼ ਹੋਏਗਾ? ਇਹ ਵੀ ਇਨਕਰੀਜ਼ ਹੋਏਗਾ ਨਾ, ਬਿਲਕੁਲ ਠੀਕ। ਕਿਉਂਕਿ ਜਿੰਨਾ ਤੁਸੀਂ ਜ਼ਿਆਦਾ ਸਟਰੋਂਗ ਇਲੈਕਟ੍ਰਿਕ ਫੀਲਡ ਵਿੱਚ ਜਾਓਗੇ ਅੱਗੇ ਉਨਾ ਹੀ ਵਰਕ ਡਨ ਤੁਹਾਨੂੰ ਜ਼ਿਆਦਾ ਕਰਨਾ ਪਏਗਾ ਨਾ ਐਕਸਟਰਨਲ ਫੋਰਸ ਨਾਲ, ਤਾਂ ਉਹਦੇ ਕਰਕੇ ਵੀ ਇਨਕਰੀਜ਼ ਹੋਏਗਾ। ਸੋ ਕਹਿਣ ਦਾ ਭਾਵ ਸਿੱਧਾ ਆ ਜੇ ਆਪਾਂ ਗੱਲ ਕਰੀਏ ਕਿ ਜਿੰਨਾ ਚਾਰਜ ਤੁਸੀਂ ਕਿਸੇ ਕੈਪੈਸਿਟਰ ਨੂੰ ਦਿੱਤਾ ਆ, ਇੱਥੇ ਆਪਾਂ ਇਹਦੀ ਗੱਲ ਕਰ ਰਹੇ ਹਾਂ ਪੋਜ਼ਿਟਿਵ ਵਾਲੇ ਦੀ, ਠੀਕ ਹੈ। ਜੇ ਇਹਨੂੰ ਹੀ ਚਾਰਜ ਦੇਵਾਂਗੇ ਤਾਂ ਵੀ ਇਨਕਰੀਜ਼ ਹੋਏਗਾ ਨਾ ਇਲੈਕਟ੍ਰਿਕ ਫੀਲਡ। ਚਾਰਜ ਜਿਹੜਾ ਜਿੰਨਾ ਵੀ ਚਾਰਜ ਆਪਾਂ ਇਹਨੂੰ ਦਵਾਂਗੇ ਉਨਾ ਹੀ ਜ਼ਿਆਦਾ ਪੋਟੈਂਸ਼ੀਅਲ ਡਿਫਰੈਂਸ ਇਹ ਦੋਨੋਂ ਕੰਡਕਟਰਸ ਵਿੱਚ ਇਨਕਰੀਜ਼ ਹੋਏਗਾ। ਇੱਥੇ ਨਾ ਤਾਂ ਇਹ V ਦਾ ਮਤਲਬ V1 ਹੈ, ਨਾ ਤਾਂ ਇਹ V ਦਾ ਮਤਲਬ V2 ਹੈ, ਇਹਦਾ ਮਤਲਬ ਸਿਰਫ V ਹੈ ਜਿਹੜਾ ਕਿ ਪੋਟੈਂਸ਼ੀਅਲ ਡਿਫਰੈਂਸ ਹੈ। ਹਾਲਾਂਕਿ ਬਾਅਦ ਵਿੱਚ ਮੈਂ ਤੁਹਾਨੂੰ ਸਮਝਾ ਦੂੰਗਾ ਗੱਲ ਕਿ ਇਹਦਾ ਪੋਟੈਂਸ਼ੀਅਲ ਜਿਹੜਾ V2 ਹੈ ਉਹ 0 ਹੀ ਹੁੰਦਾ ਹੈ, ਉਹ ਕਿਵੇਂ ਕੀ ਹੋਏਗਾ ਮੈਂ ਬਾਅਦ ਚ ਗੱਲ ਕਰਾਂਗਾ। ਪਹਿਲਾਂ ਆਪਾਂ ਗੱਲ ਕਰੀ ਜਿਹੜਾ ਚਾਰਜ ਹੈ ਪ੍ਰੋਪੋਰਸ਼ਨਲ ਟੂ ਪੋਟੈਂਸ਼ੀਅਲ ਡਿਫਰੈਂਸ ਹੈ। ਤੁਸੀਂ ਲੋਅਰ ਕਲਾਸ ਦੇ ਵਿੱਚ ਕਰੰਟ ਇਲੈਕਟ੍ਰਿਸਿਟੀ ਮਾੜੀ ਮੋਟੀ ਪੜ੍ਹੀ ਸੀ, ਹੁਣ ਮੈਂ ਬਹੁਤ ਵਧੀਆ ਤਰ੍ਹਾਂ ਪੜਾਉਂਗਾ ਅਗਲੇ ਯੂਨਿਟ ਦੇ ਵਿੱਚ। ਉੱਥੇ ਤੁਸੀਂ ਦੇਖਿਆ ਸੀ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈ ਨਾ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਜਾਂ ਕਰੰਟ ਫਲੋਇੰਗ ਥਰੂ ਅ ਕੰਡਕਟਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪੋਟੈਂਸ਼ੀਅਲ ਡਿਫਰੈਂਸ ਅਕ੍ਰੋਸ ਇਟ। ਇਹ ਕੀਤਾ ਨਾ ਓਮਸ ਲਾ, ਆਪਾਂ ਆਹ ਵਾਲੀ ਫਾਰਮ ਯੂਜ਼ ਕਰਦੇ ਹਾਂ ਰੈਜ਼ਿਸਟੈਂਸ ਨੂੰ ਜੇ ਇੰਟਰੋਡਿਊਸ ਕਰਨਾ। ਇੱਥੇ ਆਪਣੇ ਕੋਲ ਕੰਡਕਟੈਂਸ ਆ ਜਾਂਦੀ V = R I, ਕੀਤਾ ਨਾ? ਯੈਸ ਸਰ। ਬਿਲਕੁਲ ਇਸ ਤਰ੍ਹਾਂ ਇੱਥੇ ਕੀ ਲਗਾ ਰਹੇ, ਇੱਥੇ ਆਪਾਂ ਪੋਟੈਂਸ਼ੀਅਲ ਨੂੰ ਰਿਲੇਟ ਕਰ ਰਹੇ ਹਾਂ ਚਾਰਜ ਦੇ ਨਾਲ, ਵੀ ਜਿੰਨਾ ਤੁਸੀਂ ਚਾਰਜ ਦਿੱਤਾ ਉਨਾ ਜ਼ਿਆਦਾ ਪੋਟੈਂਸ਼ੀਅਲ ਰਾਈਜ਼ ਹੋਇਆ। ਤੇ ਫਿਰ ਜੇ ਇਹਨੂੰ ਹੋਰ ਡਿਟੇਲ ਚ ਆਪਾਂ ਅੱਗੇ ਲੈ ਕੇ ਜਾਈਏ ਤਾਂ ਚਾਰਜ ਜਿਹੜਾ ਕਿਸੇ ਕੈਪੈਸਿਟਰ ਨੂੰ ਦਿੱਤਾ ਆ ਉਹ ਬਰਾਬਰ ਹੋਏਗਾ C × V। ਇੱਥੇ ਜਿਹੜਾ C ਹੈ, C ਇਹ ਹੁੰਦਾ ਹੈ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, ਤੇ C ਨੂੰ ਕੀ ਕਹਿੰਦੇ ਆ? ਕੈਪੈਸਿਟੈਂਸ। ਕੈਪੈਸਿਟੈਂਸ ਆਫ ਕੈਪੈਸਿਟਰ। ਹੁਣ ਕੋਈ ਬੰਦਾ ਕੋਈ ਗੱਲ ਹੈ ਕੈਪੈਸਿਟਰ ਦਾ ਤਾਂ ਤੁਸੀਂ ਗੱਲ ਹੀ ਨਹੀਂ ਕੀਤੀ, ਤੁਸੀਂ ਤਾਂ ਕੰਡਕਟਰ ਦੀ ਗੱਲ ਕਰਦੇ ਸੀ ਬਈ। ਆ ਜਦੋਂ ਵੀ ਦੋ ਕੰਡਕਟਰ ਨੇੜੇ ਨੇੜੇ ਰੱਖਤੇ ਨਾ ਇਸ ਤਰ੍ਹਾਂ, ਤਾਂ ਉਹ ਕੈਪੈਸਿਟਰ ਹੀ ਹੁੰਦਾ, ਆਹੀ ਕੈਪੈਸਿਟਰ ਹੈ। ਤੇ ਇਹਦੇ ਉੱਪਰ ਚਾਰਜ ਜਿਹੜਾ ਵੀ ਹੈ Q ਉਹਨੇ ਸਟੋਰ ਕੀਤਾ ਹੈ, ਸਮਝ ਲਓ ਆਹੀ ਚਾਰਜ ਹੈ ਜਿਹੜਾ ਉਹਨੇ ਸਟੋਰ ਕੀਤਾ ਹੈ ਕਿਸੇ ਵੀ ਕੈਪੈਸਿਟਰ ਨੂੰ ਜੋ ਦਿੱਤਾ। ਥੋੜਾ ਇਹਨੂੰ ਹੋਰ ਆਪਾਂ ਇਲੈਬੋਰੇਟ ਕਰਦੇ ਹਾਂ, ਪਹਿਲਾਂ ਫਿਲਹਾਲ ਇਹ ਗੱਲ ਦੇਖ ਲਓ ਵੀ Q = CV where C is called capacitance of capacitor। ਤੇ ਤੁਹਾਨੂੰ ਪਤਾ ਹੈ ਕਿ ਜਿਹੜਾ C ਹੋਇਆ ਇਨ ਜਨਰਲ ਉਸ ਡਿਵਾਈਸ ਦੇ ਲਈ ਕੀ ਹੋਏਗਾ? ਕਾਂਸਟੈਂਟ। ਜਿਵੇਂ ਤੁਸੀਂ ਜਿੰਨਾ ਜ਼ਿਆਦਾ ਚਾਰਜ ਵਧਾਓਗੇ ਹਨਾ, ਉਨਾ ਹੀ ਜ਼ਿਆਦਾ ਕੀ ਹੋ ਜਾਏਗਾ? ਪੋਟੈਂਸ਼ੀਅਲ, ਪਰ C ਸੇਮ ਰਹੇਗਾ। ਠੀਕ ਹੈ ਗੱਲ? ਫਿਰ ਜੇ ਮੈਂ C ਦੀ ਗੱਲ ਇੱਕ ਐਕਸਪ੍ਰੈਸ਼ਨ ਲਿਖਣਾ ਚਾਹਾਂ, ਕੈਪੈਸਿਟੈਂਸ ਕਿੰਨਾ ਹੁੰਦਾ? ਕੈਪੈਸਿਟੈਂਸ ਹੁੰਦਾ Q/V, ਹਨਾ। ਸੋ ਦੇ ਇਹਦਾ ਮਤਲਬ ਕੀ ਹੈ? ਯੂਨਿਟਸ ਆਫ C ਕੀ ਹੋਣਗੇ? ਯੂਨਿਟਸ ਆਫ ਇੱਥੇ C ਦਾ ਮਤਲਬ ਯਾਦ ਰੱਖਿਓ ਵੀ C ਨੂੰ ਕੂਲੰਬ ਨਾ ਲੈ ਲਿਓ, ਕਿਤੇ ਗੱਲ ਨੂੰ ਧਿਆਨ ਨਾਲ ਸਮਝੋ। ਇਹ C ਕੈਪੈਸਿਟੈਂਸ ਲਈ ਯੂਜ਼ ਕੀਤਾ, ਇੱਥੇ ਥੋੜਾ ਭੁਲੇਖਾ ਨਾ ਪੈ ਜੇ। ਐ ਕਰ ਕੂਲੰਬ ਲਈ ਮੈਂ C ਨਹੀਂ ਲਿਖਦਾ, ਫਿਰ ਮੈਂ ਕੂਲੰਬ ਵੀ ਲਿਖ ਦੇਣਾ, ਕੂਲੰਬ ਪਰ ਵੋਲਟ।
ठीक है। ਤੇ ਆ ਜਿਹੜਾ ਕੂਲਮ ਪਰ ਵੋਲਟ ਹੈਗਾ ਨਾ, ਆਪਾਂ ਨੂੰ ਇਸ ਨੂੰ ਆਪਾਂ ਐਸਆਈ ਸਿਸਟਮ ਚ ਕੀ ਕਹਿੰਦੇ ਆ, ਫੈਰਡ ਕਹਿੰਦੇ ਆ, ਫੈਰਡ। ਵੈਸੇ ਕੈਪੀਟਲ ਐਫ ਨਾਲ ਨਾ ਲਿਖੀਏ, ਸਮਾਲ ਐਫ ਨਾਲ ਲਿਖੀਏ ਇਹਨੂੰ, ਫੈਰਡ, ਜਾਂ ਫਿਰ ਕੈਪੀਟਲ ਐਫ ਯੂਜ਼ ਕਰਦੇ ਆ ਅਸੀਂ ਫੈਰਡ। ਠੀਕ ਹੈ ਗੱਲ। ਕੈਪੈਸਿਟੈਂਸ ਨੂੰ ਅਸੀਂ ਫੈਰਡ ਚ ਮਾਪਦੇ ਆ। ਇਸ ਗੱਲ ਨੂੰ ਸਮਝੋ ਬਹੁਤ ਧਿਆਨ ਨਾਲ ਕਿ ਆ ਜਿਹੜਾ ਬਣਾਇਆ ਡਿਵਾਈਸ ਆਪਾਂ ਪਿੱਛੇ ਇਹਨੇ ਚਾਰਜ ਕਿਉਂ ਸਟੋਰ ਕੀਤਾ, ਬੇਸਿਕਲੀ ਇਹੀ ਆਪਣਾ ਕੈਪੈਸਿਟੈਂਸ ਹੈ। ਬਾਕੀ ਇਹਦਾ ਪ੍ਰਿੰਸੀਪਲ ਮੈਂ ਥੋੜਾ ਜਿਹਾ ਡਿਸਕਸ ਕਰਕੇ ਹੀ ਅੱਗੇ ਗੱਲ ਕਰੂੰਗਾ, ਪਹਿਲਾਂ ਆਪਾਂ ਕੁਝ ਮੇਨ ਗੱਲਾਂ ਕਰ ਲਈਏ। ਹੁਣ ਦੇਖੋ ਇਹਦੇ ਵਿੱਚ ਕੀ ਹੈ ਕਿ ਜੇ ਇਹਦੇ ਵਿੱਚ ਕੁਝ ਗੱਲਾਂ ਨੋਟ ਕਰਨ ਵਾਲੀਆਂ ਨੇ, ਤੁਸੀਂ ਆਪਣੀ ਕਾਪੀਆਂ ਤੇ ਵੀ ਲਿਖ ਲਓਗੇ ਤਾਂ ਕਿ ਤੁਹਾਨੂੰ ਯਾਦ ਰਹੇ, ਕੋਈ ਭੁਲੇਖਾ ਨਾ ਪਏ। ਜਦੋਂ ਮੈਨੂੰ ਕੋਈ ਕਹਿ ਰਿਹਾ ਚਾਰਜ ਔਨ ਕੈਪੈਸਿਟਰ, ਚਾਰਜ ਔਨ ਕੈਪੈਸਿਟਰ, ਵੀ ਕਿਸੇ ਕੈਪੈਸਿਟਰ ਤੇ ਕਿੰਨਾ ਚਾਰਜ ਹੈ, ਤਾਂ ਇਹਦਾ ਮਤਲਬ ਕੀ ਹੋਏਗਾ, ਇਹਦਾ ਮਤਲਬ ਦਿਸ ਵਿਲ ਇੰਪਲਾਈ ਚਾਰਜ ਔਨ ਇਟਸ ਪੋਜ਼ਿਟਿਵ ਕੰਡਕਟਰ, ਵੀ ਜਿੰਨਾ ਕੰਡਕਟਰ ਪੋਜ਼ਿਟਿਵ ਵਾਲੇ ਤੇ ਚਾਰਜ ਹੈ ਨਾ, ਉਹਨੂੰ ਹੀ ਕਿਹਾ ਜਾਏਗਾ ਵੀ ਉਹ ਚਾਰਜ ਹੈ ਕੈਪੈਸਿਟਰ। ਨੈਗੇਟਿਵ ਵਾਲਾ ਤਾਂ ਉਹ ਸਮਝ ਲਓ ਇੰਡਿਊਸਡ ਹੈ, ਆਪਣੇ ਆਪ ਹੀ ਆਏਗਾ। ਮੈਂ ਤੁਹਾਨੂੰ ਬਾਅਦ ਚ ਦੱਸਦਾ ਵਾਂ ਕਿ ਕਿਵੇਂ ਆਏਗਾ, ਕਿ ਦੋਨੋਂ ਜਿਹੜੇ ਚਾਰजेस ਨੇ ਪੋਜ਼ਿਟਿਵ ਤੇ ਨੈਗੇਟਿਵ ਉਹ ਬਰਾਬਰ ਹੀ ਹੋਣਗੇ, ਉਹ ਇਨ ਮੈਗਨੀਟਿਊਡ ਬਰਾਬਰ ਹੀ ਹੋਣਗੇ ਹਮੇਸ਼ਾ। ਮੈਂ ਦੱਸਦਾ ਹੁਣੀ ਚੰਗੀ ਤਰ੍ਹਾਂ ਆਪਾਂ ਗੱਲ ਕਰਦੇ ਹਾਂ। ਦੂਸਰੇ ਗੱਲ ਨੋਟ ਕਰਨ ਵਾਲੀ ਹੈ, ਜਦੋਂ ਮੈਨੂੰ ਕੋਈ ਕਹਿੰਦਾ ਹੈ ਕਿ ਵੋਲਟੇਜ ਆਫ ਕੈਪੈਸਿਟਰ ਦਾ ਕੀ ਮਤਲਬ ਹੈ, ਤਾਂ ਵੋਲਟੇਜ ਆਫ ਕੈਪੈਸਿਟਰ ਜਿਹੜਾ ਹੁੰਦਾ ਆ, ਵੋਲਟੇਜ ਜਾਂ ਪੋਟੈਂਸ਼ੀਅਲ ਡਿਫਰੈਂਸ ਜਾਂ ਪੋਟੈਂਸ਼ੀਅਲ ਆਫ ਕੈਪੈਸਿਟਰ ਜਿਵੇਂ ਗੱਲ ਕਰ ਲਈਏ, ਤਾਂ ਵੋਲਟੇਜ ਆਫ ਕੈਪੈਸਿਟਰ ਦਾ ਮਤਲਬ ਕੀ ਹੋਏਗਾ, ਪੋਟੈਂਸ਼ੀਅਲ ਡਿਫਰੈਂਸ। ਵੈਸੇ ਮੈਂ ਦੱਸ ਹੀ ਚੁੱਕਿਆ ਤੁਹਾਨੂੰ ਨਹੀਂ, ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਕੰਡਕਟਰਸ, ਵੀ ਜਿਹੜੇ ਦੋ ਕੰਡਕਟਰ ਹੈਗੇ ਨੇ ਉਹਨਾਂ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਹੋਏਗਾ ਵੋਲਟੇਜ ਆਫ ਕੈਪੈਸਿਟਰ। ਸੋ ਇੱਥੇ ਤੱਕ ਗੱਲ ਸਮਝ ਲੱਗ ਰਹੀ ਸਾਰਿਆਂ ਨੂੰ? Yes sir. ਚਾਰਜ ਦਾ ਮਤਲਬ ਪਤਾ ਲੱਗ ਗਿਆ, ਵੋਲਟੇਜ ਮਤਲਬ ਪਤਾ ਲੱਗ ਗਿਆ ਵੀ ਕਿਹਨੂੰ ਕਹਿੰਦੇ ਆਪਾਂ। ਆ ਇੱਕ ਬੇਸਿਕ ਗੱਲ ਹੈ। ਹੁਣ ਜਿਹੜਾ ਕੈਪੈਸਿਟੈਂਸ ਹੈ, ਜਿਹੜਾ ਇਹ C ਹੈ, ਇਹ C Q ਤੇ V ਤੇ ਤਾਂ ਇੱਥੇ ਡਾਇਰੈਕਟਲੀ ਡਿਪੈਂਡ ਨਹੀਂ ਕਰ ਰਿਹਾ, ਇੱਥੋਂ ਆਪਾਂ ਕੈਲਕੂਲੇਟ ਜ਼ਰੂਰ ਕਰ ਸਕਦੇ ਹਾਂ। Q ਦੇ ਕੇ ਦੇਖ ਲਓ ਉਹਨੂੰ V ਕਿੰਨਾ ਰਾਈਜ਼ ਹੋਇਆ, ਤੇ Q/V ਕਰ ਦੋ, ਬਸ ਕੈਪੈਸਿਟੈਂਸ ਆ ਜਾਏਗਾ। ਪਰ ਕੈਪੈਸਿਟੈਂਸ ਬੇਸਿਕਲੀ ਡਿਪੈਂਡ ਕਿਸ ਤੇ ਕਰਦਾ ਹੈ, ਇਹ ਕੰਡਕਟਰਸ ਦੀ ਸ਼ੇਪ ਤੇ ਡਿਪੈਂਡ ਕਰਦਾ ਵੀ ਇਹਨਾਂ ਦੀ ਸ਼ੇਪ ਕਿਦਾਂ ਦੀ ਹੈ, ਵੀ ਇਹਨਾਂ ਦੀ ਸ਼ੇਪ ਕਿਦਾਂ ਦੀ ਹੈ, ਸਾਈਜ਼ ਕਿਦਾਂ ਦਾ ਹੈ, ਜਾਂ ਇੱਕ ਇਹ ਰੱਖੇ ਕਿਦਾਂ ਹੋਏ ਨੇ, ਵੀ ਇਹ ਇਸ ਤੇ ਇਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕੈਪੈਸਿਟੈਂਸ। ਸੋ ਆਪਾਂ ਦੇਖਦੇ ਹਾਂ ਹੁਣੀ, ਆਪਾਂ ਪਹਿਲਾਂ ਉਹਦੇ ਲਈ ਆਪਾਂ ਥੋੜਾ ਜਿਹਾ ਗੱਲ ਕਰ ਲਈਏ ਦੀ ਪ੍ਰਿੰਸੀਪਲ ਦੀ ਵੀ। ਤੇ ਪ੍ਰਿੰਸੀਪਲ ਆਫ ਕੈਪੈਸਿਟਰ ਜਿਹੜਾ ਆ, ਇਹ ਤੁਹਾਨੂੰ ਕਈ ਵਾਰ ਸਕੂਲ ਐਗਜ਼ਾਮ 'ਚ ਪੁੱਛ ਲੈਂਦੇ ਨੇ, ਇਸ ਲਈ ਮੈਂ ਪ੍ਰਿੰਸੀਪਲ ਆਫ ਕੈਪੈਸਿਟਰ ਦੀ ਗੱਲ ਕਰਨ ਜਾ ਰਹੇ ਹਾਂ, ਤੇ ਉਹ ਕਰ ਲਾਂਗੇ ਤਾਂ ਆਪਾਂ ਫਿਰ ਆਪਾਂ ਆਰਾਮ ਨਾਲ ਕੈਪੈਸਿਟਰ ਦੇ ਅੱਗੇ ਸਾਰੀਆਂ ਗੱਲਾਂ ਸਮਝ ਪਾਵਾਂਗੇ। ਪ੍ਰਿੰਸੀਪਲ ਆਫ ਕੈਪੈਸਿਟਰ, ਹੁਣ ਇਹ ਤੁਹਾਨੂੰ ਪਹਿਲੀ ਗੱਲ ਤਾਂ ਇਹ ਦੱਸੀ ਮੈਂ ਕਿ ਕੈਪੈਸਿਟਰ ਕੀ ਹੁੰਦਾ, ਇਟ ਇਜ਼ ਅ ਡਿਵਾਈਸ ਯੂਜ਼ਡ ਟੂ ਸਟੋਰ ਚਾਰਜ। ਇਹ ਚਾਰਜ ਨੂੰ ਸਟੋਰ ਕਰਨ ਲਈ ਬਣਾਇਆ ਜਾਣ ਵਾਲਾ ਡਿਵਾਈਸ ਹੈ। ਅਦਰਵਾਈਜ਼ ਚਾਰਜ ਤਾਂ ਦੇਖੋ ਕਈ ਚੀਜ਼ਾਂ ਤੇ ਆਂਦਾ ਹੀ ਹੈ। ਹੁਣ ਇਹ ਜਿਵੇਂ ਪੈਨ ਆ, ਪੈਨ ਨੂੰ ਤੁਸੀਂ ਆਪਣੇ ਬਾਲਾਂ ਨਾਲ ਰਗੜਦੇ ਹੋ, ਸਟੈਟਿਕ ਇਲੈਕਟ੍ਰਿਸਿਟੀ ਹੈ ਨਾ, ਫ੍ਰਿਕਸ਼ਨਲ ਇਲੈਕਟ੍ਰਿਸਿਟੀ ਸੌਰੀ, ਉਹਦੇ ਵਿੱਚ ਚਾਰਜ ਆ ਜਾਂਦਾ ਨਾ। Yes sir. ਉਹ ਫਿਰ ਜਿਹੜੇ ਕਾਗਜ਼ ਦੇ ਟੁਕੜੇ ਹੈਗੇ ਆ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਅਟਰੈਕਟ ਕਰਨ ਲੱਗ ਜਾਂਦਾ ਹੈ। ਮਤਲਬ ਚਾਰਜ ਤਾਂ ਪੈਨ ਦੇ ਕੈਪ ਤੇ ਵੀ ਆ ਗਿਆ, ਬੰਦਾ ਕਹੂਗਾ ਲੈ ਉਹਨੇ ਵੀ ਸਟੋਰ ਕਰ ਲਿਆ ਚਾਰਜ, ਹਨਾ। ਇਸ ਤਰ੍ਹਾਂ ਤਾਂ ਆਪਾਂ ਕਿਸੇ ਚੀਜ਼ ਨੂੰ ਕਹਿ ਦਾਂਗੇ ਉਹਨੇ ਸਟੋਰ ਕਰ ਲਿਆ ਚਾਰਜ, ਪਰ ਨਹੀਂ। ਅਸੀਂ ਕੀ ਕਰਦੇ ਹਾਂ, ਅਸੀਂ ਕੈਪੈਸਿਟਰ ਬਣਾਉਂਦੇ ਹੋਏ ਇਸ ਤਰ੍ਹਾਂ ਸਟੋਰ ਕਰਦੇ ਹਾਂ ਵੀ ਮੁੜ ਕੇ ਉਹ ਸਾਡੇ ਕੰਮ ਵੀ ਤਾਂ ਆਵੇ, ਅਸੀਂ ਉਹਨੂੰ ਜੇ ਚਾਹੀਏ ਤਾਂ ਚਾਰਜ ਨੂੰ ਵਰਤ ਵੀ ਤਾਂ ਸਕੀਏ, ਹਨਾ। Yes sir. ਹੁਣ ਤੁਸੀਂ ਦੇਖੋ ਤੁਸੀਂ ਕੀ ਕਰਦੇ ਹੋ, ਤੁਸੀਂ ਤੁਹਾਡੇ ਘਰੇ ਪਾਣੀ ਦੀ ਲੋੜ ਆ, ਹੁਣ ਮੈਂ ਐਗਜ਼ਾਮਪਲ ਦੇ ਰਹੀ, ਪਾਣੀ ਨੂੰ ਤੁਸੀਂ ਜਾ ਕੇ ਜੇ 3 ਮੰਜ਼ਲੀ ਤੁਹਾਡਾ ਮਕਾਨ ਹੈ ਤਾਂ ਤੁਸੀਂ ਤੀਜੀ ਮੰਜ਼ਲ ਦੇ ਉੱਪਰ ਹੀ ਰੱਖਦੇ ਹੋ ਨਾ ਟੈਂਕੀ ਹਮੇਸ਼ਾ। Yes sir. ਕਿਉਂ ਰੱਖਦੇ ਹੋ ਸਭ ਤੋਂ ਉੱਪਰ? ਤੁਸੀਂ ਸਭ ਤੋਂ ਨੀਚੇ ਵੀ ਤਾਂ ਰੱਖ ਸਕਦੇ ਸੀ, ਕਿਉਂ ਰੱਖਦੇ ਹੋ? सर ऊपर पोटेंशियल ज्यादा होगा, हाँ तो ਉਹਦੇ ਕਰਕੇ ਕੀ ਹੋਊਗਾ ਫਿਰ? सर इजीली फ्लो कर पाएगा इजीली फ्लो करूंगा वाटर नीचे, मतलब फ्लो करू, अपने आप फ्लो करूगा, इजीली है ਉਹਦੀ ਗੱਲ ਨਹੀਂ, फ्लो ਕਰੂਗਾ ਹੀ, है ना। ਨੀਚੋਂ ਤਾਂ ਉੱਪਰ ਨੂੰ ਕਰੂਗਾ ਹੀ ਨਹੀਂ ਨਾ, ਈਜ਼ੀਲੀ ਤੇ ਡਿਫਿਕਲਟੀ ਵਾਲੀ ਗੱਲ ਨਹੀਂ, ਪਰ ਕਰੂਗਾ ਹੀ। ਉੱਪਰੋਂ ਨੀਚੇ ਜਿਹੜੀ ਮਰਜ਼ੀ ਟੂਟੀ ਖੋਲੋ ਪਾਣੀ ਆ ਰਿਹਾ, है ना, ਕਿਉਂਕਿ ਪਾਣੀ ਸਟੋਰ ਹੀ ਉੱਪਰ ਕੀਤਾ ਹੈ ਤੁਸੀਂ ਤਾਂ ਕਿ ਉਸ ਪਾਣੀ ਦਾ ਇਸਤੇਮਾਲ ਕਰ ਸਕੋ ਜਦੋਂ ਤੁਹਾਨੂੰ ਲੋੜ ਪਏ। ਸਮਝ ਲੱਗ ਰਹੀ ਮੇਰੀ ਗੱਲ? Yes sir. ਕੈਪੈਸਿਟਰ ਵੀ ਐ ਨਹੀਂ ਹੈਗਾ ਵੀ ਉਹੀ ਚੱਕ ਕੇ ਆਪਣਾ ਟਿਫਨ ਰਗੜੀ ਜਾਓ ਸਿਰ ਨਾਲ, ਆਪਣੇ ਇੱਧਰ ਕੰਧਾਂ ਨਾਲ ਰਗੜੀ ਜਾਓ, ਕੁਝ ਕਰੀ ਜਾਓ, ਚਾਰਜ ਸਟੋਰ ਕਰਕੇ ਕੈਪੈਸਿਟਰ ਬਣਾ ਲਿਆ ਜੀ, ਕੈਪੈਸਿਟਰ ਬਣਾ ਲਿਆ। ਇਸ ਤਰ੍ਹਾਂ ਨਹੀਂ, ਕੈਪੈਸਿਟਰ ਅਸੀਂ ਬਣਾਵਾਂਗੇ ਪੂਰੀ ਸੂਝ-ਬੂਝ ਦੇ ਨਾਲ, ਸੋਚ ਸਮਝ ਕੇ ਇਸ ਤਰ੍ਹਾਂ ਦਾ ਕੈਪੈਸਿਟਰ ਬਣਾਵਾਂਗੇ ਕਿ ਉਹ ਮੁੜ ਕੇ ਕੈਪੈਸਿਟਰ ਦਾ ਜਿਹੜਾ ਚਾਰਜ ਹੈ ਉਹ ਆਪਾਂ ਉਹਨੂੰ ਛੇਤੀ ਦੇ ਨੇ ਵਰਤ ਸਕੀਏ। ਹੁਣ ਪ੍ਰਿੰਸੀਪਲ ਆਫ ਕੈਪੈਸਿਟਰ ਜੇ ਸਮਝਣਾ ਚਾਹੇ ਕੋਈ ਤਾਂ ਉਸ ਨੂੰ ਸਮਝਣ ਲਈ ਬਹੁਤ ਬੇਸਿਕ ਜਿਹਾ 3 ਸਟੈਪ ਤੇ ਵੀ ਸਮਝਣਾ ਚਾਹੀਦਾ ਤੁਹਾਨੂੰ। ਇਹਦੇ 3 ਸਟੈਪ ਹੁੰਦੇ ਨੇ, ਸਮਝ ਲਓ। ਸਟੈਪ ਨੰਬਰ 1, ਪਹਿਲੀ ਗੱਲ ਤਾਂ ਮੈਂ ਕੰਡਕਟਰਸ ਦੇ ਨਾਲ ਹੀ ਬਣਾਉਂਗਾ, ਠੀਕ ਹੈ, ਤੇ ਕੰਡਕਟਰਸ ਨਾਲ ਬਣਾਉਂਗਾ
ਤਾਂ ਕਿ ਜਿਹੜਾ ਵੀ ਚਾਰਜ ਦਊਂਗਾ ਉਹ ਯੂਨੀਫਾਰਮਲੀ ਡਿਸਟ੍ਰੀਬਿਊਟ ਹੋਏਗਾ ਨਾ। ਸੋ ਆਪਾਂ ਮੰਨ ਲਓ ਇੱਕ ਪਲੇਟ ਲੈ ਲੈਣੇ ਆ ਇੱਥੇ ਮੈਟਲ ਦੀ। ਇਸ ਗੱਲ ਨੂੰ ਇੱਕ ਵਾਰ ਸਮਝ ਲਓਗੇ, ਵੀ ਦੁਬਾਰਾ ਇਹਦੀ ਲੋੜ ਨਹੀਂ ਪੈਣੀ ਪ੍ਰਿੰਸੀਪਲ ਦੀ ਬਾਰ-ਬਾਰ, ਆਪਾਂ ਬਾਅਦ ਫਿਰ ਕੈਪੈਸਿਟਰ ਚੱਕਾਂਗੇ ਤੇ ਆਪਣਾ ਕੰਮ ਕਰਾਂਗੇ ਬਸ। ਆ ਇੱਕ ਮੈਟਲ ਪਲੇਟ ਲੈ ਲਈ, ਇਸ ਮੈਟਲ ਪਲੇਟ ਨੂੰ ਮੈਂ ਦੇਣ ਲੱਗ ਗਿਆ ਚਾਰਜ, ਠੀਕ ਹੈ, ਇਹਨੂੰ ਚਾਰਜ ਦੇਣ ਜਾ ਰਿਹਾ ਮੈਂ। ਜਿਹੜਾ ਵੀ ਚਾਰਜ ਇਹਨੂੰ ਮੈਂ ਦੇ ਰਿਹਾ ਉਹ ਇਸ ਮੈਟਲ ਪਲੇਟ ਤੇ ਆ ਜਾਂਦਾ ਹੈ। ਮੰਨ ਲਓ ਮੈਂ ਫਿਲਹਾਲ ਇਹ ਸ਼ੋ ਕਰ ਰਿਹਾ ਦੋਨੋਂ ਪਾਸੇ, ਠੀਕ ਹੈ ਨਾ। ਤੇ ਜਦੋਂ ਮੈਂ ਇਹਨੂੰ ਚਾਰਜ ਦੇ ਰਿਹਾ ਹਾਂ ਤਾਂ ਇਹਦੇ ਨਾਲ ਇਹਦਾ ਪੋਟੈਂਸ਼ੀਅਲ ਰਾਈਜ਼ ਕਰ ਰਿਹਾ ਨਾ। ਇਹਦਾ ਪੋਟੈਂਸ਼ੀਅਲ ਰਾਈਜ਼ ਕਰ ਰਿਹਾ, ਤਾਂ ਇਹਦਾ ਪੋਟੈਂਸ਼ੀਅਲ ਰਾਈਜ਼ ਕਰਦੇ ਕਰਦੇ ਜਿਵੇਂ ਮੈਂ ਕੱਲ ਸਮਝਾਇਆ ਸੀ ਕਿ ਜਦੋਂ ਪੋਟੈਂਸ਼ੀਅਲ ਕੋਈ ਮੈਕਸਿਮਮ ਵੈਲਿਊ ਪਹੁੰਚ ਜਾਏਗਾ, ਉਸ ਪੋਟੈਂਸ਼ੀਅਲ ਦੇ ਉੱਪਰ ਜਾਣ ਤੋਂ ਬਾਅਦ ਇਹਦਾ ਇਲੈਕਟ੍ਰਿਕ ਫੀਲਡ ਇੰਨਾ ਸਟਰੋਂਗ ਹੋ ਜਾਏਗਾ ਕਿ ਆਲੇ ਦੁਆਲੇ ਦੀ ਹਵਾ ਨੂੰ ਆਇਓਨਾਈਜ਼ ਕਰਕੇ ਚਾਰਜ ਲੀਕ ਹੋਣਾ ਸ਼ੁਰੂ ਹੋ ਜਾਏਗਾ ਨਾ। ਕੱਲ ਦਾ ਲੈਕਚਰ ਵਿੱਚ ਦੱਸਿਆ ਸੀ ਮੈਂ ਐਂਡ ਵਿੱਚ। ਸੋ ਮੰਨ ਲਓ ਮੈਂ ਇਹਨੂੰ ਚਾਰਜ ਦੇਤਾ, ਮੰਨ ਲਓ ਇਹਨੂੰ ਮੈਂ ਚਾਰਜ Q ਦੇਤਾ, ਠੀਕ ਹੈ, ਤੇ ਇਸ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਇਹਦਾ ਰੀਚ ਕਰਨਾ ਸੀ, ਮੰਨ ਲਓ ਇਹਦਾ ਪੋਟੈਂਸ਼ੀਅਲ ਮੈਕਸਿਮਮ ਰੀਚ ਕਰ ਗਿਆ, V ਮੈਕਸਿਮਮ, V ਮੈਕਸ ਕਹਿੰਦਾ। ਸਮਝ ਲੱਗੀ ਗੱਲ? ਬਸ ਇਹ ਪਹਿਲਾ ਸਟੈਪ ਆ ਵੀ ਚਾਰਜ ਦੇਈ ਜੋ Q ਹੋ ਗਿਆ, ਇੰਨਾ ਦੇਤਾ ਤੇ ਇੰਨਾ ਪੋਟੈਂਸ਼ੀਅਲ ਰਾਈਜ਼ ਕਰ ਗਿਆ। ਹੁਣ ਹੋਰ ਚਾਰਜ ਦਿੱਤਾ ਜਾ ਸਕਦਾ ਹੀ ਮਾਨੀ? ਦਵਾਂਗੇ ਤਾਂ ਉਹ ਬਾਹਰ ਆ ਜਾਏਗਾ ਮਤਲਬ। ਹਾਂ, ਇਸ ਲਈ ਆਪਾਂ ਹੋਰ ਇੱਥੇ ਇਸ ਮੋਮੈਂਟ ਤੇ ਤਾਂ ਨਹੀਂ ਦੇ ਸਕਦੇ ਨਾ। ਇਹਦੇ ਲਈ ਫਿਰ ਕਿਉਂਕਿ ਇਹਦਾ ਇਲੈਕਟ੍ਰਿਕ ਫੀਲਡ ਇੰਨਾ ਸਟਰੋਂਗ ਹੋ ਚੁੱਕਿਆ ਬਾਹਰ ਕਿ ਉਹ ਕੀ ਕਰਦਾ ਵੀ ਉਹ 에ਅਰ ਦੇ ਮੋਲੀਕਿਊਲਸ ਨੂੰ ਆਇਓਨਾਈਜ਼ ਕਰਕੇ ਆਪਣਾ ਲੀਕ ਕਰ ਦਿੰਦਾ ਹੈ ਨਾ। ਆਪਾਂ ਜਾਂ ਤਾਂ ਕੋਈ ਇਸ ਤਰ੍ਹਾਂ ਦਾ ਤਰੀਕਾ ਕਰੀਏ ਵੀ ਚਾਰਜ ਇਹਨੂੰ ਦੇ ਸਕੀਏ ਤੇ ਇਹਦਾ ਇਲੈਕਟ੍ਰਿਕ ਫੀਲਡ ਪਹਿਲਾਂ ਥੋੜਾ ਵੀਕ ਕਰ ਲਈਏ। ਸਟੈਪ 2 ਚ ਆਪਾਂ ਕੀ ਕਰਦੇ ਹਾਂ, ਤੁਸੀਂ ਬਿਲਕੁਲ ਐਂ ਹੀ ਆਪਣੇ ਸ਼ਬਦਾਂ 'ਚ ਹੀ ਇਹਨੂੰ ਲਿਖ ਸਕਦੇ ਹੋ। ਜੇ ਤੁਹਾਨੂੰ ਪੇਪਰ 'ਚ ਆ ਜਾਵੇ ਨਾ ਕਿ ਵਾਟ ਇਜ਼ ਦਾ ਪ੍ਰਿੰਸੀਪਲ ਆਫ ਕੈਪੈਸਿਟਰ, ਮੈਂ ਇੱਕ ਲਾਈਨ 'ਚ ਹੁਣੇ ਲਿਖਾ ਵੀ ਦੂੰਗਾ, ਪਹਿਲਾਂ ਸਮਝ ਲਓ ਬਸ। ਆ ਆਪਣੀ ਮੈਟਲ ਪਲੇਟ ਹੈ ਤੁਹਾਡੀ ਆਹੀ ਵਾਲੀ, ਠੀਕ ਹੈ, ਤੇ ਇਹਨੂੰ ਤੁਸੀਂ ਚਾਰਜ ਦੇ ਚੁੱਕੇ ਹੋ, ਇਹਨੂੰ Q, ਤੇ ਇਹਦਾ ਪੋਟੈਂਸ਼ੀਅਲ ਕਿੰਨਾ ਹੈ? ਮੈਕਸਿਮਮ, V ਮੈਕਸਿਮਮ। ਤੁਸੀਂ ਕੀ ਕਰੋ, ਤੁਸੀਂ ਇੱਕ ਨਾ ਹੋਰ ਪਲੇਟ ਲੈ ਕੇ ਆਓ, ਖਾਲੀ ਨਿਊਟਰਲ ਪਲੇਟ। ਮੈਂ ਇਹਨੂੰ ਰੈੱਡ ਕਲਰ ਨਾਲ ਦਿਖਾ ਦੇਣਾ ਜਾਣਬੁੱਝ ਕੇ, ਕਿਉਂਕਿ ਅਸਲੀ ਪਲੇਟ ਆਪਣੀ ਇਹੀ ਹੈ ਜਿਹਨੂੰ ਆਪਾਂ ਚਾਰਜ ਜਿਹੜਾ ਬਲੈਕ ਵਾਲੀ ਆਪਾਂ ਨਾਲ ਲੈ ਕੇ ਖਾਲੀ ਇੱਕ ਪਲੇਟ ਰੱਖ ਦਿੱਤੀ ਇਹਦੇ ਨਾਲ। ਇਹ ਖਾਲੀ ਪਲੇਟ ਹੈ, ਇਸ ਪਲੇਟ ਦੇ ਉੱਪਰ ਕੋਈ ਚਾਰਜ ਨਹੀਂ ਹੈ। ਸਮਝ ਲੱਗ ਰਹੀ ਗੱਲ? Yes, sir. ਬਲਜੀਤ? यस सर। ਹੈਗਾ ਗੱਲ ਸੁਣ ਰਹੇ ਪੂਰੀ? हाँ जी सर। जी। अनुराग? Yes. कीर्ति? अटेंटिव रहा करो, पूरी गल सुनियो मेरी चंगी तरह, फिर बाद में तुहानू समझ नहीं आती निकल गल। चलो आप लिया के खाली प्लेट रखती, की होगा हिमानी? चार्ज इंड्यूस हो जाएगा मतलब भी। हाँ, ਇਹਦੇ ਪਰ ਪੋਜ਼ਿਟਿਵ ਸੀਗਾ ਤੇ ਇਹਦੇ ਇਧਰਲੇ ਪਾਸੇ ਕਿਹੜਾ ਚਾਰਜ ਇੰਡਿਊਸ ਹੋਏਗਾ? Negative. ਤੇ ਆਟੋਮੈਟਿਕਲੀ ਦੂਜੇ ਪਾਸੇ ਕਿਹੜਾ ਚਾਰਜ ਇੰਡਿਊਸ ਹੋਏਗਾ? Positive. ਇਹ ਇੰਡਕਸ਼ਨ ਨਾਲ ਹੋਇਆ। ਇੰਡਕਸ਼ਨ ਤੁਹਾਨੂੰ ਸਭ ਤੋਂ ਪਹਿਲੇ ਦਿਨ ਇਲੈਕਟ੍ਰੋਸਟੈਟਿਕ ਸਮਝਾਈ ਸੀ, ਸਿਖਾਈ ਸੀ। ਤੇ ਇਹਦੇ ਉੱਪਰ ਜਿਹੜਾ ਚਾਰਜ ਹੈਗਾ ਜਾਂ ਪਹਿਲਾਂ ਹੀ ਇਹ ਹੈਗਾ ਪੋਜ਼ਿਟਿਵ। ਸਮਝ ਲੱਗੀ ਗੱਲ ਇੱਥੇ ਤੱਕ? Yes, sir. ਪਰ ਹੁਣ ਇਹ ਪਿਕਚਰ ਹਲੇ ਥੋੜੀ ਅਧੂਰੀ ਹੈ, ਇੱਕ ਚੀਜ਼ ਹੋਰ ਹੋਗੀ। ਜਿਵੇਂ ਤੁਸੀਂ ਇਹਨੂੰ ਲੈ ਕੇ ਆਏ ਇੱਕ ਹੋਰ ਚੀਜ਼ ਹੋ ਚੁੱਕੀ ਹੈ। ਪਤਾ ਕੀ ਹੋ ਚੁੱਕੀ ਹੈ? ਦੇਖੋ ਜਿਵੇਂ ਆ ਜਿਹੜਾ ਪਲੇਟ ਹੈ ਨਾ, ਇਸ ਪਲੇਟ ਦੇ ਵਿੱਚ ਇਧਰਲੇ ਪਾਸੇ ਨੈਗੇਟਿਵ ਵੀ ਆ ਗਿਆ ਨਾ, ਹੁਣ ਇਧਰਲੇ ਪਾਸੇ ਪੋਜ਼ਿਟਿਵ ਆ ਗਿਆ। ਆ ਦੋਨੋਂ ਚਾਰजेस ਵੀ ਤਾਂ ਹੁਣ ਇੱਥੇ ਦੇ ਪੋਟੈਂਸ਼ੀਅਲ ਤੇ ਕੰਟਰੀਬਿਊਟ ਕਰਨਗੇ ਨਾ। ਇਸ ਚਾਰਜ ਇਹਦੇ ਉੱਪਰ ਜਿਹੜਾ ਪੋਟੈਂਸ਼ੀਅਲ ਹੈਗਾ ਉਹਦੇ ਉੱਪਰ ਕੰਟਰੀਬਿਊਟ ਕਰਨਗੇ ਨਾ ਇਹ ਦੋਨੋਂ ਮਿਲ ਕੇ ਵੀ। Yes, sir. ਹੁਣ ਇਹ ਦੋਨੋਂ ਕਿਵੇਂ ਕਰਨਗੇ ਕੰਟਰੀਬਿਊਟ? ਜਿਵੇਂ ਹੁਣ ਆ ਜਿਹੜਾ ਨੈਗੇਟਿਵ ਹੈ, ਇਹ ਨੈਗੇਟਿਵ ਕੀ ਕਰੇਗਾ? ਇਹ ਨੈਗੇਟਿਵ ਇਸ ਦੇ ਪੋਟੈਂਸ਼ੀਅਲ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ ਕਿ ਘਟਾਉਣ ਦੀ? ਦੱਸੋ ਮੈਨੂੰ। ਆ ਜਿਹੜਾ ਨੈਗੇਟਿਵ ਚਾਰਜ ਹੈ ਇਹਦੇ ਕਰਕੇ ਪੋਟੈਂਸ਼ੀਅਲ ਵਧੇਗਾ ਕਿ ਘਟੇਗਾ? सर कटेगा। ਘਟੇਗਾ, ਕਿਉਂਕਿ ਨੈਗੇਟਿਵ ਹੈ। ਸਿੰਪਲ ਜੀ ਗੱਲ ਹੈ, ਨੈਗੇਟਿਵ ਹੈ ਤਾਂ ਘਟਦਾ ਹੀ ਹੁੰਦਾ ਨਾ। ਨੈਗੇਟਿਵ ਕਰਕੇ ਨੈਗੇਟਿਵ ਪੋਟੈਂਸ਼ੀਅਲ ਹੋ ਜਾਏਗਾ ਤਾਂ ਉਹਨੂੰ ਜੋੜੋਗੇ ਤਾਂ ਉਹ ਘਟ ਜਾਏਗਾ ਓਵਰਆਲ, ਹੈ ਨਾ। ਸਿੰਪਲ ਜੀ ਗੱਲ ਹੈ। Yes, sir. ਪੋਜ਼ਿਟਿਵ ਦੇ ਕਰਕੇ Badega. ਆ ਵਧਾਉਣਾ ਚਾਹੁੰਦਾ ਹੈ, ਇਹ ਘਟਾਉਣਾ ਚਾਹੁੰਦਾ ਹੈ, ਪਰ ਇਹਨਾਂ ਦੋਨਾਂ ਦੇ ਵਿੱਚੋਂ ਇਹ ਅਮਾਉਂਟ ਵਿੱਚ ਤਾਂ ਬਰਾਬਰ ਨੇ ਨਾ ਦੋਨੋਂ। Yes, sir. ਪਰ ਦੋਨਾਂ ਚੋਂ ਨੇੜੇ ਕਿਹੜਾ ਪੈਂਦਾ? Negative. ਤਾਂ ਫਿਰ ਓਵਰਆਲ ਘਟੂਗਾ ਕਿ ਵਧੂਗਾ? कम होगा। ਹਾਂ, ਤਾਂ ਇਹ V ਮੈਕਸਿਮਮ ਤੋਂ ਨਾ ਥੋੜਾ ਜਿਹਾ ਘਟ ਜਾਏਗਾ। ਮੰਨ ਲਓ ਡੈਲਟਾ V1 ਘਟ ਗਿਆ। ਸਮਝ ਲੱਗੀ ਗੱਲ? Yes, sir. ਇਹ ਥੋੜਾ ਘਟ ਗਿਆ। ਹੁਣ ਜਦੋਂ ਥੋੜਾ ਜਿਹਾ ਘਟ ਗਿਆ ਨਾ, ਤਾਂ ਇਹਦਾ ਮਤਲਬ ਇਹਦਾ ਇਲੈਕਟ੍ਰਿਕ ਫੀਲਡ ਥੋੜਾ ਜਿਹਾ ਇਸ ਜੋਗਾ ਹੋ ਗਿਆ ਹੋਣਾ ਕਿ ਹੁਣ ਉਹਨੂੰ ਚਾਰਜ ਦੇਣ ਤੇ ਲੀਕ ਨਾ ਹੋਵੇ। ਸਮਝ ਲੱਗ ਰਹੀ ਗੱਲ ਹਿਮਾਨੀ? Yes, sir.
ਹੁਣ ਆਪਾਂ ਕੀ ਕਰਾਂਗੇ, ਮੈਂ ਕਹਿੰਦਾ ਦੇਖੋ ਵੀ ਹੁਣ ਥੋੜਾ ਜਿਹਾ ਘਟਿਆ ਹੈ ਪੋਟੈਂਸ਼ੀਅਲ, ਤੁਸੀਂ ਇਹਨੂੰ ਹੋਰ ਚਾਰਜ ਦੇ ਦਿਓ, Q ਦੇ ਵਿੱਚ ਥੋੜਾ ਜਿਹਾ ਹੋਰ Q1 ਪਾ ਦਿਓ ਤੇ ਇਹਦਾ ਪੋਟੈਂਸ਼ੀਅਲ ਦੁਬਾਰਾ ਤੋਂ ਫਿਰ ਕੀ ਬਣ ਜਾਊਗਾ, Vmax ਹੋਰ ਵਧਾ ਚਾਰਜ ਹੋਰ ਦੇਤਾ, ਮਤਲਬ ਹੁਣ ਇਹਨੇ ਚਾਰਜ ਜ਼ਿਆਦਾ ਸਟੋਰ ਕਰ ਲਿਆ ਨਾ ਇਮਾਨੀ। ਹਾਂਜੀ ਹਾਂ ਤੇ ਹੁਣ ਮੈਂ ਕਹਿ ਰਿਹਾ ਕਿ ਜੇ ਹੁਣ ਹੋਰ ਚਾਰਜ ਦਊਂਗਾ ਫਿਰ ਪੰਗਾ ਪੈ ਜਾਣਾ, ਕਿਉਂਕਿ V ਮੈਕਸਿਮਮ ਹੋ ਚੁੱਕਾ ਹੈ, ਹਨਾ। ਹਾਂਜੀ ਸਰ ਹਾਂਜੀ ਸਰ ਜਿਲੇ ਨੇ ਜ਼ਿਆਦਾ ਸਟੋਰ ਕੀਤਾ ਚਾਰਜ ਤਾਂ ਉੱਥੇ ਫੇ ਜ਼ਿਆਦਾ ਨੈਗੇਟਿਵ ਚਾਰਜ ਨਹੀਂ ਆਣਾ ਫਿਰ? ਨਹੀਂ ਮੇਰੀ ਗੱਲ ਤਾਂ ਸੁਣੋ ਨਾ, ਆ ਨੈਗੇਟਿਵ ਆ ਚੁੱਕਿਆ ਸੀ, ਉਹਦੇ ਕਰਕੇ ਹੀ ਤਾਂ ਪੋਟੈਂਸ਼ੀਅਲ ਆਇਆ ਤੇ ਉਹਦੇ ਕਰਕੇ ਤਾਂ ਉਹਨੇ ਚਾਰਜ ਸਟੋਰ ਕੀਤਾ। ਹੁਣ ਇਧਰਲੇ ਪਾਸੇ ਕਿੰਨਾ ਚਾਹ ਰਿਹਾ ਇਹਦੇ ਆਪਾਂ ਬਾਅਦ ਦੀ ਗੱਲ ਕਰਦੇ ਹਾਂ ਨਾ, ਇਹ ਤਾਂ ਆਪਾਂ ਬਾਅਦ ਦੀ ਗੱਲ ਕਰਦੇ ਹਾਂ, ਫਿਲਹਾਲ ਆਪਾਂ ਸਿਰਫ ਇਹ ਗੱਲ ਕਰ ਰਹੇ ਹਾਂ ਕਿ ਇਹਨੂੰ ਤੁਸੀਂ ਸਿਰਫ ਇੱਕ ਹੀ ਮੰਨ ਕੇ ਚੱਲੋ, ਇੱਕ ਫੇਜ਼ ਤੇ ਮੰਨ ਕੇ ਚੱਲੋ, ਆ ਚਾਰਜ ਹੈਗਾ ਬਸ ਟੋਟਲ ਜੋ ਵੀ ਹੈ। ਤੇ ਆਪਾਂ ਹੁਣੀ ਗੱਲ ਕਰਾਂਗੇ ਪ੍ਰੂਫ ਵੀ ਨੈਗੇਟਿਵ ਤੇ ਪੋਜ਼ਿਟਿਵ ਜਿੰਨਾ ਵੀ ਚਾਰਜ ਹੋਗਾ ਤੁਹਾਨੂੰ ਬਰਾਬਰ ਹੋਣਗੇ, ਸਾਰਾ ਇੱਕੋ ਪਾਸੇ ਹੀ ਇਮੇਜਿਨ ਕਰਾਂਗੇ ਆਪਾਂ। ਫਿਲਹਾਲ ਤਾਂ ਆਪਾਂ ਬਸ ਬਹੁਤ ਸਿੱਧੇ ਤਰੀਕੇ ਨਾਲ ਚੱਲ ਰਹੇ ਹਾਂ ਉਦਾਂ ਹੀ। ਤੁਸੀਂ ਇਹ ਮੰਨ ਕੇ ਚਲੋ ਆ ਚਾਰਜ ਇਧਰਲੇ ਪਾਸੇ ਦੇ ਰਹੇ ਹਾਂ, ਆਪਾਂ ਸਾਰਾ ਚਾਰਜ ਇੱਧਰ ਹੀ ਦੇ ਰਹੇ ਹਾਂ, ਇਧਰਲੇ ਪਾਸੇ ਨਾ ਹੀ ਮੰਨੋ ਤੁਸੀਂ, ਇੱਕ ਸ਼ੀਟ ਆ ਪਲੇਨ ਜੀ ਸ਼ੀਟ ਸਮਝ ਕੇ ਚੱਲੋ ਬਸ, ਠੀਕ ਹੈ। ਹੁਣ ਮੈਂ ਇਹ ਕਹਿ ਰਿਹਾ ਕਿ ਸਟੈਪ 3 ਤੇ ਆਓ, ਸਟੈਪ 3 ਦੇ ਨਾ ਆਪਾਂ ਇੱਕ ਹੋਰ ਚੀਜ਼ ਕਰਨ ਜਾ ਰਹੇ ਹਾਂ। ਆਪਾਂ ਇੱਕ ਤਾਂ ਆ ਪਲੇਟ ਹੈਗੀ ਨਾ ਹੁਣ ਆਪਣੇ ਕੋਲ, ਫਿਰ ਹੁਣ ਪਹਿਲਾਂ ਆਪਾਂ ਪਹਿਲਾਂ ਵਾਲੀ ਕੰਡੀਸ਼ਨ ਬਣਾ ਲਈਏ, ਆ ਵਾਲੀ ਪਲੇਟ ਹੈਗੀ ਆ ਤੇ ਆ ਪਲੇਟ ਦੇ ਉੱਪਰ ਚਾਰਜ ਕਿੰਨਾ ਹੈ ਇਸ ਟਾਈਮ ਹੁਣ, Q plus Q plus Q1 ਤੇ ਪੋਟੈਂਸ਼ੀਅਲ ਕਿੰਨਾ ਆ, Vmax Vmax। ਇਹਦੇ ਨਾਲ ਜਿਹੜੀ ਪਲੇਟ ਰੱਖੀ ਆ ਦੂਜੀ ਇੱਥੇ ਆ ਵਾਲੀ, ਮੈਂ ਹੁਣ ਇੱਕ ਹੋਰ ਕੰਮ ਕਰਨ ਜਾ ਰਿਹਾ, ਇਹਨੂੰ ਫਿਰ ਥੋੜਾ ਹੋਰ ਮੋਡੀਫਾਈ ਕਰੂੰਗਾ ਵੀ ਆ ਜਿਹੜੀ ਰੈੱਡ ਵਾਲੀ ਪਲੇਟ ਹੈ ਨਾ ਜਿਹਦੇ ਇਧਰ ਨੈਗੇਟਿਵ ਚਾਰਜ ਆਇਆ ਹੋਇਆ, ਇਧਰਲੇ ਪਾਸੇ ਇਹਨੂੰ ਮੈਂ ਅਰਥ ਕਰਨ ਜਾ ਰਿਹਾ। ਜਦੋਂ ਅਰਥਿੰਗ ਕਰਤੀ ਤਾਂ ਪੋਜ਼ਿਟਿਵ ਚਾਰਜ ਫਲੋ ਕਰਕੇ ਨੀਚੇ ਗਰਾਊਂਡ 'ਚ, ਫਿਲਹਾਲ ਆਪਾਂ ਇਹ ਕੀਤਾ ਆ ਚੰਗੀ ਤਰ੍ਹਾਂ ਨਾ, ਇਹਦੇ ਪਰ ਡਿਟੇਲ 'ਚ ਨਹੀਂ ਜਾਵਾਂਗੇ, ਕਲੀਅਰ ਹੈ ਗੱਲ। ਯੈਸ ਸਰ। ਸੋ ਹੁਣ ਜਿਹੜਾ ਪੋਟੈਂਸ਼ੀਅਲ ਨੂੰ ਘਟਾਉਣ ਵਾਲਾ ਇਹਦਾ ਰੋਲ ਆ ਉਹ ਹੋਰ ਵੱਧ ਗਿਆ ਹੋਣਾ ਨਾ, ਪਹਿਲਾਂ ਤਾਂ ਪੋਜ਼ਿਟਿਵ ਹੀ ਸੀਗਾ, ਨਾਲ ਪਿੱਛੇ ਥੋੜਾ ਜਿਹਾ ਵਧਾ ਰਿਹਾ ਸੀ ਨਾ ਨਾਲ, ਉਹ ਓਵਰਆਲ ਇਫੈਕਟ ਸੀਗਾ ਦੋਨਾਂ ਦਾ, ਹੁਣ ਕੱਲਾ ਨੈਗੇਟਿਵ ਰਹਿ ਗਿਆ। ਯੈਸ ਸਰ। ਤਾਂ ਇਹਦੇ ਕਰਕੇ ਪੋਟੈਂਸ਼ੀਅਲ ਹੋਰ ਥੋੜਾ ਘਟ ਜਾਏਗਾ ਕਿ ਨਹੀਂ। ਯੈਸ ਸਰ। ਹੁਣ ਜਿੰਨਾ ਘਟੇਗਾ ਮੰਨ ਲਓ ਡੈਲਟਾ V2 ਘਟੇਗਾ, ਕਿਉਂਕਿ ਪਹਿਲਾਂ ਪਤਾ ਨਹੀਂ ਕਿੰਨਾ ਘਟਿਆ ਸੀ ਤੇ ਹੁਣ ਡੈਲਟਾ V2 ਘਟ ਗਿਆ। ਹੁਣ ਇਹਨੂੰ ਫੇਰ ਤੁਸੀਂ ਇਹਦਾ ਮਤਲਬ ਦੁਬਾਰਾ ਫੇਰ ਇਹਨੂੰ V ਮੈਕਸਿਮਮ ਤੱਕ ਲਿਆਉਣ ਦੇ ਲਈ ਥੋੜਾ ਹੋਰ ਚਾਰਜ ਦੇ ਸਕਦੇ ਹੋ ਕਿ ਨਹੀਂ। ਯੈਸ ਸਰ। yes sir ਇਹਨੂੰ ਆਪਾਂ ਇਥੋਂ ਅਰਥਿੰਗ ਕੀਤੀ ਹੋਈ ਆ, ਠੀਕ ਹੈ, ਇਧਰ ਨੈਗੇਟਿਵ ਚਾਰਜ ਹੈ, ਇਹਨੂੰ ਆਪਾਂ ਪੋਜ਼ਿਟਿਵ ਚਾਰਜ ਦਿੱਤਾ ਹੈ, ਠੀਕ ਹੈ। ਇੱਕੋ ਪਾਸੇ ਸ਼ੋ ਕਰੂੰਗਾ ਸਾਰਾ ਚਾਰਜ, ਅੱਗੇ ਆ ਕੇ ਮੈਂ ਤੁਹਾਨੂੰ ਦਿਖਾਉਂਗਾ ਬੇਸਿਕਲੀ ਅਸਲ ਵਿੱਚ ਕੀ ਮਤਲਬ ਉਹਦਾ ਬਣਦਾ ਹੈ। ਦੂਜੇ ਪਾਸੇ ਨਾ ਵੀ ਸ਼ੋ ਕਰਦੇ ਆਪਣਾ ਸਰਦਾ ਸੀ ਇੱਥੇ ਕਿਤੇ ਜੋ ਵੀ ਸ਼ੋ ਕਰਦਾ ਹੈ, ਇੱਕ ਪਾਸੇ ਸ਼ੋ ਕਰਾਂਗੇ, ਇੱਕ ਸਰਫੇਸ ਤੇ ਚਾਰਜ ਸ਼ੋ ਕਰਾਂਗੇ। ਆ ਗਿਆ ਹੁਣ ਆ ਜਿਹੜਾ ਆ ਇਹ 'ਚ ਚਾਰਜ ਕਿੰਨਾ ਸਟੋਰ ਹੋ ਗਿਆ, ਸਮਝ ਲਓ Q plus Q1 plus Q2 V ਮੈਕਸਿਮਮ ਹੋ ਗਿਆ। ਮਤਲਬ ਪੋਟੈਂਸ਼ੀਅਲ ਉਨਾ ਹੀ ਮੈਕਸਿਮਮ ਬਣਾਉਣ ਦੇ ਲਈ ਤੁਸੀਂ ਪਹਿਲਾਂ ਜਦੋਂ ਪਲੇਟ ਕੱਲੀ ਖੜੀ ਸੀ, ਇੱਕ ਨਾਰਮਲ ਪਲੇਟ ਸੀ, ਕੱਲੀ ਪਲੇਟ ਚਾਰਜ ਸਟੋਰ ਕਰ ਰਹੀ ਸੀ Q, ਤੇ ਹੁਣ ਜਦੋਂ ਉਹਦੇ ਨਾਲ ਇੱਕ ਅਰਥਡ ਪਲੇਟ ਰੱਖ ਦਿੱਤੀ ਤਾਂ ਚਾਰਜ ਕਿੰਨਾ ਸਟੋਰ ਕਰ ਰਿਹਾ ਉਹ Q plus Q1 plus ਸੋ ਪ੍ਰਿੰਸੀਪਲ ਆਫ ਕੈਪੈਸਿਟਰ ਕੀ ਬਣਿਆ ਜੇ ਬੰਦਾ ਵੈਸੇ ਪੁੱਛੇ, ਮੈਂ ਕਹੂੰਗਾ ਦੇਖੋ ਜੀ ਜਦੋਂ ਵੀ ਕਿਸੇ ਕੰਡਕਟਰ ਦੇ ਨੇੜੇ ਇੱਕ ਦੂਜਾ ਕੰਡਕਟਰ ਰੱਖ ਦਿੰਦੇ ਹੋ ਤੇ ਉਹਦੀ ਅਰਥਿੰਗ ਕਰ ਦਿੰਦੇ ਹੋ ਤਾਂ ਇਹਦੇ ਨਾਲ ਜਿਹੜਾ ਬਣ ਜਾਂਦਾ ਹੈ ਉਹ ਕੀ ਬਣਦਾ ਹੈ, ਕੈਪੈਸਿਟਰ, ਜਿਹੜਾ ਕਿ ਵਾਧੂ ਚਾਰਜ ਸਟੋਰ ਕਰ ਸਕਦਾ ਹੈ ਫॉर ਅ ਯੂਨਿਟ ਪੋਟੈਂਸ਼ੀਅਲ, ਹਨਾ। ਸਮਝ ਲੱਗੀ ਗੱਲ। ਯੈਸ ਇਹਨੂੰ ਆਪਣੇ ਸ਼ਬਦਾਂ 'ਚ ਜਿਵੇਂ ਮਰਜ਼ੀ ਲਿਖਿਆ, ਮੈਂ ਬਹੁਤੀ ਉੱਚ ਨਹੀਂ ਜਾ ਰਿਹਾ, ਇਹਨੂੰ ਕਹਿੰਦੇ ਆ ਪ੍ਰਿੰਸੀਪਲ ਆਫ ਕੈਪੈਸਿਟਰ। ਸੋ ਪ੍ਰਿੰਸੀਪਲ ਆਫ ਕੈਪੈਸਿਟਰ ਨੂੰ ਜੋ ਕੋਈ ਲਿਖਣਾ ਚਾਹੇ ਮੈਂ ਕਹੂੰਗਾ ਵੀ ਦੈਟ ਇਫ ਵੀ ਪਲੇਸ neutral metal plate near a charged metal plate, है ना, then the charged metal plate can store more charge, ठीक है। हाँ न्यूट्रल मेटल प्लेट अर्थ भी होनी चाहिए ना, ठीक है। ਇਹਨੂੰ ਤੁਸੀਂ ਕਿਤਾਬੀ ਜਿਹੜੀ ਲੈਂਗੁਏਜ ਹੋਗੀ ਉਹ ਚ ਲਿਖ ਲਿਓ, ਫਰਮ ਬੁੱਕ ਦੇ ਵਿੱਚੋਂ ਦੇਖ ਲਓਗੇ, ਸਾਰਿਆਂ ਨੂੰ ਮਿਲ ਜਾਏਗਾ ਪ੍ਰਿੰਸੀਪਲ ਆਫ ਕੈਪੈਸਿਟਰ, ਸਾਰਿਆਂ ਨੇ ਪੜ੍ਹਨਾ ਹੈ ਅੱਜ ਹੀ ਪ੍ਰਿੰਸੀਪਲ ਆਫ ਕੈਪੈਸਿਟਰ, ਠੀਕ ਹੈ। ਹੁਣ ਬੇਸਿਕਲੀ ਅਸੀਂ ਜ਼ਿਆਦਾਤਰ ਕੰਡਕਟਰ ਇਦਾਂ ਦੇ ਨਹੀਂ ਲੈਂਦੇ, ਇਹ ਤਾਂ ਤੁਹਾਨੂੰ ਗੱਲ ਸਮਝਾਉਣ ਲਈ ਸੀ, ਠੀਕ ਹੈ। ਆਮ ਆਪਾਂ ਜੋ ਕੰਮ ਕਰਾਂਗੇ ਸਾਰਾ ਉਹ ਬਹੁਤ ਸਿਸਟਮੈਟਿਕ ਹੋਏਗਾ। ਇਸ ਤਰ੍ਹਾਂ ਦੇ ਕੰਡਕਟਰ ਦਾ ਇਲੈਕਟ੍ਰਿਕ ਫੀਲਡ ਕਿੱਥੋਂ ਲੈ ਕੇ ਆਉਂਗੇ ਪਤਾ ਹੀ ਨਹੀਂ ਲੱਗੇਗਾ ਕੀ ਹੈ, ਹਨਾ। ਇਹ ਤਾਂ ਬੜਾ ਔਖਾ ਕੰਮ ਹੈ। ਆਪਾਂ ਇੱਕ ਜਿਹੜਾ ਕੈਪੈਸਿਟਰ ਯੂਜ਼ ਕਰਦੇ ਹਾਂ ਜ਼ਿਆਦਾਤਰ ਉਹ ਅੱਗੇ ਪੈਰਲਲ ਪਲੇਟ ਕੈਪੈਸਿਟਰ। ਸੋ ਆਪਣਾ ਟੌਪਿਕ ਜਿਹੜਾ ਆਪਣਾ ਹੈ ਉਹ ਹੈ ਪੈਰਲਲ ਪਲੇਟ ਕੈਪੈਸਿਟਰ। ਪੈਰਲਲ ਪਲੇਟ ਕੈਪੈਸਿਟਰ ਕਾਫੀ ਜ਼ਿਆਦਾ ਇਹੀ ਰਹੇਗਾ। ਨੋਟੇਸ਼ਨ ਵੀ ਆਪਣੀ ਜਨਰਲ ਨੋਟੇਸ਼ਨ ਇੱਥੋਂ ਹੀ ਚੱਕੀ ਹੋਈ ਆ ਆਪਾਂ ਪੈਰਲਲ ਪਲੇਟ ਵਾਲੀ ਹੀ,
ਤੇ ਪੈਰਲਲ ਪਲੇਟ ਕੈਪੈਸਿਟਰ ਚ ਕੀ ਹੁੰਦਾ ਹੈ, ਬੇਸਿਕਲੀ ਆਪਾਂ ਅਰਥਿੰਗ ਵਰਥਿੰਗ ਕੁਝ ਨਹੀਂ ਸ਼ੋ ਕਰਾਂਗੇ, ਆਪਾਂ ਸਿਰਫ ਕੈਪੈਸਿਟਰ ਵਿੱਚ ਦੋ ਪਲੇਟਾਂ ਸ਼ੋ ਕਰਾਂਗੇ ਇਸ ਤਰ੍ਹਾਂ, ਇਸ ਤਰ੍ਹਾਂ ਆ ਇੱਕ ਪਲੇਟ ਹੈ ਤੇ ਆ ਦੂਜੀ ਪਲੇਟ ਹੈ, ਬਸ ਅਸੀਂ ਹੋਰ ਕੁਝ ਨਹੀਂ ਸ਼ੋ ਕਰਾਂਗੇ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੀ ਦੋ ਪਲੇਟਾਂ ਨੇ ਇਹਦਾ ਸਾਈਡ ਵਿਊ ਦਿਖਾ ਰਿਹਾ ਮੈਂ ਤੁਹਾਨੂੰ, ਆਹ ਇਹ ਸਾਈਡ ਵਿਊ ਹੈ, ਠੀਕ ਹੈ ਨਾ, ਆਹ ਵਾਲਾ। ਅਦਰਵਾਈਜ਼ ਜੇ ਤੁਸੀਂ ਦੇਖੋ ਤਾਂ ਇਹ ਪਲੇਟਾਂ ਨੇ, ਇਹ ਜਿਵੇਂ ਐ ਕਰਕੇ ਇਸ ਤਰ੍ਹਾਂ ਇੱਕ ਪਲੇਟ ਹੈ, ਫਿਰ ਇਹ ਦੂਜੀ ਪਲੇਟ ਹੋਏਗੀ ਜੋ ਵੀ ਹੋਏਗਾ ਉਹਦਾ, ਤੇ ਇਸ ਤਰ੍ਹਾਂ ਇੱਕ ਦੇ ਅੱਗੇ ਦੂਜੀ ਪਈ ਹੈ ਜਿਵੇਂ ਕਰਕੇ। ਸਮਝ ਲੱਗ ਰਹੀ ਗੱਲ? ਇਹ ਪਲੇਟਾਂ ਪਈਆਂ ਨੇ ਤੇ ਇਹਦਾ ਮੈਂ ਇਧਰਲਾ ਵਿਊ ਚੱਕਿਆ, ਮੰਨ ਲਓ ਜਿਵੇਂ ਆ ਇੰਨੀ ਮੋਟੀ ਪਲੇਟ ਹੈ, ਮੰਨ ਲਓ ਜਸਟ ਮੈਂ ਐ ਸ਼ੋ ਕਰ ਦੂੰਗਾ, ਠੀਕ ਹੈ ਨਾ, ਐ ਕਰਕੇ। ਸੋ ਬੇਸਿਕਲੀ ਆ ਵੀ ਮੰਨ ਲਓ ਇੰਨੀ ਮੋਟੀ ਪਲੇਟ ਹੈ, ਇਸ ਤਰ੍ਹਾਂ ਕਰਕੇ, ਠੀਕ ਹੈ। ਬਹੁਤ ਹੀ ਮੈਂ ਵਧੀਆ ਡਰਾਇੰਗ ਨਹੀਂ ਕਰਦਾ, ਤੁਸੀਂ ਐਂ ਸਮਝ ਹੀ ਜਾਓਗੇ। ਤਾਂ ਇਹਦਾ ਇਧਰਲਾ ਸਿਰਾ ਜਿਹੜਾ ਉਹ ਰੈੱਡ ਵਾਲਾ ਦਿਖਾ ਰਿਹਾ ਮੈਂ, ਜਿਹੜਾ ਆਹ ਵਾਲਾ ਹੈ ਨਾ, ਆਹ ਵਾਲਾ, ਤੇ ਆ ਜਿਹੜਾ ਸਿਰਾ ਹੈ ਆਹ ਵਾਲਾ, ਆਹ ਵਾਲਾ, ਆਹੀ ਦੋਨੋਂ ਦਿਖਾ ਰਿਹਾ ਮੈਂ ਇੱਥੇ। ਪਤਾ ਲੱਗ ਰਹੀ ਗੱਲ ਬਲਜੀਤ? ਯੈਸ ਸਰ। ਠੀਕ ਹੈ, ਮੈਂ ਆਹ ਦਿਖਾ ਰਿਹਾ, ਸਾਈਡ ਤੋਂ ਦਿਖਾ ਰਿਹਾ, ਇਹ ਦਿਖਾਊਂਗਾ ਇਦਾਂ ਹੀ, ਕਿਉਂਕਿ ਮੈਂ ਇਦਾਂ ਦੀਆਂ ਪਲੇਟਾਂ ਨਹੀਂ ਬਣਾਉਂਗਾ ਬਾਰ-ਬਾਰ। ਆ ਜਿਹੜੇ ਸਿਰੇ ਨੇ ਇਹਨਾਂ ਦੇ ਆ ਦਿਖਾ ਰਿਹਾ, ਤੇ ਇਹਨਾਂ ਦੇ ਵਿੱਚ ਪੱਕੀ ਗੱਲ ਆ ਪਲੇਟਾਂ ਦਾ ਕੋਈ ਨਾ ਕੋਈ ਏਰੀਆ ਹੋਏਗਾ, ਤੇ ਇਹ ਪਲੇਟਾਂ ਜਿਹੜੀਆਂ ਨੇ ਇਹ ਕਿਸੇ ਤਰ੍ਹਾਂ ਦੀ ਵੀ ਹੋ ਸਕਦੀਆਂ ਨੇ, ਇਹ ਸਰਕੂਲਰ ਵੀ ਹੋ ਸਕਦੀਆਂ ਨੇ, ਇਹ ਹੋ ਸਕੇ ਤਾਂ ਸਕੁਅਰ ਵੀ ਹੋ ਸਕਦੀਆਂ ਨੇ, ਇਹ ਹੋ ਸਕਦਾ ਰੈਕਟੈਂਗੂਲਰ ਹੋਣ, ਇਹ ਹੋ ਸਕਦਾ ਡਿਸਕ ਵਰਗੀਆਂ ਹੋਣ, ਡਿਸਕਾਂ ਦੀਆਂ ਜਿਹੜੀਆਂ ਹੁੰਦੀਆਂ, ਜਾਂ ਕਿਸੇ ਵੀ ਸ਼ੇਪ ਐਂਡ ਉਹਦੇ ਵਿੱਚ ਹੋ ਸਕਦੀ, ਇਟ ਡਸਨਟ ਮੈਟਰ। ਠੀਕ ਹੈ ਜੀ ਗੱਲ? ਹਾਂਜੀ ਤੇ ਅਸੀਂ ਪਲੇਟਾਂ ਨੂੰ ਹੁਣ ਬੜੀ ਦੂਜੀ ਬੜੀ ਇੰਪੋਰਟੈਂਟ ਗੱਲ ਲਿਖ ਰਿਹਾ, ਗੱਲ ਧਿਆਨ ਨਾਲ ਲਿਖ ਨਹੀਂ ਰਿਹਾ, ਬੋਲ ਰਿਹਾ ਮੈਂ, ਠੀਕ ਹੈ। ਇਹਨਾਂ ਦੋਨਾਂ ਨੂੰ ਇੰਨੀ ਕਿ ਨੇੜੇ ਰੱਖਿਆ ਹੋਇਆ ਆਪਾਂ ਵੀ ਇਹਨਾਂ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਇਹਨਾਂ ਦੇ ਸਾਈਜ਼ ਦੇ ਕੰਪੈਰੀਟਿਵਲੀ ਬਹੁਤ ਘੱਟ ਹੈ। ਇਹ ਮੰਨ ਲਓ ਆ ਪਲੇਟਾਂ ਨੇ ਦੋਨੋਂ, ਆਹ ਸਾਈਡ ਵੀ ਤੁਸੀਂ ਦੇਖ ਰਹੇ ਹੋ, ਬਹੁਤ ਘੱਟ ਡਿਸਟੈਂਸ ਹੈ, ਮਤਲਬ ਐ ਆ ਸਮਝ ਲਓ ਵੀ ਬਹੁਤ ਥੋੜਾ ਜਿਹਾ ਡਿਸਟੈਂਸ ਹੈ, ਸਮਝ ਲੱਗ ਰਹੀ ਗੱਲ? ਐ ਨਹੀਂ ਹੈਗਾ ਪਲੇਟਾਂ, ਇਹ ਬੇਸਿਕਲੀ ਐ ਨੇ, ਤੁਹਾਨੂੰ ਸਮਝਾਉਣ ਲਈ ਮੈਂ ਦੂਰ ਦੂਰ ਬਣਾਈਆਂ ਨੇ, ਪਰ ਬਹੁਤ ਨੇੜੇ ਇਸ ਤਰ੍ਹਾਂ ਨੇ। ਕਲੀਅਰ ਹੈ ਗੱਲ? ਵਿਚਕਾਰ ਜਗ੍ਹਾ ਹੈਗੀ ਖਾਲੀ, ਸਮਝ ਲੱਗ ਰਹੀ? ਇਹ ਜੇ ਐ ਨੇ ਤਾਂ ਇਹਦੇ ਵਿਚਕਾਰ ਕੋਈ ਵੀ ਪੁਆਇੰਟ ਲਾਓਗੇ, ਕੋਈ ਵੀ ਨੇੜੇ ਤੇੜੇ, ਥੋੜਾ ਦੂਰ ਥੋੜਾ ਨੇੜੇ, ਤਾਂ ਉੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਬਦਲੇਗੀ? ਡਿਸਟੈਂਸ ਦੇ ਨਾਲ ਨਹੀਂ ਬਦਲੇਗੀ ਨਾ, ਯੂਨੀਫਾਰਮ ਰਹੇਗਾ, ਕਿਉਂਕਿ ਪਲੇਟਾਂ ਇਨਫਾਈਨਾਈਟ ਹੋ ਗਈਆਂ ਫਿਰ, ਤੇ ਫਿਰ ਆਪਣੇ ਇਲੈਕਟ੍ਰਿਕ ਫੀਲਡ ਦੇ ਜਿਹੜੇ ਰਿਜ਼ਲਟ ਹੈਗੇ ਨੇ ਆਪਾਂ ਜਿਹੜੇ ਪਹਿਲਾਂ ਕਿਤੇ ਸੀ ਕੈਲਕੂਲੇਟ, ਉਹ ਆਪਣੇ ਇੱਥੇ ਵੈਲਿਡ ਨੇ। ਜਿਵੇਂ ਕਹਿਣ ਦਾ ਭਾਵ ਇਹ ਹੈ ਕਿ ਜੇ ਮੈਂ ਇੱਥੇ ਚਾਰਜ ਇਸ ਤੇ ਦਵਾਂ ਪੋਜ਼ਿਟਿਵ ਤੇ ਇੱਥੇ ਨੈਗੇਟਿਵ, ਤਾਂ ਇਲੈਕਟ੍ਰਿਕ ਫੀਲਡ ਜਿਹੜਾ ਹੋਏਗਾ ਇੱਥੇ ਯੂਨੀਫਾਰਮ ਹੋਏਗਾ। ਐ ਜੇ ਇਧਰ ਪੋਜ਼ਿਟਿਵ ਪਲੇਟ ਦੇਵਾਂ, ਇਧਰ ਨੈਗੇਟਿਵ ਦੇ ਦੇਵਾਂ, ਪੋਜ਼ਿਟਿਵ ਚਾਰਜ ਦੇਵਾਂ, ਨੈਗੇਟਿਵ ਦੇ ਦੇਵਾਂ, ਤੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਜਿਹੜਾ ਹੋਏਗਾ ਇਹਦੇ ਵਿਚਕਾਰ ਜੇ ਇਧਰ ਪੋਜ਼ਿਟਿਵ ਚਾਰਜ ਹੋਵੇ ਤੇ ਇਧਰ ਨੈਗੇਟਿਵ ਚਾਰਜ ਹੋਵੇ, ਤਾਂ ਇਲੈਕਟ੍ਰਿਕ ਫੀਲਡ ਇਹਨਾਂ ਦੇ ਵਿਚਕਾਰ ਕਿੰਨਾ ਹੁੰਦਾ? ਸਿਗਮਾ ਬਾਈ ਐਪਸਾਈਲਨ ਨੋਟ। ਯਾਦ ਹੈ? Yes, sir. ਸੋ ਪਲੇਟਾਂ ਦਾ ਜਿਹੜਾ ਏਰੀਆ ਹੈਗਾ ਇਹ ਬੜਾ ਇੰਪੋਰਟੈਂਟ ਹੈ। ਇੱਥੇ ਇੱਕ ਤਾਂ ਏਰੀਆ ਨੂੰ ਆਪਾਂ ਮੰਨ ਲੈਂਦੇ ਆ A, ਤੇ ਪਲੇਟਾਂ ਵਿਚਕਾਰ ਜਿਹੜੀ ਦੂਰੀ ਹੈ, ਡਿਸਟੈਂਸ, ਆ ਬੜੀ ਇੰਪੋਰਟੈਂਟ ਹੈ, ਉਹ ਹੈਗੀ D। ਤੇ ਪਲੇਟਾਂ ਦੇ ਵਿਚਕਾਰ ਨਾ ਇੱਥੇ ਇਹਦੇ ਮਟੀਰੀਅਲ ਭਰਿਆ ਹੁੰਦਾ ਕੋਈ ਨਾ ਕੋਈ, ਜਿਵੇਂ ਡਾਈਇਲੈਕਟ੍ਰਿਕ ਭਰਿਆ ਹੁੰਦਾ ਕੋਈ ਨਾ ਕੋਈ, ਉਹ ਮੈਂ ਤੁਹਾਨੂੰ ਦੱਸਾਂਗਾ ਅੱਗੇ ਜਾ ਕੇ ਵੀ ਉਹ ਡਾਈਇਲੈਕਟ੍ਰਿਕ ਦਾ ਕੀ ਮਤਲਬ ਹੁੰਦਾ। ਇਹਦੇ ਅੰਦਰ ਨਾ ਇੱਥੇ ਸਮਝ ਲਓ ਮਸਾਲਾ ਭਰਿਆ ਹੈ, ਜਿਹੜਾ ਮਰਜ਼ੀ ਮਸਾਲਾ ਹੋ ਸਕਦਾ, ਉਸ ਦਾ ਪਲਾਸਟਿਕ ਦਾ ਹੋਵੇ, ਉਹ ਲੱਕੜ ਦਾ ਚੂਰਾ ਹੋਵੇ, ਜਾਂ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਚੀਜ਼ ਕੰਡਕਟਿੰਗ ਨਾ ਹੋਵੇ, ਬਸ ਇਹਦੇ ਵਿਚਕਾਰ ਭਰ ਦਿੰਦੇ ਆ। ਉਹ ਭਰ ਦੇਣ ਦੇ ਨਾਲ ਇਹਦੀ ਕੈਪੈਸਿਟੀ ਹੋਰ ਵਧ ਜਾਂਦੀ ਹੈ, ਜਿਹੜੀ ਹੁਣੀ ਮੈਂ ਤੁਹਾਨੂੰ ਕਰਾ ਰਿਹਾ ਸੀ ਨਾ, ਉਹ ਤੋਂ ਹੋਰ ਵਧ ਜਾਂਦੀ ਹੈ। ਕਿਵੇਂ ਵਧ ਜਾਂਦੀ ਹੈ ਦਿਖਾਊਂਗਾ ਮੈਂ, ਹੁਣੀ ਕੈਲਕੂਲੇਟ ਕਰਾਊਂਗਾ, ਹੁਣੀ ਨਹੀਂ, 2-3 ਲੈਕਚਰ ਲੱਗਣਗੇ ਇੱਥੇ ਤੱਕ ਪਹੁੰਚਣ ਨੂੰ। ਉਸ ਤੋਂ ਪਹਿਲਾਂ ਆਪਾਂ ਬੇਸਿਕ ਸਾਰੀਆਂ ਗੱਲਾਂ ਕਰਨੀਆਂ ਨੇ। ਇਹਦੇ ਵਿੱਚ ਕਿਹੜਾ ਮਟੀਰੀਅਲ ਭਰਿਆ ਉਹ ਤੇ ਵੀ ਡਿਪੈਂਡ ਕਰਦਾ ਕੈਪੈਸਿਟੈਂਸ ਕਿੰਨਾ। ਸਮਝ ਲੱਗੀ ਸਾਰਿਆਂ ਨੂੰ ਗੱਲ ਬੇਸਿਕ? Yes. ਆਹ ਵਾਲੀ ਪਲੇਟ ਅਰਥ ਤੋਂ ਹੋਏਗੀ, ਨੈਗੇਟਿਵ ਵਾਲੀ ਆਪ ਹੀ ਮੰਨ ਲਿਓ, ਮੈਂ ਨਹੀਂ ਦੱਸ ਰਿਹਾ ਹੁਣ ਵੀ ਅਰਥ ਦੀ ਹੋਏਗੀ, ਮੈਂ ਬਾਰ-ਬਾਰ ਦਿਖਾਊਂਗਾ ਨਹੀਂ, ਠੀਕ ਹੈ ਗੱਲ? ਸੋ ਆਹ ਵਾਲੀ ਪਲੇਟ ਦਾ ਪੋਟੈਂਸ਼ੀਅਲ ਬੇਸਿਕਲੀ ਕਿੰਨਾ ਮੰਨਿਆ ਜਾ ਸਕਦਾ ਫਿਰ? 0। ਤੇ ਫਿਰ ਜੇ ਪੋਟੈਂਸ਼ੀਅਲ ਡਿਫਰੈਂਸ ਟੋਟਲ V1 V2 ਦੀ ਬਜਾਏ ਇਹਨੂੰ V ਕਹਿ ਦੇਵਾਂਗੇ, ਫਿਰ ਸਿੱਧੇ ਸਿੱਧੇ V ਹੋ ਗਿਆ, ਫਿਰ ਡਿਫਰੈਂਸ ਵੀ V ਹੋ ਗਿਆ, ਉਹ ਵੀ V ਹੋ ਗਿਆ। ਸਮਝ ਲੱਗੀ ਗੱਲ? ਇਸ ਲਈ ਅਸੀਂ ਹਮੇਸ਼ਾ ਜਿਹੜਾ ਪੋਟੈਂਸ਼ੀਅਲ ਹੈਗਾ ਮੰਨਦੇ ਆ, ਉਹ ਕਿਸੇ ਇੱਕ ਪਲੇਟ ਦੇ ਪੋਟੈਂਸ਼ੀਅਲ ਨੂੰ ਹੀ ਪੋਟੈਂਸ਼ੀਅਲ ਆਫ ਦਾ ਕੈਪੈਸਿਟਰ ਮੰਨਦੇ ਆ। ਠੀਕ ਆ Sir, ਹਾਂਜੀ,
सर वो जीरो कैसे हुआ सर दूसरे प्लेट का? अगर उसको अर्थड कर दिया आपने, जब अर्थिंग कर देते हैं तो किसी भी कंडक्टर का कैपेसिटर वो वोल्टेज जीरो नहीं हो जाता यस सर, है? यस सर। तो हमने वही किया, हमने तो कुछ भी नहीं किया। और चार्ज जीरो हो जाए ये जरूर नहीं होता ना, हमने पढ़ा है ना। यस सर। चार्ज जीरो तब होता है अगर कंडक्टर आपका आइसोलेटेड हो, है ना। यानी कोई भी कंडक्टर ऐसे पड़ा हुआ है, उस पर चार्ज दिया हुआ है, आपने जो भी आपने ऐसे अर्थ कर दिया ये पक्का इसका चार्ज भी नीचे बह जाएगा सर, और ये जीरो पे आ जाएगा, पोटेंशियल भी जीरो और चार्ज भी जीरो। पर अगर इसके आसपास एक और स्फीयर हो ऐसे, या आसपास कोई प्लेट पड़ी हो या कोई पॉइंट चार्ज पड़ा हो, तो इसका चार्ज जीरो हो ये जरूरी नहीं है, पर पोटेंशियल जरूर जीरो होता है। पढ़ाया था ना हमने, यस सर। ठीक है। तो पैरेलल प्लेट कैपेसिटर ਜਿਹੜਾ ਆ ਹੁਣ ਆਪਾਂ ਬੇਸਿਕਲੀ ਕੀ ਕਰਨ ਲੱਗੇ ਆ, एक्सप्रेशन फॉर कैपेसिटेंस कैलकुलेट करने लगे आप भी, ਇਹਦਾ कैपेसिटेंस की होएगा, एक्सप्रेशन फॉर कैपेसिटेंस, ਇਹਦਾ कैपेसिटेंस किवें आएगा, कितना आएगा, ਇਹਨੂੰ देखते हैं ਆਪਾਂ, क्योंकि बाकी गल्लां ਆਪਾਂ ਨੂੰ पता है, इलैक्ट्रिक फील्ड ਦਾ एक्सप्रेशन पता है, पोटेंशियल डिफरेंस वगैरह सब पता कर लांगे, देख लांगे। सो ਉਹਦੇ ਲਈ ਆਪਾਂ ਕੀ ਕਰਦੇ ਆ, आम करके ਆਪਾਂ मान ਲੈਣੇ, मान लो आ कैपेसिटी ਦੀ ਇੱਕ प्लेट है, प्लेट कई बार ऐ शो कर देंगे ਅਸੀਂ, ਜ਼ਰੂਰ नहीं कि ਆਪਾਂ ਨੂੰ ਐ ਓਵੇਂ ਸ਼ੋ ਕਰੀਏ, बाद में ऐ शो कराया करूंगा, फिलहाल मैं ऐ शो कर दूंगा ਤੁਹਾਨੂੰ बस समझाने ਲਈ, ठीक है जी। ਤੇ ਇਸ ਤਰ੍ਹਾਂ ਹੈ, ਤੇ ਆਪਾਂ ਇਹਦੇ ਵਿੱਚ ਜਿਹੜਾ ਚਾਰਜ ਹੈ, ਮੰਨ ਲਓ ਇਹਨੂੰ ਪੋਜ਼ਿਟਿਵ ਚਾਰਜ ਦਿੱਤਾ ਹੈ, ਨੈਗੇਟਿਵ ਚਾਰਜ ਦਿੱਤਾ ਹੈ, ਆਊਟਰ ਫੇਸਿਸ ਤੇ ਜੇ ਕੋਈ ਚਾਰਜ ਹੈ ਵੀ ਤਾਂ ਉਹ ਬੇਸਿਕਲੀ ਅੰਦਰ ਇਲੈਕਟ੍ਰਿਕ ਫੀਲਡ ਵਿੱਚ ਕੰਟਰੀਬਿਊਟ ਨਹੀਂ ਕਰਦਾ, ਤੁਹਾਨੂੰ ਪਤਾ ਹੈ ਨਾ। ਦੋ ਆਪਾਂ ਰੱਖਦੇ ਹਾਂ ਜਦੋਂ ਦੋ ਕੈਪੈਸਿਟਰਸ ਨੂੰ, ਸੌਰੀ ਦੋ ਕੰਡਕਟਰਸ ਨੂੰ, ਇਸ ਤਰ੍ਹਾਂ ਆਪਾਂ ਇਸ ਲਈ ਇਹਦੀ ਗੱਲ ਕਰਨਾ ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕਰਨ ਦਾ ਰੀਜ਼ਨ ਇਹ ਇਲੈਕਟ੍ਰਿਕ ਫੀਲਡ ਹੁੰਦਾ ਹੈ ਸਿਰਫ ਨਾ। ਤੇ ਮੰਨ ਲਓ ਲੈਟ ਏਰੀਆ ਆਫ ਪਲੇਟਸ ਜਿਹੜਾ ਆ, ਏਰੀਆ ਆਫ ਪਲੇਟਸ ਜਿਹੜਾ ਹੈ ਉਹ ਹੈਗਾ ਏਰੀਆ A, ਤੇ डिस्टेंस बिटवीन प्लेट्स ਜਿਹੜਾ ਹੈਗਾ ਉਹ ਹੈਗਾ ਮੰਨ ਲਓ D। ਹੁਣ ਏਰੀਆ ਦੀ ਲੋਡ ਕਿਉਂ ਪਈ ਆਪਾਂ ਦੱਸਦੇ ਹਾਂ। ਮੰਨ ਲਓ ਚਾਰਜ ਇਸ ਨੂੰ ਦਿੱਤਾ ਹੈ Q, ਇਹਨੂੰ ਦਿੱਤਾ -Q, ਸਿੰਪਲ ਜੀ ਗੱਲ। ਤੁਸੀਂ ਮੈਨੂੰ ਇਹ ਦੱਸੋ ਫਿਰ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਕਿੰਨਾ ਆਏਗਾ। ਅੱਛਾ ਦੇਖੋ ਤੁਸੀਂ C ਪਤਾ ਕਰਨਾ ਨਾ, ਤੁਸੀਂ ਦੇਖਿਆ ਨਾ C ਕੀ ਹੁੰਦਾ, ਜਿੰਨਾ ਚਾਰਜ ਦਿੱਤਾ ਜਿੰਨਾ ਪੋਟੈਂਸ਼ੀਅਲ ਡਿਫਰੈਂਸ ਆਈ ਹੁੰਦਾ ਨਾ। ਆਪਾਂ ਬੇਸਿਕਲੀ ਚਾਰਜ ਤਾਂ ਪਤਾ ਹੀ ਆ ਰਿਹਾ ਤੁਹਾਡੇ ਸਾਹਮਣੇ ਹੈ, ਆਪਾਂ V ਦੇਖ ਲਈਏ। V ਕਿਵੇਂ ਦੇਖਾਂਗੇ, ਉਹਦੇ ਲਈ E ਦੇਖਣਾ ਪੈਣਾ ਹੈ, E ਤੇ डिस्टेंस देखना पैना भी कितनी दूरी पे है कि नहीं, है ना। सो इलेक्ट्रिक फील्ड की आएगा इसके अंदर इनसाइड, तो इलेक्ट्रिक फील्ड बिटवीन प्लेट्स की आएगा वो E सिग्मा बाय एप्सिलॉन नॉट। थोड़ा इन्हों हाथ सवार लो, क्यू के हिसाब ना कर लो, Q बाय एरिया ए सिग्मा हो गया बटा एप्सिलॉन नॉट है, ठीक है। Therefore ਜਿਹੜਾ पोटेंशियल डिफरेंस होएगा V, पोटेंशियल डिफरेंस V ਜਿਹੜਾ ਹੁੰਦਾ ਹੈ, ਸਿੱਧੀ ਗੱਲ ਜੇ यूनिफॉर्म इलेक्ट्रिक फील्ड होਵੇ ਤਾਂ ਸਿੱਧਾ इलेक्ट्रिक फील्ड इनटू डिस्टेंस ਨਹੀਂ ਹੋਏਗਾ। यस सर, यस सर। ਤੇ इलेक्ट्रिक फील्ड ਜਿਹੜਾ ਹੈਗਾ ਉਹ ਤੁਸੀਂ ਕੱਢ ਚੁੱਕੇ ਹੋ, ਗੁਣਾ डिस्टेंस D ਹੈਗਾ ਵਾ, ਆ V ਆ ਗਿਆ। यस सर, यस सर। ਵੈਸੇ ਤਾਂ ਬੰਦਾ ਇੱਥੋਂ ਹੀ ਬਣਾ ਸਕਦਾ, ਸਿੱਧਾ ਇਹਦੇ ਨਾਲ ਕੰਪੇਅਰ ਕਰਨਾ ਹੋਵੇ ਤਾਂ कि बंदा ये करूंगा Q ਨੂੰ लिख दूंगा इक्वल C into V, C ਦੀ ਜਗ੍ਹਾ एप्सिलॉन नॉट A बटा D आ जाएगा, है ना, ठीक है। ऊपर ਆਪਾਂ ਐ ਵੀ ਕਰ ਲੈਂਦੇ ਆ, ਆਪਾਂ ਸਿੱਧਾ C ਲਿਖਦੇ ਆ, कैपेसिटेंस किसके बराबर होएगा Q बटा V, ਤੇ Q बटा V ਜਦੋਂ ਕਰੋਗੇ V ਦੀ ਵੈਲਿਊ ਪੁੱਟ ਕਰੋਗੇ ਆਏਗਾ QD by एप्सिलॉन नॉट A, ਤੇ Q ਨਾਲ Q ਕੱਟਿਆ ਜਾਏਗਾ, ਕੀ ਆ ਜਾਏਗਾ एप्सिलॉन नॉट A by D, एप्सिलॉन नॉट A by D। so this is the capacitance, बस सिंपल जी गल है। कैपेसिटेंस ऑफ अ पैरेलल प्लेट कैपेसिटर की ਹੁੰਦਾ ਆ एप्सिलॉन नॉट, क्योंकि विचकार में हले हवा ही मान रहा सी ना, ये भी बड़ी इंपॉर्टेंट गल है ना, A डिवाइडेड बाय D। दिस इज द कैपेसिटेंस ऑफ अ पैरेलल प्लेट कैपेसिटर, ਤੁਹਾਨੂੰ ਪਤਾ ਲੱਗ ਗਿਆ। ਇਹਦੇ ਵਿੱਚ ਦੇਖੋ ਤੁਸੀਂ, ਇਹਦਾ ਮਤਲਬ ਜਿੰਨੀ ਜ਼ਿਆਦਾ ਪਲੇਟਾਂ ਦਾ ਏਰੀਆ ਜ਼ਿਆਦਾ ਹੋਏਗਾ ਉਨਾ ਹੀ कैपेसिटेंस ਜ਼ਿਆਦਾ ਹੋਏਗਾ, ਤੇ डिस्टेंस ਜਿੰਨਾ ਜ਼ਿਆਦਾ ਹੋਏਗਾ ਉਹਨਾਂ कैपेसिटेंस हाँ, यानी कि ਤੁਸੀਂ डिस्टेंस घट होएगा ਤਾਂ कैपेसिटेंस ਜ਼ਿਆਦਾ ਹੋਏਗਾ। यानी प्लेटां एक ਤਾਂ ਜ਼ਿਆਦਾ ਤੋਂ ਜ਼ਿਆਦਾ ਏਰੀਆ ਹੋਵੇ ਉਹਨਾਂ ਦਾ, ਤੇ ਘੱਟ ਤੋਂ ਘੱਟ डिस्टेंस ਹੋਵੇ ਤਾਂ ਉਨਾ ਹੀ ਜ਼ਿਆਦਾ कैपेसिटेंस ਹੋਏਗਾ। ਸਮਝ ਲੱਗੀ ਗੱਲ? यस सर। ठीक है।
ਤੇ ਫਿਰ ਕਪੈਸਿਟੈਂਸ ਨੂੰ ਜੇ ਮੈਂ ਡਿਫਾਈਨ ਕਰਨਾ ਚਾਹਾਂ ਇਹਦੀ ਯੂਨਿਟਸ ਨੂੰ, ਜਿਵੇਂ ਆਪਾਂ 1 ਫੈਰਡ, ਆਪਾਂ ਫੈਰਡ ਡਿਫਾਈਨ ਕੀਤੀ ਇਹਦੀ ਯੂਨਿਟ। 1 ਫੈਰਡ ਨੂੰ ਕਿਵੇਂ ਡਿਫਾਈਨ ਕਰਾਂਗੇ ਆਪਾਂ, ਦੇਖੋ ਆਪਾਂ ਕਹਿ ਦਿੰਦੇ ਹਾਂ ਜਿਵੇਂ ਕਪੈਸਿਟੈਂਸ ਹੁੰਦੀ ਹੈ ਆਪਣੀ Q/V, ਤੇ ਜੇ ਚਾਰਜ ਤੁਸੀਂ 1 ਕੂਲੰਬ ਕਰ ਦੋ ਤੇ ਪੋਟੈਂਸ਼ੀਅਲ ਡਿਫਰੈਂਸ 1 ਵੋਲਟ ਕਰ ਦੋ ਤਾਂ ਤੁਸੀਂ ਕਹਿ ਦੋਗੇ 1 ਫੈਰਡ ਹੈ ਨਾ, ਕਹਿ ਸਕਦੇ ਨਾ ਇਸ ਤਰ੍ਹਾਂ। Yes, sir. ਸੋ डिफाइन, देखो डिफाइन करने ना, डिफाइन की करना बड़ी इंपॉर्टेंट गल है। मैं ਤੁਹਾਨੂੰ ਅभी दिखाना ਹੁਣੀ डिफरेंस दिखाना की। मान लो 1 फैरड डिफाइन करना, फैरड यूनिट डिफाइन करनी तो Q दी भी यूनिट पुट कर दो 1 ਤੇ V ਦੀ 1 वोल्ट। तो मैं कहूंगा तो कैपेसिटेंस of a capacitor is said to be 1 farad if by giving कितना चार्ज, 1 coulomb of charge, its potential या voltage rises by 1 volt। 1 volt। बस सिंपल जी गल है। ਆਪਾਂ ਕਹਾਂਗੇ ਵੀ ਜੇ 1 ਕੂਲਮ ਚਾਰਜ ਦੇਣ ਤੇ 1 ਵੋਲਟ ਵੱਧ ਜਾਵੇ, ਆਪਾਂ ਕਹਾਂਗੇ ਹਾਂ 1 ਫੈਰਡ ਹੈਗਾ ਕਪੈਸਿਟੈਂਸ। ਤੇ ਜੇ ਮੈਨੂੰ ਕੋਈ ਕਹਿ ਦੇ ਡਿਫਾਈਨ ਕਪੈਸਿਟੈਂਸ, ਹਾਂ ਵੀ ਬੜੀ ਇੰਪੋਰਟੈਂਟ ਜੀ ਹੁੰਦੀ ਹੈ डिफाइन कैपेसिटेंस, तो बड़ी याद रखियो ਇਹਨੂੰ ਕਿਵੇਂ ਦੇਖਦੇ ਆ। ਫਿਰ ਆਪਾਂ ਕਹਿੰਦੇ ਜਿਹੜਾ Q = CV ਹੈਗਾ ਨਾ, ਤੁਸੀਂ V ਨੂੰ 1 ਵੋਲਟ ਪੁੱਟ ਕਰ ਦੋ ਤਾਂ ਤੁਹਾਡਾ ਕਪੈਸਿਟੈਂਸ ਬਰਾਬਰ Q ਆ ਗਿਆ ਕਿ ਨਹੀਂ, ਦੇਖੋ। Yes, sir. Yes, sir। ਸੋ ਮੈਂ ਕਹੂੰਗਾ ਕਪੈਸਿਟੈਂਸ of a capacitor is defined as the charge लिखा, 1 कूलम लिखा, चार्ज रिक्वायर्ड टू रेज द पोटेंशियल ऑफ कैपेसिटर बाय 1 volt। 1 वोल्ट। इस तरह आप डिफाइन करते हैं चीज़ें। जस्ट वैसे स्कूल एग्जाम वगैरह लिए दस रहे हैं, आ स्कूल एग्जाम लिए इंपॉर्टेंट डेरिवेशंस ने ये सारियां याद रखियो, ये लिख लियो हुणे, नाल निशानी ला लो अपने नोट्स विच कि स्कूल एग्जाम च करते हैं। ਹੁਣ ਗੱਲ ਇਹ ਹੈ ਕਿ ਮੈਂ ਤੁਹਾਨੂੰ ਜਿਵੇਂ ਕਿਹਾ ਅਰਥਿੰਗ ਵਾਲੀ ਗੱਲ ਕੀਤੀ ਹੈ, ਉਹ ਗੱਲ ਕੀਤੀ। ਚਲੋ ਹੁਣ ਉਸ ਤੋਂ ਵੀ ਥੋੜਾ ਨਿਕਲ ਕੇ ਵੀ ਜੇ ਸੋਚੀਏ ਆਪਾਂ ਕਿ ਆਪਾਂ ਆਮ ਕਰਕੇ ਜੇ ਕਿਸੇ ਕੈਪੈਸਿਟਰ ਨੂੰ ਜੇ ਆਪਾਂ ਦੋਨੋਂ ਪਾਸੇ ਚਾਰਜ ਦੇ ਹੀ ਰਹੇ ਹਾਂ, ਮੰਨ ਲਓ ਤੇ ਅਲੱਗ-ਅਲੱਗ ਚਾਰਜ ਦੇ ਰਹੇ ਹਾਂ, ਇੰਡਕਸ਼ਨ ਰਿਡਕਸ਼ਨ ਤਾਂ ਹੁੰਦੀ ਹੀ ਹੈ, ਆਪਾਂ ਅਲੱਗ-ਅਲੱਗ ਚਾਰਜ ਦੇ ਰਹੇ ਹਾਂ। ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਨੋਟ ਕਰਨ ਵਾਲੀ ਕਿ that if plates are given unequal चार्जेस ਆਪਾਂ ਦੇਣ ਜਾ ਰਹੇ ਹਾਂ, ਤੇ ਮੰਨ ਲਓ ਆ ਪਲੇਟ ਹੈਗੀ ਹੈ ਇੱਕ ਇੱਧਰ ਐਂਡ ਇੱਕ ਪਲੇਟ ਹੈਗੀ ਆ, ਠੀਕ ਹੈ। ਹੁਣ ਤੁਸੀਂ ਇਹ ਦੇਖੋ, ਮੰਨ ਲਓ ਆਪਾਂ ਇਸ ਪਲੇਟ ਨੂੰ ਚਾਰਜ ਦਿੰਨੇ ਆ, ਇਹਨੂੰ ਚਾਰਜ ਦਿੰਨੇ ਆ 6 ਮਾਈਕਰੋਕੂਲਮ ਪੋਜ਼ਿਟਿਵ, ਇਹਨੂੰ ਆਪਾਂ ਚਾਰਜ ਦਿੰਨੇ ਆ 4 ਮਾਈਕਰੋਕੂਲਮ ਨੈਗੇਟਿਵ -4 ਮਾਈਕਰੋਕੂਲਮ, ਠੀਕ ਹੈ। ਤਾਂ ਹੁਣ ਆਪਾਂ ਦੇਖੀਏ ਵੀ ਬੇਸਿਕਲੀ ਹੋਏਗਾ ਕੀ ਜਦੋਂ ਆਪਾਂ ਇਹਨੂੰ ਚਾਰਜ ਦਵਾਂਗੇ। ਪਹਿਲੀ ਗੱਲ ਤਾਂ ਬਾਹਰਲੇ ਸਾਈਡਸ ਤੇ ਕਿੰਨਾ ਚਾਰਜ ਆਏਗਾ, ਉਹ ਆਪਾਂ ਕਿ ਸਮ ਬਾਈ 2 1 microcoulomb। 6 ਹਾਂ 2 ਮਾਈਕਰੋਕੂਲਮ ਬਾਈ 2 ਯਾਨੀ 1 ਮਾਈਕਰੋਕੂਲਮ, ਯਾਨੀ ਇਧਰਲੇ ਪਾਸੇ ਪੋਜ਼ਿਟਿਵ ਚਾਰਜ ਆਏਗਾ 1 ਮਾਈਕਰੋਕੂਲਮ ਤੇ ਇਧਰ ਪਾਸੇ ਬਚਿਆ ਕਿੰਨਾ 5। ਤਾਂ ਹੁਣ ਇਧਰਲੇ ਪਾਸੇ ਪੱਕੀ ਗੱਲ ਕਿੰਨਾ ਬਚੇਗਾ -5। ਤੇ ਇਧਰਲੇ ਪਾਸੇ ਕਿੰਨਾ 1 ਮਾਈਕਰੋਕੂਲਮ। ਦੇਖੋ ਤੁਸੀਂ ਆਪਣੇ ਆਪ ਬਣ ਰਹੇ ਨਾ ਦੋਨੋਂ ਮਿਲਾ ਕੇ, ਮੈਂ 4 ਤੇ ਇਹਨਾਂ ਨੂੰ ਮਿਲਾ ਕੇ 6। ਹੁਣ ਤੁਸੀਂ ਦੇਖੋਗੇ ਕਿ ਬੇਸਿਕਲੀ ਇਸ ਜਗ੍ਹਾ ਤੇ ਆਪਾਂ ਕੀ ਕਵਾਂਗੇ, ਹੇਅਰ ਚਾਰਜ ਔਨ ਕੈਪੈਸਿਟਰ ਕੀ ਕਵਾਂਗੇ ਆਪਾਂ 6 ਕਵਾਂਗੇ, 5 microcoulomb। ਹਾਂ 5 ਮਾਈਕਰੋਕੂਲਮ ਕਵਾਂਗੇ। ਬਾਕੀ ਤੁਸੀਂ ਇਹਦੀ ਟੈਨਸ਼ਨ ਨਹੀਂ ਲੈਣੀ, ਇਹਨਾਂ ਦੋਨਾਂ ਨੇ ਨਾ ਤਾਂ ਕੰਟਰੀਬਿਊਟ ਕਰਨਾ ਹੈ ਕੁਝ ਇਲੈਕਟ੍ਰਿਕ ਫੀਲਡ ਚ, ਨਾ ਪੋਟੈਂਸ਼ੀਅਲ ਡਿਫਰੈਂਸ, ਤੇ ਨਾ ਹੀ ਆਪਾਂ ਇਹਨੂੰ ਆਪਾਂ ਡਿਸਕਸ ਕਰਾਂਗੇ। ਆਪਾਂ ਸਿਰਫ ਇਸ ਲਈ ਆਪਾਂ ਮੈਂ ਤੁਹਾਨੂੰ ਕਹਿ ਰਿਹਾ ਇੱਕ ਫੇਜ਼ ਤੇ ਚਾਰਜ ਲੈ ਲਓ ਤੇ ਜਿੰਨਾ ਪੋਜ਼ਿਟਿਵ ਤੇ ਨੈਗੇਟਿਵ ਲੈ ਕੇ ਆਪਾਂ ਜਸਟ ਆਪਾਂ ਡਿਸਕਸ਼ਨ ਕਰ ਰਹੇ ਸੀ। ਤੁਸੀਂ ਜਿਹੜੀ ਚਾਰਜ ਉਹੀ ਲਓਗੇ ਜਿਹੜਾ ਇਨਰ ਫੇਸਿਸ ਤੇ, ਸਿੰਪਲ ਜੀ ਗੱਲ। ਸੋ ਜੇ ਮੰਨ ਲਓ ਕਿਸੇ ਜਗ੍ਹਾ ਐ ਹੋ ਜਾਂਦਾ ਕਿ ਮੰਨ ਲਓ ਇਨਰ ਫੇਸਿਸ ਤੇ ਚਾਰਜ ਖਤਮ ਹੋ ਜਾਂਦਾ, ਮੰਨ ਲਓ ਵਿਦ ਸਮਹਾਉ ਆਪਾਂ ਕੁਝ ਕੀਤਾ ਇਦਾਂ ਦਾ ਕਿ ਆਪਾਂ ਅੰਦਰ ਕੋਈ ਚਾਰਜ ਹੀ ਨਹੀਂ ਹੈਗਾ, ਬਾਹਰ ਚਾਰਜ ਹੈ। ਮੰਨ ਲਓ ਇਧਰ ਬਾਹਰ 2 ਮਾਈਕਰੋਕੂਲਮ ਹੈਗਾ ਤੇ ਇਧਰ ਵੀ ਬਾਹਰ ਇਧਰ 2 ਮਾਈਕਰੋਕੂਲਮ ਹੈਗਾ ਬਾਹਰ, ਤੇ ਇਧਰਲੇ ਪਾਸੇ ਚਾਰਜ ਹੀ ਨਹੀਂਗਾ, 0 ਆ, ਇੱਥੇ ਵੀ 0 ਹੈ। ਤਾਂ ਤੁਸੀਂ ਕੀ ਕਹੋਗੇ ਵੀ ਇਹ ਕੈਪੈਸਿਟਰ ਕੀ ਹੈ, ਇਟ ਇਜ਼ ਨਾਟ ਚਾਰਜ, ਹੈ ਨਾ। ਤੁਸੀਂ ਇਹਨੂੰ ਐਮਪਟੀ ਕੈਪੈਸਿਟਰ ਹੀ ਕਹੋਗੇ।
ਸਮਝ ਲੱਗੀ ਗੱਲ? यस सर ਕਿਉਂਕਿ QH 0 ਹੀ ਕਹੋਗੇ ਤੁਸੀਂ, ਕਿਉਂਕਿ ਤੁਸੀਂ ਉਹ ਚਾਰਜ ਮੰਨਦੇ ਹੋ ਜਿਹੜਾ ਇਨਰ ਫੇਸਿਸ ਤੇ ਜਿਹਦੇ ਕਰਕੇ ਇਲੈਕਟ੍ਰਿਕ ਫੀਲਡ ਹੈ, ਜਿਹਦੇ ਕਰਕੇ ਪੋਟੈਂਸ਼ੀਅਲ ਡਿਫਰੈਂਸ ਹੈ, ਇਹ ਸਾਰਾ ਕੁਝ। ਆ ਆਪਣਾ ਕੈਪੈਸਿਟਰ ਦਾ ਇੱਕ ਬੇਸਿਕ ਇਹ ਗੱਲ ਆਈਡੀਆ, ਇਹਨੂੰ ਬਾਰ-ਬਾਰ ਨਹੀਂ ਲਵਾਂਗੇ ਆਪਾਂ, ਇਸ ਤਰ੍ਹਾਂ ਲੈ ਕੇ ਚੱਲਾਂਗੇ ਨਹੀਂ, ਬਸ ਜਸਟ ਵੈਸੇ ਤੁਹਾਨੂੰ ਸਮਝਾਉਣ ਲਈ ਕਹਿ ਰਿਹਾ ਮੈਂ, ਠੀਕ ਹੈ। यस सर ਹੁਣ ਜਿਵੇਂ ਕੈਪੈਸਿਟੈਂਸ ਦਾ ਤੁਸੀਂ ਐਕਸਪ੍ਰੈਸ਼ਨ ਦੇਖ ਲਿਆ, ਕੈਪੈਸਿਟੈਂਸ ਕੀ ਹੁੰਦਾ ਹੈ? ਕੈਪੈਸਿਟੈਂਸ ਹੁੰਦਾ ਹੈ ਐਪਸਾਈਲਨ ਨੋਟ A ਬਾਈ D, ਠੀਕ ਹੈ। ਤੇ ਮੰਨ ਲਓ ਮੈਂ ਇੱਥੇ ਆਪਾਂ ਗੱਲ ਕਰੀਏ ਹੁਣ 1 ਫੈਰਡ ਕਿਵੇਂ ਬਣੇਗੀ, 1 ਫੈਰਡ ਕੈਪੈਸਿਟੈਂਸ ਦਾ ਕੈਪੈਸਿਟਰ ਕਿਵੇਂ ਬਣੇਗਾ, ਇਹ ਜਸਟ ਤੁਹਾਡੇ ਉਹਦੀ ਨੌਲੇਜ ਲਈ ਹੈ, ਇਹ ਕੋਈ ਤੁਹਾਨੂੰ ਸ਼ਾਇਦ ਪੁੱਛਿਆ ਉਦਾਂ ਨਾ ਜਾਵੇ, ਠੀਕ ਹੈ। ਸੋ ਨੋਟ ਮੈਂ ਕਰਾ ਰਿਹਾ ਤੁਹਾਨੂੰ, 1 ਫੈਰਡ ਜੋ ਹੈ is a big unit of capacitance, ਇਹ ਬਹੁਤ ਵੱਡੀ ਯੂਨਿਟ ਹੈ। 1 ਫੈਰਡ ਬਹੁਤ ਜ਼ਿਆਦਾ ਹੋ ਜਾਏਗਾ, ਆਪਣੇ ਪੱਖਿਆਂ ਪੁੱਖਿਆਂ ਵਿੱਚ ਨਹੀਂ 1 ਫੈਰਡ ਲੱਗੇਗਾ ਕਿਤੇ ਵੀ। ਹੁਣ ਇਹ ਆਪਾਂ ਕਿਵੇਂ ਦੇਖਦੇ ਹਾਂ, ਆਪਾਂ ਮੰਨ ਲਓ ਕੈਪੈਸਿਟੈਂਸ ਆਪਾਂ ਨੂੰ 1 ਆਪਾਂ ਨੂੰ ਚਾਹੀਦਾ ਹੈ, ਤੇ ਮੰਨ ਲਓ ਆਪਾਂ ਜਿਹੜਾ ਡਿਸਟੈਂਸ ਬਿਟਵੀਨ ਪਲੇਟਸ ਹੈ 1 ਮਿਲੀਮੀਟਰ ਰੱਖ ਦਿੰਦੇ ਆ ਜਾਂ 1 ਸੈਂਟੀਮੀਟਰ ਰੱਖ ਦਿੰਦੇ ਆ। ਮੰਨ ਲਓ ਕਿ ਮੈਂ ਤੁਹਾਨੂੰ ਕਿਹਾ ਨਾ ਪਲੇਟਸ ਬਹੁਤ ਨੇੜੇ ਨੇੜੇ ਰੱਖਣੀਆਂ ਨੇ ਆਪਾਂ, डिस्टेंस बिटवीन प्लेट मान लो 1 सेंटीमीटर रखता, जो 1 सेंटीमीटर रखोगे डिस्टेंस, तो बेसिकली ये हो गया 10⁻² मीटर, ठीक है। यस ते कैपेसिटेंस मान लो मैं बनानी चाहना प्लेटां दी कितनी, 1 फैरड 1 फैरड। एप्सिलॉन नॉट दी वैल्यू ਤੁਹਾਨੂੰ ਪਤਾ ਹੀ ਆ 8.854 × 10⁻12। यस सर सो जे मैं ये सारी वैल्यूज पुट करा तो कैपेसिटेंस हो गया 1 फैरड। एप्सिलॉन नॉट की वैल्यू 8.854 × 10⁻12 आ एरिया डिवाइडेड बाय डिस्टेंस कितना 10⁻²। ਜਦੋਂ ਇਹਨੂੰ ਸੋਲਵ ਕਰਕੇ ਤੁਸੀਂ a ਦੀ ਵੈਲਿਊ ਫਾਈਂਡ ਕਰੋਗੇ ਨਾ, ਇੱਥੇ a ਦੀ ਵੈਲਿਊ ਨੀਅਰਲੀ ਆ ਜਾਏਗੀ 10⁻10, ਆ ਦੇਖੋ -2 ਇਹ -10 देगा नीचे ऊपर एक मल्टीप्लाई डिवाइड बाय 8.854 ਇਹ ਆ ਜਾਏਗਾ। ਤੇ ਇਹ ਨੀਅਰਲੀ ਕਿਹਦੇ ਆ ਜਾਏਗਾ, समझ लो कि 10⁻10 ਇਹਨੂੰ 10 ਹੀ ਮੰਨ ਲਓ ਨੀਚੇ ਨੂੰ, ਫਿਲਹਾਲ ਅਸੀਂ 10⁻9 हो गया कि नहीं, 10⁻ नहीं इतना होया, एक मिनट 10⁻12 हाँ ठीक है 10⁻9 हो गया है ना। जे 10⁻9 हो गया एरिया ऑफ प्लेट, मान लो जे स्क्वायर प्लेट ਲਈ ਆਪਾਂ मान लो स्क्वायर प्लेट ਲਈ ਤਾਂ स्क्वायर प्लेट ਦੀ साइड मान लो L है तो L स्क्वायर हो गया ना 10⁻9, यस सर L 10⁻3 मीटर हो गया ना, है ना। हां जी ਤੇ ਇਹ ਲਗਭਗ ਕਿਲੋਮੀਟਰ ਹੀ ਹੋ ਗਿਆ ਤਾਂ, ਉਹ ਨਹੀਂ ਇੱਥੇ 10⁻9 ਦਾ ਰੂਟ ਉਹ ਨਹੀਂ ਆਊਗਾ, 3 ਥੋੜੀ ਆਊਗਾ, 10⁻ ਇਹ ਕੁਝ ਹੋਰ ਆਊਗਾ ਵੈਲਿਊ, ਇਸ ਤੋਂ ਵੀ ਜ਼ਿਆਦਾ ਆਊਗੀ ਨਾ, 10⁻4 ਤਾਂ ਸਿੱਧੀ ਆਊਗੀ, ਹੈ ਨਾ। ਯਾਨੀ ਲਗਭਗ ਨੀਅਰਲੀ 10-12 ਕਿਲੋਮੀਟਰ ਤੋਂ ਵੀ ਟੱਪ ਜਾਊਗਾ ਇਹ, ਠੀਕ ਹੈ। ਗ੍ਰੇਟਰ ਦੈਨ 10 ਕਿਲੋਮੀਟਰ, ਮੈਂ ਸਿੱਧਾ ਹੀ ਬਹੁਤ ਛੋਟੇ ਤੋਂ ਛੋਟਾ ਬਹੁਤ ਜ਼ਿਆਦਾ ਭੈੜਾ ਅਪਰੋਕਸੀਮੇਸ਼ਨ ਵੀ ਕਰਾਂ ਤਾਂ ਵੀ 10 ਕਿਲੋਮੀਟਰ ਤੋਂ ਉੱਪਰ ਹੀ ਹੋਏਗਾ। ਸਮਝ ਲੱਗੀ ਗੱਲ ਸਾਰਿਆਂ ਨੂੰ? यस सर मतलब कि इन्नी 10 किलोमीटर सोच के देखो, 10 किलोमीटर ਵੱਡੀ ਆਪਾਂ ਸਾਈਡ ਵਾਲੀ ਸਕੁਅਰ ਪਲੇਟ ਲੈ ਕੇ ਰੱਖਾਂਗੇ ਫਿਰ 1 ਫੈਰਡ ਬਣੇਗਾ। ਸੋ 1 ਫੈਰਡ ਬਹੁਤ ਵੱਡੀ ਯੂਨਿਟ ਹੈ, ਇਸ ਲਈ ਆਪਣੇ ਕੋਲ ਜਿਹੜੇ ਵੀ ਕੈਪੈਸਿਟਰ ਯੂਜ਼ ਕਰਦੇ ਨਾ ਆਪਾਂ, ਉਹ ਸਾਰੇ ਮਾਈਕਰੋ ਫੈਰਡ ਚ ਹੁੰਦੇ ਆ ਮੋਸਟਲੀ, ਮਾਈਕਰੋ ਫੈਰਡ, ਨੈਨੋ ਫੈਰਡ, ਇਸ ਤਰ੍ਹਾਂ ਮਤਲਬ ਆਪਾਂ ਬਹੁਤ ਹੀ ਘੱਟ ਕੈਪੈਸਿਟੈਂਸ ਵਾਲੇ ਉਹ ਯੂਜ਼ ਕਰਦੇ ਆ ਆਪਣੇ ਯੂਜ਼ਫੁਲ ਜਿਹੜੇ ਆਪਣੇ ਇਲੈਕਟ੍ਰੋਨਿਕਸ ਵਗੈਰਾ ਵਿੱਚ ਯੂਜ਼ ਕਰਦੇ ਆ। ਆ ਗੱਲ ਕਲੀਅਰ ਹੋਈ ਸਭ ਨੂੰ? ਹੁਣ ਬਿਲਕੁਲ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਇੱਕ ਸਫੇਰਿਕਲ ਕੈਪੈਸਿਟਰ ਹੋਵੇ, ਅਗਰ ਪੈਰਲਲ ਪਲੇਟ ਨਾ ਹੋਵੇ, ਸਫੇਰਿਕਲ ਕੈਪੈਸਿਟਰ ਹੋਵੇ ਤਾਂ ਸਫੇਰਿਕਲ ਕੈਪੈਸਿਟਰ ਚ ਵੀ ਉਹੀ ਹੈ। पिछला पेज करियो। हाँ जी सर इधर 10 दी पावर -10 नहीं आएगी? हाँ -10 आएगी, तो वो -10 फिर इधर मैं एरिया पता करना सी ना, वो नीचे आ जाएगी, फिर वो मैं ऊपर ले गया फिर एरिया फाइंड करनी, ठीक है। हाँ जी कोई नहीं, ये तो कैलकुलेशन है, तुसी देख लो, मैं इतने बहुत तवज्जो नहीं दिंदा, ये तो कोई बड़ी गल नहीं, तुसी गल समझ लो कि वो बहुत 1 फैरड बहुत बड़ी यूनिट है बस, ठीक है। स्फेरिकल कैपेसिटर की हुंदा है, ਇਹ ਚ ਕੀ ਹੁੰਦਾ ਹੈ, ਜਿਵੇਂ ਪਲੇਟ ਦੇ ਨੇੜੇ ਪਲੇਟ ਰੱਖੀ ਸੀ, है ना, ਇੱਥੇ ਆਪਾਂ ਕੀ ਕਰਦੇ ਆ, ਆਪਾਂ ਇੱਕ ਕੰਡਕਟਰ ਲੈਣੇ ਆ ਸਫੇਰਿਕਲ, ਤੇ ਉਹਦੇ ਬਾਹਰ ਇੱਕ ਹੋਰ ਸਫੇਅਰ ਲੈ ਲੈਂਦੇ ਆ, ਠੀਕ ਹੈ। ਤੇ ਉਹਦੀ ਕਰ ਦਿੰਦੇ ਆਪਾਂ ਅਰਥਿੰਗ ਬੇਸਿਕਲੀ, ਠੀਕ ਹੈ। ਸੋ ਉਹਦਾ ਪੋਟੈਂਸ਼ੀਅਲ 0 ਹੀ ਹੈ, ਠੀਕ ਹੈ। ਆਪਾਂ ਮੰਨ ਲਓ ਅੰਦਰ ਵਾਲੇ ਪਾਸੇ ਚਾਰਜ ਦਿੱਤਾ ਹੈ +Q, ਆਪਾਂ ਉਹਨੂੰ ਸਰਫੇਸ ਤੇ ਅਸਿਊਮ ਕਰ ਰਹੇ ਹਾਂ, ਆਬਵੀਅਸਲੀ ਤੁਹਾਨੂੰ ਪਤਾ ਹੈ ਕੰਡਕਟਰ ਹੈ, ਤੇ ਇਨਰ ਸਰਫੇਸ ਤੇ ਵੀ ਚਾਰਜ ਆਏਗਾ, ਹੈ ਨਾ, -Q,
ਤੇ ਇਹਦੇ ਚ ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ, ਇਲੈਕਟ੍ਰਿਕ ਫੀਲਡ ਦੇ ਬਿਨਾਂ ਤਾਂ ਦੇਖੋ ਪੋਟੈਂਸ਼ੀਅਲ ਡਿਫਰੈਂਸ ਹੀ ਨਹੀਂ ਹੋਣਾ ਸੀ, ਉਹ ਇਧਰੋਂ ਇਧਰ ਨੂੰ ਹੋਏਗਾ ਨਾ, Yes, sir. ਇਹਦੇ ਕਰਕੇ ਪੋਟੈਂਸ਼ੀਅਲ ਡਿਫਰੈਂਸ ਹੋਏਗਾ। ਪੋਟੈਂਸ਼ੀਅਲ ਡਿਫਰੈਂਸ ਹਾਲਾਂਕਿ ਤੁਹਾਨੂੰ ਪਤਾ ਹੀ ਹੈ, ਪੋਟੈਂਸ਼ੀਅਲ ਡਿਫਰੈਂਸ ਆਪਾਂ ਇਹ ਦੇਖ ਚੁੱਕੇ ਹਾਂ ਵੀ ਕਿਵੇਂ ਆਉਂਦਾ ਹੈ। ਆਪਣਾ ਬਾਹਰਲੇ ਦਾ ਪੋਟੈਂਸ਼ੀਅਲ 0 ਹੈ, ਤੁਸੀਂ ਅੰਦਰਲੇ ਪੋਟੈਂਸ਼ੀਅਲ ਪਤਾ ਕਰ ਲਓਗੇ ਤਾਂ ਉਹੀ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਬਸ, ਹਨਾ। Yes, sir. ਤੇ ਆਪਾਂ ਇਹਦੇ ਚ ਕਪੈਸਿਟਰ ਕੀ ਆ, ਆਊਟਰ ਤੇ ਇਨਰ ਸਰਫੇਸਿਸ ਤੋਂ ਮਿਲ ਕੇ ਬਣ ਰਿਹਾ ਵਾ, ਬਾਹਰ ਵਾਲੇ ਸਰਫੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਨੂੰ ਵੈਸੇ ਵੀ, ਠੀਕ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ Q ਹੁੰਦਾ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ, C × V ਦੇ ਬਰਾਬਰ ਹੁੰਦਾ ਹੈ, ਠੀਕ ਹੈ। ਤੇ ਇੱਥੇ ਜੇ ਮੈਂ ਗੱਲ ਕਰਾਂ ਆਹ ਪੁਆਇੰਟ ਨੂੰ ਮੰਨ ਲਓ ਮੈਂ 1 ਮੰਨ ਲੈਣਾ ਹੈ ਇੱਥੇ, ਤੇ ਇਹਨੂੰ ਮੰਨ ਲੈਣਾ ਪੁਆਇੰਟ ਨੂੰ 2, ਤਾਂ ਬੇਸਿਕਲੀ ਕਿਉਂਕਿ ਪੋਟੈਂਸ਼ੀਅਲ ਐਟ 2 ਕਿੰਨਾ ਆ, 0. देयरफॉर ਜਿਹੜਾ V1 - V2 ਹੋਏਗਾ ਬੇਸਿਕਲੀ ਉਹ V1 ਹੀ ਹੋਏਗਾ, Yes, sir. है ना, तो V ही होएगा फिर ਇਹਦਾ ਮਤਲਬ V से I वाला V, ਤਾਂ V ਦੀ ਵੈਲਿਊ ਕਿਹਦੇ ਬਰਾਬਰ ਆਏਗੀ, ਜਿਹੜਾ ਪੋਟੈਂਸ਼ੀਅਲ ਹੋਏਗਾ ਬਸ ਇਨਰ ਸ਼ੈਲ ਤੇ। ਹੁਣ ਇਨਰ ਸ਼ੈਲ ਤੇ ਪੋਟੈਂਸ਼ੀਅਲ ਕਿੰਨਾ ਹੋਏਗਾ, ਇਹਦਾ ਬਹੁਤ ਸੌਖਾ ਹੈ ਨਾ ਲਿਖਣਾ, KQ/A। ਆਦਾ ਰੇਡੀਅਸ ਲੈ ਲਓ ਨਾ, ਇਹਦਾ ਰੇਡੀਅਸ ਮੰਨ ਲਓ ਤੁਸੀਂ A ਹੈ, ਤੇ ਇਹ ਬਾਹਰਲੇ ਦਾ ਰੇਡੀਅਸ ਮੰਨ ਲਓ B ਹੈ, ਠੀਕ ਹੈ। KQ/A आगे की होएगा -KQ/B। हाँ -Q/B and -KQ/B लिख सकते हैं ਤੁਸੀਂ। बेसिकली पोटेंशियल ਤੁਹਾਡਾ ਆ ਗਿਆ KQ 1/A - 1/B, Yes, sir. या फिर ਤੁਸੀਂ ਲਿਖ ਦਿਓ KQ B - A/AB। देयरफॉर ਜੇ ਤੁਸੀਂ ਕਪੈਸਿਟੈਂਸ ਲਿਖਣਾ ਹੈ ਤਾਂ ਕਪੈਸਿਟੈਂਸ ਤੇ ਸਿਗਮਾ ਸੁਗਮਾ ਦੀ ਲੋੜ ਨਹੀਂ ਪਈ, ਆਪਾਂ ਨੂੰ ਆਪਾਂ Q ਨਾਲ ਸਾਰ ਲਿਆ, Q/V, है ना। तो Q/V करोगे तो की आएगा दोस्तों, न्यूमरेटर च की आएगा AB, तो डिनोमिनेटर जाएगा K × B - A आएगा ना। Yes, sir. तो K की वैल्यू लिखोगे 1/4πε0, तो बेसिकली ये न्यूमरेटर च चल जाता है 4πε0 AB बाय आंसर है। ਹੁਣ ਵੈਸੇ ਪਤਾ ਕੀ ਹੈ, ਜਦੋਂ ਨਿਊਮੈਰੀਕਲ ਵਗੈਰਾ ਕਰਨੇ ਹੁੰਦੇ ਨਾ, ਆਪਾਂ ਪ੍ਰੈਫਰ ਕਰਦੇ ਆ ਕਿ 1/K ਜਿਹੜਾ ਹੈਗਾ ਨੀਚੇ K ਦੀ ਵੈਲਿਊ ਨੀਚੇ ਭੁੰਜੇ ਪੁੱਟ ਕਰਦੇ ਆ, ਥੱਲੇ ਹੀ ਆਪਾਂ ਮਤਲਬ ਕਿ 9 × 10⁻9, ਠੀਕ ਹੈ। ਆਪਾਂ ਉੱਪਰ ਨਹੀਂ ਪੁੱਟ ਕਰਦੇ, ਕਿਉਂ ਨਹੀਂ ਪੁੱਟ ਕਰਦੇ, ਕਿਉਂਕਿ ਉਹ ਫਿਰ ਆਪਾਂ ਉੱਪਰ ਪੁੱਟ ਕਰਾਂਗੇ 4 ਫਿਰ ਪਾਈ 3.42, ਫਿਰ ਐਪਸਿਲਨ ਦੀ ਵੈਲਿਊ 8.854 10⁻12, ਇੰਨਾ ਪੰਗਾ ਕਾਹਨੂੰ ਲੈਣਾ ਆਪਾਂ ਡਿਨੋਮੀਨੇਟਰ ਚ 9 × 10⁻9 ਪੁੱਟ ਕਰਾਂਗੇ, ਗੱਲ ਖਤਮ। ਸਮਝ ਲੱਗੀ ਗੱਲ। Yes, sir. Yes, sir. ਇਹ ਆਪਣਾ ਕੈਪੈਸਿਟੈਂਸ ਹੋ ਗਿਆ ਪਹਿਲੇ, ਉਹਦਾ ਕਹਿੰਦੇ ਆ ਸਫੇਰਿਕਲ ਕੈਪੈਸਿਟਰ, ਜਿਹਦੇ ਵਿੱਚ ਕਿ B ਕੀ ਹੈ, ਵੱਡੇ ਵਾਲੇ ਦਾ ਰੇਡੀਅਸ, ਵੱਡੇ ਵਿੱਚੋਂ ਛੋਟਾ ਮਾਈਨਸ ਕਰਨਾ, ਯਾਦ ਰੱਖਣੀ ਚਾਹੀਏ, ਹਾਂ, ਉੱਪਰ ਦਾ ਦੋਨਾਂ ਨੂੰ ਗੁਣਾ ਹੀ ਕਰਨਾ ਹੈ। ਇਸੇ ਤਰ੍ਹਾਂ ਹੀ ਜੇ ਮੈਂ ਇਹਦੀ ਗੱਲ ਕਰਾਂ, ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਹੈ, ਉਹ ਹੈਗਾ ਕੈਪੈਸਿਟੈਂਸ ਆਫ ਆਈਸੋਲੇਟਿਡ ਸਫੀਅਰ। ਕੈਪੈਸਿਟੈਂਸ ਆਫ ਆਈਸੋਲੇਟਿਡ ਸਫੀਅਰ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸ ਹੀ ਰਿਹਾ ਸੀ ਨਾ ਕਿ ਆਈਸੋਲੇਟਿਡ ਕੋਈ ਕੰਡਕਟਰ ਹੈ, ਉਹਦੇ ਪਰ ਵੀ ਚਾਰਜ ਆਉਂਦਾ ਹੀ ਹੈ ਨਾ। ਸੋ ਜੇ ਮੈਂ ਆਈਸੋਲੇਟਿਡ ਇੱਕ ਸਫੀਅਰ ਲੈ ਲਵਾਂ, ਬਸ ਇਹਦੇ ਆਸ-ਪਾਸ ਕੁਝ ਹੈ ਹੀ ਨਹੀਂ, ਮਤਲਬ ਦੂਜਾ ਹੈ ਹੀ ਨਹੀਂ ਕੋਈ, ਤੇ ਇਹ ਸਿਰਫ ਚਾਰਜ ਹੈਗਾ Q, ਇਸ ਤਰ੍ਹਾਂ, ਤੇ ਇਹਦਾ ਰੇਡੀਅਸ ਹੈਗਾ ਮੰਨ ਲਓ A, ਬਸ। ਤੇ ਹੁਣ ਇਹਦੇ ਚ ਦੂਜਾ ਤਾਂ ਹੈ ਹੀ ਨਹੀਂ ਕੋਈ, ਇਹਦੇ ਕਰਕੇ ਇਲੈਕਟ੍ਰਿਕ ਫੀਲਡ ਤਾਂ ਇੱਧਰ ਹੀ ਹੋਏਗਾ ਕਿ ਨਹੀਂ, ਐ Yes, sir. ਹਨਾ। ਹੁਣ ਇਹਦੇ ਚ ਆਪਾਂ ਕੀ ਇਮੇਜਿਨ ਕਰਦੇ ਹਾਂ, ਸੋਚ ਕੇ ਦੇਖੋ ਬਹੁਤ ਧਿਆਨ ਨਾਲ। ਬੇਸਿਕਲੀ ਇੱਥੇ ਕੀ ਕਰਦੇ ਹਾਂ ਅਸੀਂ, ਨਾਰਮਲੀ ਸਾਨੂੰ ਪਤਾ ਹੈ ਕਿ ਕੈਪੈਸਿਟੈਂਸ ਆਫ ਅ ਸਫੇਰਿਕਲ ਕੈਪੈਸਿਟਰ ਕੀ ਹੁੰਦਾ ਹੈ, 4πε0 ਹੁੰਦਾ ਹੈ, AB ਹੁੰਦਾ ਹੈ ਬਟਾ B - A ਹੁੰਦਾ ਹੈ ਨਾ। Yes, sir. ਵੈਸੇ ਵੀ ਇਹਦੇ ਬਾਹਰ ਵਾਲਾ ਦੂਜਾ ਕੈਪੈਸਿਟਰ ਹੁੰਦਾ ਸੀ, ਜਿਹੜਾ ਦੂਜਾ ਉਹਨੂੰ ਆਪਾਂ ਅਰਥਿੰਗ ਕਰਦੇ ਹਾਂ ਨਾ, Yes, sir. ਉਹ ਦੂਜਾ ਸਮਝ ਲਓ ਬਹੁਤ ਵੱਡਾ ਹੋ ਗਿਆ, ਹੋਰ ਵੱਡਾ ਹੋ ਗਿਆ, ਇਨਫਿਨਿਟੀ ਤੇ ਚਲਾ ਗਿਆ, ਸਮਝ ਲਓ, ਮਤਲਬ ਇੰਨਾ ਵੱਡਾ ਹੋ ਗਿਆ ਕਿ ਇਹਦਾ ਉਹਦੇ ਤੱਕ ਅਸਰ ਨਹੀਂ ਰਿਹਾ, ਤਾਂ ਹੀ ਤਾਂ ਇਹ ਆਈਸੋਲੇਟਿਡ ਆ ਨਾ। Yes, sir. ਬੇਸਿਕਲੀ ਇਸ ਜਗ੍ਹਾ ਤੇ ਆਪਾਂ ਮੰਨ ਕੇ ਜਾ ਸਕਦੇ ਕਿ ਜਿਹੜਾ ਦੂਜਾ ਸਫੀਅਰ ਹੈਗਾ ਉਹ ਬਹੁਤ ਦੂਰ ਆ, ਤਾਂ ਆਪਾਂ ਕਹਿ ਸਕਦੇ ਇੱਥੇ ਜਿਹੜਾ B ਹੈ ਉਹ ਬਹੁਤ ਜ਼ਿਆਦਾ ਵੱਡਾ ਹੈ, ਜਾਂ ਫਿਰ ਕਹਿ ਲਓ A ਨਾਲ, ਠੀਕ ਹੈ। Yes, sir. ਵੀ ਕੈਨ ਅਸਿਊਮ ਦੈਟ ਕਿ ਦੂਸਰਾ ਹੈ ਪਰ ਬਹੁਤ ਦੂਰ ਹੈ, ਤੇ ਪੋਟੈਂਸ਼ੀਅਲ ਤਾਂ 0 ਹੀ ਹੋਇਆ ਨਾ, ਕਿਉਂਕਿ ਬਹੁਤ ਦੂਰ ਹੈ, ਠੀਕ ਹੈ। ਆਪਾਂ ਮੰਨ ਕੇ ਚੱਲਦੇ ਹਾਂ, ਫਿਲਹਾਲ ਆਪਾਂ ਇਹਦੇ ਚਾਰਜ ਦੀ ਇਹਦੀ ਕੈਪੈਸਿਟੈਂਸ ਦੀ ਗੱਲ ਕਰ ਰਹੇ ਹਾਂ, ਇਹਨੂੰ ਚਾਰਜ ਦੇਣਾ ਬਸ ਆਪਾਂ। ਤਾਂ ਇਹਦਾ ਕੈਪੈਸਿਟੈਂਸ ਜਿਹੜਾ ਹੈ ਉਹ ਕੀ ਆਏਗਾ, ਜੇ B ਬਹੁਤ ਵੱਡਾ ਹੋ ਗਿਆ ਤਾਂ B ਉੱਪਰ ਨਹੀਂ ਨੈਗਲੈਕਟ ਹੋਏਗਾ, ਠੀਕ ਹੈ, B ਨੀਚੇ ਨੈਗਲੈਕਟ ਹੋਏਗਾ, ਉਹ ਸੌਰੀ B ਵੱਡਾ ਹੋ ਗਿਆ ਤਾਂ A ਨੈਗਲੈਕਟ ਹੋਏਗਾ ਨਾ, A ਨੈਗਲੈਕਟ ਹੋਏਗਾ।
है ना 4 पाई एप्सिलॉन नॉट ते की आ रहेगा फिर ए बी ओवर बी और भी ते बी ना बी फिर कटे जाएगा जितना मर्जी बड़ा होगा तो कैपेसिटेंस की आएगी 4 पाई एप्सिलॉन टाइम्स ए इज द रेडियस या जा ਆਪਾਂ ਸੌਖਾ ਲਿਖੀਏ ਤਾਂ 4 ਪਾਈ ਐਪਸਿਲਨ ਨॉट ਸਿੱਧੇ ਰੇਡੀਅਸ ਨੂੰ ਗੁਣਾ ਕਰਦੇ ਆ ਤਾਂ ਉਹਦਾ ਕੈਪੈਸਿਟੈਂਸ ਆਫ ਆਈਸੋਲੇਟਡ ਉਹ ਆ ਜਾਂਦਾ ਸਮਝ ਲੱਗੀ ਗੱਲ यस Yes, sir. Yes, sir. ਹੁਣ ਇੱਥੇ ਆਪਾਂ ਇਲੈਕਟ੍ਰਿਕ ਫੀਲਡ ਨੂੰ ਨਾ ਸਿਗਮਾ ਬਾਈ ਐਪਸਿਲਨ ਨॉट ਵਰਗਾ ਨਹੀਂ ਸੋਚ ਸਕਦੇ ਸੀ ਕੁਝ ਕਿਉਂਕਿ ਦੂਜਾ ਇੰਨੀ ਦੂਰ ਹੈਗਾ ਕਿ ਉਹ ਫਿਰ ਉਹਦੇ ਲਈ ਇਲੈਕਟ੍ਰਿਕ ਫੀਲਡ ਯੂਨੀਫਾਰਮ ਨਹੀਂ ਨਾ ਰਹਿ ਜਾਂਦਾ ਆਪਣਾ ਹਨਾ ਇਲੈਕਟ੍ਰਿਕ ਫੀਲਡ ਯੂਨੀਫਾਰਮ ਹੀ ਨਹੀਂ ਹੈ ਤੇ ਦੂਜਾ ਕੰਡਕਟਰ ਬਹੁਤ ਨੇੜੇ ਅਦਰਵਾਈਜ਼ ਆਪਾਂ ਮੰਨ ਕੇ ਚੱਲ ਰਹੇ ਸੀ ਪਰ ਬਹੁਤ ਦੂਰ ਹੈ ਤਾਂ ਫਿਰ ਆਪਾਂ ਇਸ ਤਰ੍ਹਾਂ ਨਹੀਂ ਮੰਨਦੇ ਹੁਣ ਜਿਹੜੀ ਆਪਣੀ ਗੱਲ ਕਰੀਏ ਆਪਾਂ ਵੀ ਜੇ ਆਪਾਂ ਆਈਸੋਲੇਟਿਡ ਸਫੀਅਰ ਵਾਲਾ ਜਿਹੜਾ ਯੂਜ਼ ਕਰਕੇ ਆਪਾਂ ਗੱਲ ਕਰ ਸਕਦੇ ਅਰਥ ਦੀ ਤੇ ਅਰਥ ਵੀ ਆਪਣੀ ਜਿਹੜੀ ਹੈ ਅਰਥ can be treated as spherical capacitor यस सर है ना हाँ जी क्योंकि अर्थ भी स्फीयर ਹੁਣ अर्थ ਵਿੱਚ ਕੀ ਆਪਾਂ ਫਿਰ अर्थ ਦਾ c ਕੀ ਲਵਾਂਗੇ r where r is the radius of earth यस radius of earth ਲਵਾਂਗੇ ਨਾ ਤੇ radius of earth 6400 ਕਿਲੋਮੀਟਰ ਦੇ ਲਗਭਗ ਹੁੰਦਾ ਆ ਇਹਨੂੰ ਤੁਸੀਂ ਮੀਟਰਾਂ ਮੋਟਰਾਂ ਚ ਕਰ ਲਿਓ ਇਹ ਆ ਜਾਊਗਾ 6400 ਇੰਨੇ ਮੀਟਰ ਹੋ ਜਾਊਗਾ हाँ जी 6.4 10 पर 6 ਹੋ ਗਿਆ ਤੇ ਇੱਥੇ ਜੇ ਪੂਰੀ ਵੈਲਿਊਜ਼ ਪੁੱਟ ਕਰੋਗੇ c ਦੇ ਵਿੱਚ ਤੁਸੀਂ ਤਾਂ 4 ਪਾਈ ਦੀ ਵੈਲਿਊ 3.14 ਐਂ ਤਾਂ ਡਿਨੋਮੀਨੇਟਰ 9 to 10 पर 9 ਵੀ ਲਿਖ ਸਕਦਾ ਸੀ ਮੈਂ ਇਸ ਵੈਸੇ ਤਾਂ ਚਲੋ ਤੇ ਜੋ ਵੀ ਆਏਗਾ 8.854 into 10 पर -12 ਫਿਰ ਆਊਗਾ 6.4 10 पर 6 ਠੀਕ ਹੈ ਇਸ ਤਰ੍ਹਾਂ ਕਰਕੇ ਇਹ ਨੇੜੇ ਤੇੜੇ ਆਏਗਾ ਤੁਸੀਂ ਇਹਨੂੰ ਕੈਲਕੂਲੇਟ ਕਰ ਲਓ 711 ਮਾਈਕਰੋਫੈਰਡ ਤੁਸੀਂ ਕਿਹਨਾਂ ਲੈ ਦੇਖੋ ਅਰਥ ਦਾ ਵੀ ਮਤਲਬ 711 ਮਾਈਕਰੋਫੈਰਡ ਆਇਆ ਯਾਨੀ 1 ਫੈਰਡ ਵੀ ਨਹੀਂ ਆਇਆ ਸੋ ਤੁਸੀਂ ਇਹਨੂੰ ਕਰਕੇ ਦੇਖ ਲਓ ਇੱਕ ਵਾਰੀ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਲੀਅਰ ਹੈ ਗੱਲ ਸਭ ਨੂੰ हाँ जी ਸੋ ਆਪਾਂ ਅਰਥ ਨੂੰ ਐ ਮੰਨ ਕੇ ਚੱਲਦੇ ਹਾਂ ਕਿ ਅਰਥ ਵੀ ਬਹੁਤ ਵੱਡਾ ਕੈਪੈਸਿਟਰ ਹੈ ਆਪਣਾ ਫਿਲਹਾਲ ਤੇ ਉਹਦਾ ਰੇਡੀਅਸ ਦੇ ਹਿਸਾਬ ਨਾਲ ਆਪਾਂ ਦੇਖ ਲਿਆ ਵੀ ਆ ਵੈਲਿਊਜ਼ ਪੁੱਟ ਕਰਕੇ ਵੀ ਆ ਆਪਣਾ ਅਰਥ ਅਰਥ ਦੇ ਬਾਹਰ ਕੋਈ ਕੰਡਕਟਿੰਗ ਕੋਈ ਇਦਾਂ ਦਾ ਕੁਝ ਉਹ ਰੱਖਿਆ ਨਹੀਂ ਆਪਾਂ ਪਹਿਲੀ ਗੱਲ ਤਾਂ ਦੂਜਾ ਅਰਥ ਨੂੰ ਚਾਰਜ ਦੇਣ ਬਾਰੇ ਇੱਕ ਕੁਐਸਚਨ ਸੀਗਾ ਉਸ ਦਿਨ ਪਤਾ ਨਹੀਂ ਕਿਹਦਾ ਮੈਨੂੰ ਕਿਸੇ ਬੱਚੇ ਨੇ ਪੁੱਛਿਆ ਕਿ ਸਰ ਅਰਥ ਨੂੰ ਚਾਰਜ ਕਿਵੇਂ ਦੇ ਦਿੰਦੇ ਆਪਾਂ ਵੀ ਚਾਰਜ ਉਹਦਾ ਮਿੱਟੀ ਘੱਟਾ ਹੈਗਾ ਵਾ ਤੇ ਕੰਡਕਟਰ ਵੀ ਹੈ ਨਹੀਂਗਾ ਕਿ ਕਿਵੇਂ ਦਿੰਦੇ ਨੇ ਬੇਸਿਕਲੀ ਜੋ ਆਪਾਂ ਅਰਥਿੰਗ ਕਰਦੇ ਆ ਨਾ ਅਰਥਿੰਗ ਜਦੋਂ ਮਕਾਨ ਬਣ ਰਿਹਾ ਹੁੰਦਾ ਬਿਲਡਿੰਗ ਬਣ ਰਹੀ ਹੁੰਦੀ ਹੈ ਨਾ ਅਰਥਿੰਗ ਵਾਇਰ ਲਈ ਅਰਥ ਵਿੱਚ ਪਹਿਲਾਂ ਨਾ ਜੋ ਨੀਹਾਂ ਪੱਟਦੇ ਆ ਤਾਂ ਬਹੁਤ ਟੋਆ ਡੂੰਘਾ ਪੱਟ ਕੇ ਉੱਥੇ ਜਾ ਕੇ ਇੱਕ ਮੈਟਲ ਪਲੇਟ ਨੀਚੇ ਫਿੱਟ ਕਰਦੇ ਆ ਉਸ ਤੋਂ ਫਿਰ ਬਹੁਤ ਮੋਟੀ ਵਾਇਰ ਆਂਦੀ ਹੈ ਉੱਪਰ ਉਸ ਵਾਇਰ ਨੂੰ ਪੂਰੇ ਘਰ ਦੇ ਵਿੱਚ ਅਰਥਿੰਗ ਕੀਤੀ ਜਾਂਦੀ ਹੈ ਸੋ ਜਦੋਂ ਤੁਹਾਨੂੰ ਅਰਥਿੰਗ ਕਹਿੰਦੇ ਨਾਲ ਅਰਥਿੰਗ ਕਰਦੀ ਤਾਂ ਆਪਣੇ ਕੋਲ ਸਾਰਿਆਂ ਕੋਲ ਪੁਆਇੰਟ ਹੁੰਦਾ ਹੈ ਅਰਥ ਵਾਲਾ ਆਪਾਂ ਉਹਦੇ ਨਾਲ ਜੋੜਦੇ ਆ ਬਸ ਚਾਰਜ ਫਲੋ ਕਰ ਜਾਂਦਾ ਨੀਚੇ ਸਾਰਾ ਹੁਣ ਆਪਾਂ ਕਹੀਏ ਕਿ ਨਹੀਂ ਜੀ ਅਰਥਿੰਗ ਕਰਤੀ ਮੈਂ ਬਸ ਮਿੱਟੀ ਨੂੰ ਹੱਥ ਲਾ ਦੇਵਾਂ ਜਾਂ ਸੁੱਕੀ ਮਿੱਟੀ ਨੂੰ ਜਾਂ ਉਹਨੂੰ ਤਾਂ ਇਹਦੇ ਨਾਲ ਕੁਝ ਹੋ ਜਾਏਗਾ ਮਤਲਬ ਇਸ ਤਰ੍ਹਾਂ ਨਹੀਂ ਆਪਾਂ ਥੋੜਾ ਉਹਨੂੰ ਸਮਝੋ ਟੈਕਨੀਕਲੀ ਉਹ ਅਲੱਗ ਹੁੰਦੀ ਹੈ ਆਪਾਂ ਲੈਂਗੁਏਜ ਇਸ ਤਰ੍ਹਾਂ ਹੀ ਅਲੱਗ ਯੂਜ਼ ਕਰਦੇ ਹਾਂ ਹਾਂਜੀ शुभम यस सर सर जो हमने लास्ट किया कैपेसिटर ऑफ आइसोलेटेड स्फीयर हाँ जी कैपेसिटेंस ऑफ आइसोलेट सर उसमें हमने सर अर्थिंग नहीं की किसी उसकी दूसरा वाला हमने जो कैपेसिटर जो दूसरा बाहर वाला स्फीयर मान लिया ना हमने बहुत बड़ा है वो ठीक है बहुत बड़ा है इससे बहुत दूर है वो ठीक है तो हमने यहाँ पे बस उसे पुराने एक्सप्रेशन से ही वो एक्सप्रेशन डिराइव किया हमने कि बी बहुत बड़ा हो गया ए रेडियस छोटा है बी बहुत बड़ा है बस सर हम जो मतलब अर्थिंग करते हैं वो आउटर वाले की करते हैं हमेशा हाँ इनर वाले की भी करेंगे तो कैपेसिटर अलग आएगा वो यहाँ पे मैं अभी करवाने रहा हूँ हम बाद में जाके करेंगे ओके सर यानी बेसिकली तो देखो आपको इधर जो प्लेटें मैंने दिखाई थी मैं इधर वाली को मेन मान लेता इसको चार्ज देता इसको अर्थिंग कर देता तो जो मेरा पॉजिटिव चार्ज इस पे आया था नेगेटिव इस पे आया था तो मेरे लिए दोनों प्लेटों में कोई खास तो है नहीं ना फर्क यस उनका एरिया भी सेम है और उनका वो सब भी सेम है दोनों कंडक्टिंग प्लेट्स हैं तो कौन सी प्लेट को चार्ज दिया गया और कौन सी को नहीं ये मैटर नहीं करता है बाद में हम यही देखेंगे कैपेसिटर कई बार उल्टा भी चार्ज हो जाता है जैसे इधर वाली पे चार्ज आया था पॉजिटिव उधर वाली पे नेगेटिव कई बार ऐसा भी आया था ठीक है और इसका जो सिंबल होता है देखो अभी सिंबल की आप यूज करते हैं जिवें आप ਤੁਸੀਂ रेजिस्टेंस ਕੀਤੀ ਸੀ ਨਾ ਐ ਕਰਕੇ रेजिस्टेंस ਦਾ ਸਿੰਬਲ ਹੁੰਦਾ ਸੀ ਸਰਕਟ ਦੇ ਵਿੱਚ ਕਿਤੇ ਵੀ
ਤੇ ਆ ਆਪਣੀ ਬੈਟਰੀ ਦਾ ਸਿੰਬਲ ਹੁੰਦਾ ਸੀ ਹਨਾ, ਬਲਬ ਦਾ ਵੀ ਐਂ ਕਰਕੇ ਪਤਾ ਨਹੀਂ ਐਂ ਕਰਕੇ ਇਹੋ ਜਿਹਾ ਕੁਝ ਬਣਾਇਆ ਹੁੰਦਾ ਸੀ ਨਾ। यस सर। ਚਲੋ ਇਸ ਤਰ੍ਹਾਂ ਹੀ ਕੈਪੈਸਿਟਰ ਦਾ ਸਿੰਬਲ ਕੀ ਹੁੰਦਾ, ਇਸ ਤਰ੍ਹਾਂ ਦਾ ਹੁੰਦਾ ਹੈ, ਇਸ ਤਰ੍ਹਾਂ ਕਰਕੇ ਬਸ ਆਪਾਂ ਦੋ ਇਸ ਤਰ੍ਹਾਂ ਪੈਰਲਲ ਪਲੇਟਸ 'ਚ ਬਣਾ ਕੇ ਬਸ ਐਂ ਛੱਡਦੇ ਬਸ ਸਰਕਟ 'ਚ ਐਂ ਲੱਗਿਆ ਹੁੰਦਾ। ਦਿਸ ਇਜ਼ ਅ ਸਿੰਬਲ ਆਫ ਕੈਪੈਸਿਟੈਂਸ। ਠੀਕ ਹੈ, ਕੈਪੈਸਿਟਰ ਸ਼ਬਦ ਕੈਪੈਸਿਟਰ ਡਿਵਾਈਸ ਨੂੰ ਕਹਿੰਦੇ ਨੇ, ਕੈਪੈਸਿਟੈਂਸ ਉਹਦੀ ਕੈਪੈਸਿਟੀ ਨੂੰ ਕਹਿੰਦੇ ਵੀ ਉਹਦੀ ਕੈਪੈਸਿਟੀ ਕਿੰਨੀ ਹੈ, ਕਿੰਨੇ ਫੈਰਡ ਹੈ, ਉਹ ਕੈਪੈਸਿਟੀ। ਤੇ ਜੇ ਵੇਰੀਏਬਲ ਕੈਪੈਸਿਟਰ ਹੋਵੇ, ਜਿਹਦੀ ਜਿਹਦੀ ਕੈਪੈਸਿਟੀ ਬਦਲ ਰਹੀ ਹੋਵੇ, ਤਾਂ ਉਹਦੇ ਲਈ ਆਪਾਂ ਇਹ ਬਣਾ ਕੇ ਨਾ ਇਹਦੇ ਉੱਪਰ ਐਰੋ ਪਾ ਦਿੰਦੇ ਆ ਇਸ ਤਰ੍ਹਾਂ ਦਾ। ਬਸ ਇਹਦਾ ਮਤਲਬ ਵੀ ਇਹ ਸਮਝ ਲਓ ਇਹ ਵੱਧ ਘੱਟ ਸਕਦਾ ਹੈ। ਜਿਵੇਂ ਬੈਟਰੀ ਵੀ ਹੁੰਦੀ ਨਾ, ਬੈਟਰੀ ਵੀ ਆਪਾਂ ਐਂ ਬਣਾ ਦਿੰਦੇ ਆ ਕਈ ਵਾਰੀ ਐਂ ਕਰਕੇ, ਇਹਦਾ ਮਤਲਬ ਵੀ ਬੈਟਰੀ ਜਿਹੜੀ ਆ ਉਹ ਤੁਸੀਂ ਦੱਸ ਨਹੀਂ ਸਕਦੇ ਵੀ ਕਿੰਨੇ ਵੋਲਟ ਦੀ ਹੈ, ਇਹਦਾ ਵੋਲਟੇਜ ਤੁਸੀਂ ਬਦਲ ਸਕਦੇ ਹੋ, 4 ਵੀ ਹੋ ਸਕਦੀ ਹੈ, 5 ਵੀ, ਫਿਰ 6 ਕਰ ਦੂੰਗਾ। ਉਹਦੇ ਅੱਗੇ ਨੌਬ ਜਿਹਾ ਲੱਗਿਆ ਹੁੰਦਾ, ਸਮਝ ਲਓ ਜਿਹੜਾ ਹੁੰਦਾ ਨਾ ਉਹ ਜਿਸ ਤਰ੍ਹਾਂ ਟਿਊਨ ਕਰਦੇ ਹੋ ਤੁਸੀਂ ਰੇਡੀਓ ਚੈਨਲ ਜਾਂ ਕੁਝ ਵੀ, ਉਸ ਤਰ੍ਹਾਂ ਵੀ ਉਹ ਆ ਬੇਸਿਕਲੀ ਆ ਐਰੋ ਉਹਨੂੰ ਰੈਪਰੈਜ਼ੈਂਟ ਕਰਦਾ ਹੈ ਸਰਕਟ ਦੇ ਵਿੱਚ, ਕਿ ਜਿਹੜੀ ਚੀਜ਼ ਬਦਲ ਸਕਦੀ ਹੈ ਆਪਾਂ ਉਹਨੂੰ ਐ ਰੈਪਰੈਜ਼ੈਂਟ ਕਰਦੇ ਹਾਂ। ਦੱਸੋ ਗੱਲ ਕਲੀਅਰ ਹੋ ਗਈ ਸਭ ਨੂੰ? यस सर। ਠੀਕ ਹੈ ਨਾ। ਇਸ ਤਰ੍ਹਾਂ ਹੁਣ ਕੀ ਹੈ ਕਿ ਹੁਣ ਗੱਲ ਤਾਂ ਇੱਥੇ ਕੁਝ ਆਪਣਾ ਬੈਟਰੀ ਬਾਰੇ ਵੀ ਗੱਲ ਕਰਨੀ ਚਾਹੀਦੀ, ਪਰ ਬੈਟਰੀ ਬਾਰੇ ਆਪਾਂ ਕੋਈ ਗੱਲ ਇੱਥੇ ਨਹੀਂ ਕਰਾਂਗੇ ਫਿਲਹਾਲ। ਤੁਸੀਂ ਇਲੈਕਟ੍ਰੋਕੈਮਿਸਟਰੀ ਦਾ ਚੈਪਟਰ ਜਦੋਂ ਕੈਮਿਸਟਰੀ 'ਚ ਪੜ੍ਹ ਲੋਗੇ ਉਸ ਤੋਂ ਬਾਅਦ ਆਪਾਂ ਥੋੜੀ ਬਹੁਤੀ ਗੱਲ ਕਰਾਂਗੇ। ਆਪਾਂ ਨੂੰ ਸਿਰਫ ਇਹ ਪਤਾ ਹੈ ਬੈਟਰੀ ਕੀ ਹੁੰਦੀ ਆ, ਆਪਾਂ ਇਹਨੂੰ ਗੱਲ ਨੂੰ ਮੰਨ ਕੇ ਸਮਝ ਕੇ ਚੱਲੀਏ ਕਿ ਫਿਜ਼ਿਕਸ ਦੇ ਵਿੱਚ ਆਪਾਂ ਕਿਵੇਂ ਯੂਜ਼ ਕਰਾਂਗੇ ਬੈਟਰੀ ਨੂੰ। ਹੁਣ ਦੇਖੋ ਬੈਟਰੀ ਵੈਸੇ ਤੁਸੀਂ ਯੂਜ਼ ਕਰੋ, ਸੈੱਲ ਯੂਜ਼ ਕਰਦੇ ਹੋ, ਜਿਵੇਂ ਅੱਜ ਇੱਕ ਆਪਾਂ ਬਣਾਉਂਦੇ ਹਾਂ ਪੋਜ਼ਿਟਿਵ ਐਂਡ ਨੈਗੇਟਿਵ ਟਰਮੀਨਲ, ਤੇ ਇਹਨੂੰ ਕੀ ਕਹਿੰਦੇ ਆ, ਸੈੱਲ। ਠੀਕ ਹੈ, ਤੇ ਜੇ ਤੁਸੀਂ ਸੈੱਲ ਇੱਕ ਤੋਂ ਵੱਧ ਲਾਤੇ, 2 ਲਾਤੇ, 3 ਲਾਤੇ ਜਾਂ 4 ਲਾਤੇ ਹੈ ਨਾ, ਤਾਂ ਇਹਨੂੰ ਕੀ ਕਹਿੰਦੇ ਆ, ਬੈਟਰੀ। ਠੀਕ ਹੈ, ਸੋ ਸੈੱਲ ਜਿਹੜਾ ਆ ਤੁਸੀਂ ਕੈਮਿਸਟਰੀ 'ਚ ਪੜੋਗੇ ਇਲੈਕਟ੍ਰੋਕੈਮੀਕਲ ਸੈੱਲ ਦੇ ਬਾਰੇ, ਇਲੈਕਟ੍ਰੋਕੈਮੀਕਲ ਸੈੱਲ। ਠੀਕ ਹੈ, ਪਰ ਆਪਾਂ ਇੱਥੇ ਇਹਦੇ ਵਿੱਚ ਆ ਗੱਲ ਨਹੀਂ ਕਰਾਂਗੇ ਕਿ ਉਹਦੇ ਅੰਦਰ ਉਹ ਇਲੈਕਟ੍ਰੋਕੈਮੀਕਲ ਸੈੱਲ ਹੈ, ਡਰਾਈ ਸੈੱਲ ਹੈ, ਕੀ ਹੈ, ਮਤਲਬ ਅੰਦਰ ਕਿਸ ਤਰ੍ਹਾਂ ਦਾ ਪ੍ਰੋਸੈਸ ਚੱਲ ਰਹੇ ਨੇ, ਸੈੱਲ ਕਿਵੇਂ ਉਹ એનર્ਜੀ ਜਨਰੇਟ ਕਰ ਰਹੇ, ਆਪਾਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਾਂਗੇ। ਆਪਾਂ ਸਿਰਫ ਇਹਨੂੰ ਯੂਜ਼ ਕਰਾਂਗੇ, ਇਹਦੀ ਮੰਨ ਲਓ ਪੋਟੈਂਸ਼ੀਅਲ ਡਿਫਰੈਂਸ ਵੀ ਇਹ ਜਨਰੇਟ ਕਰਦਾ। ਸਮਝ ਲਓ ਸੈੱਲ ਕੀ ਹੁੰਦਾ ਹੈ ਕਿ ਉਹ ਕਿਸੇ ਵੀ ਜਗ੍ਹਾ ਤੇ ਲਗਾ ਦਿਓ ਤਾਂ ਉਹ ਜਿੰਨੇ ਵੋਲਟੇਜ ਦਾ ਆਪ ਹੈ ਉਨਾ ਪੋਟੈਂਸ਼ੀਅਲ ਡਿਫਰੈਂਸ ਨਾਲ ਚੱਕੀ ਫਿਰਦਾ। ਸਮਝ ਲਓ ਉਹਨੇ ਨਾਲ ਹੀ ਲਾ ਦੇਣਾ, ਉੱਥੇ ਉਨਾ ਹੀ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕਰ ਦੇਣਾ। ਜਿਵੇਂ ਫॉर एग्जांपल ਜਸਟ ਮੈਂ ਐਗਜ਼ਾਮਪਲ ਦੇਣਾ, ਮੰਨ ਲਓ ਆ ਸਰਕਟ ਹੈ, ਇਹਦੇ ਵਿੱਚ ਇਸ ਜਗ੍ਹਾ ਤੇ ਪੋਟੈਂਸ਼ੀਅਲ ਮੰਨ ਲਓ 2 ਵੋਲਟ ਹੈ, ਬਸ ਇਹ ਹੈ 2 ਵੋਲਟ ਹੈ, ਤੇ ਤੁਸੀਂ ਸੈੱਲ ਜਿਹੜਾ ਲਗਾਇਆ ਇਸ ਤਰ੍ਹਾਂ ਲਗਾਇਆ ਕਿ ਸੈੱਲ ਦਾ ਇਧਰਲਾ ਟਰਮੀਨਲ ਨੈਗੇਟਿਵ ਹੈ ਤੇ ਇਧਰਲਾ ਟਰਮੀਨਲ ਪੋਜ਼ਿਟਿਵ ਹੈ, ਤੇ ਸੈੱਲ ਤੁਹਾਡਾ 10 ਵੋਲਟ ਦਾ ਆਇਆ ਮੰਨ ਲਓ। ਇਹਦਾ ਮਤਲਬ ਕੀ ਹੈ, ਸੈੱਲ ਜਿਹੜਾ 10 ਵੋਲਟ ਦਾ ਹੈ ਤਾਂ ਮਤਲਬ ਸੈੱਲ ਦੇ ਇਧਰਲੇ ਟਰਮੀਨਲ ਦੇ ਵਿੱਚ ਆ ਪੁਆਇੰਟ ਤੇ ਆ ਪੁਆਇੰਟ ਵਿੱਚ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ। ਹੁਣ ਇਧਰਲਾ ਦਾ 2 ਵੋਲਟ ਹੈ ਤਾਂ ਆ ਵੀ 2 ਵੋਲਟ ਹੀ ਹੋਏਗਾ ਤੁਹਾਨੂੰ ਪਤਾ, ਤਾਂ ਇਹ ਇਧਰ ਨੈਗੇਟਿਵ, ਅੱਛਾ ਨੈਗੇਟਿਵ ਵਾਲਾ ਲੋਅਰ ਪੋਟੈਂਸ਼ੀਅਲ ਹੁੰਦਾ ਨਾ, ਪੋਜ਼ਿਟਿਵ ਵਾਲਾ हायर पोटेंशियल। ਤੇ ਜੇ ਇਧਰ 2 ਹੈ ਤੇ ਇਹ ਚ 10 ਵੋਲਟ ਦੀ ਬੈਟਰੀ ਲਾਤੀ ਤਾਂ ਇਧਰਲੇ ਪੁਆਇੰਟ ਤੇ ਇੱਥੇ ਪੋਟੈਂਸ਼ੀਅਲ ਕਿੰਨਾ ਹੋਏਗਾ ਦੱਸੋ? 12 ਹੋਏਗਾ ਨਾ। ਸਮਝ ਲੱਗੀ ਗੱਲ? ਕਨਵੈਨਸ਼ਨਲੀ ਜਦੋਂ ਅਸੀਂ ਜ਼ਿਆਦਾਤਰ ਯੂਜ਼ ਕਰਦੇ ਹਾਂ ਸਰਕਟਸ ਵਿੱਚ ਅਸੀਂ ਕਹਿ ਦਿੰਦੇ ਵੀ ਆਹ ਬੈਟਰੀ ਹੈ, ਐਂ ਕਰਕੇ ਅਸੀਂ ਕਹਿ ਦਿੰਦੇ ਹਾਂ ਕਿ ਜੇ 10 ਵੋਲਟ ਦੀ ਬੈਟਰੀ ਹੈ ਤਾਂ ਡਿਫਰੈਂਸ ਆਪਾਂ ਨੂੰ ਪਤਾ 10 ਚਾਹੀਦਾ, ਆਪਾਂ ਇਧਰਲੇ ਨੂੰ ਮੰਨ ਲੈਂਦੇ ਆ 0, ਇਧਰਲੇ ਨੂੰ ਮੰਨ ਲੈਂਦੇ ਆ 10 ਵੋਲਟ। ਸਮਝ ਲੱਗੀ ਗੱਲ? ਪਰ ਜੇ ਆਹ ਵਾਇਰ ਪਤਾ ਨਹੀਂ ਕਿੱਥੋਂ ਕਿੱਥੋਂ ਕਿਤੇ ਜੁੜੀ ਹੋਈ ਤੇ ਮੰਨ ਲਓ ਕਿਸੇ ਵੀ ਤਰ੍ਹਾਂ ਇਧਰੋਂ ਸਾਰਾ ਹਿਸਾਬ ਕਿਤਾਬ ਲਾ ਕੇ ਇੱਥੇ 2 ਵੋਲਟ ਪਹੁੰਚਿਆ ਆ ਤਾਂ ਬੈਟਰੀ ਦਾ ਇਧਰਲਾ ਪੋਟੈਂਸ਼ੀਅਲ ਫਿਰ 0 ਨਹੀਂ ਹੋਏਗਾ, ਫਿਰ ਉਹ 2 ਹੀ ਹੈ। ਪਰ ਇਹਨੇ ਛਲਾਂਗ ਮਾਰੀ, ਲੋਅਰ ਤੋਂ ਹਾਇਰ ਗਿਆ ਨਾ, ਵਧਿਆ, ਕਿੰਨਾ ਵਧਿਆ 10, ਤੇ ਟੋਟਲ ਕਿੰਨਾ ਹੋ ਗਿਆ 12। ਸੋ ਬੈਟਰੀ ਇਸ ਤਰ੍ਹਾਂ ਦੀ ਚੀਜ਼ ਹੈ। ਅੱਛਾ ਜੇ ਐ ਹੋ ਜਾਂਦਾ, ਹੁਣ ਮੈਨੂੰ ਦੱਸੋ ਬਲਜੀਤ, ਯੈਸ ਸਰ। ਆ 2 ਵੋਲਟ ਹੈਗਾ ਪਰ ਬੈਟਰੀ ਮੈਂ ਐ ਲਾਈ ਆ, ਤੇ ਹੁਣ ਇਹਦੇ ਬੈਟਰੀ ਦੇ ਇਧਰਲੇ ਬੰਨੇ ਕਿੰਨਾ ਪੋਟੈਂਸ਼ੀਅਲ ਹੈਗਾ, ਬੈਟਰੀ 10 ਵੋਲਟ ਦੀ ਹੈ। ਹਾਂਜੀ ਸਰ। ਹੁਣ ਇੱਧਰ ਕਿੰਨਾ ਹੋਏਗਾ? ਸਰ -2। ਭਰਾਵਾ ਕਿਵੇਂ ਹਿਸਾਬ ਲਾਇਆ? ਆ 2 ਤੋਂ 12 ਹੋਇਆ, ਇਹ 2 ਤੋਂ -2 ਹੋ ਜਾਏਗਾ। ਹਿਸਾਬ ਕਿਵੇਂ ਲਾ ਰਹੇ ਆ ਜਸ਼ਨਜੋਤ? ਹਾਂਜੀ ਸਰ। ਦੱਸੋ।
किस साइड पॉइंट सर? राइट साइड हाँ हाँ सर 12। ਨਹੀਂ 12 ਤਾਂ ਇੱਥੇ ਹੋਇਆ ਨਾ, ਇੱਥੇ ਲੋਅਰ ਟੂ ਹਾਇਰ ਗਿਆ ਨਾ ਪੋਟੈਂਸ਼ੀਅਲ। ਦੇਖਣਾ ਇਧਰ, ਤੂੰ ਇਧਰੋਂ ਦੀ ਆ ਰਿਹਾ ਸੀ ਤੇ ਮੇਰੀ ਗੱਲ ਸੁਣ, ਤੂੰ ਇਧਰੋਂ 2 ਵੋਲਟ ਤੇ ਆ ਰਿਹਾ ਵਾ, ਵਿੱਚ 10 ਵੋਲਟ ਦੀ ਚੜਾਈ ਆ ਗਈ ਹੈ, यस सर। ਤਾਂ ਤੇਰਾ ਫਿਰ ਪੋਟੈਂਸ਼ੀਅਲ 12 ਵੋਲਟ ਹੋ ਗਿਆ ਨਾ, ਤਾਂ ਹੀ ਬਣਿਆ ਨਾ। ਇਧਰ ਲੋਅਰ ਸੀਗਾ, ਇਧਰ ਹਾਇਰ ਸੀਗਾ। ਬੈਟਰੀ ਦਾ ਮਤਲਬ ਆ ਨਾ, ਇਧਰ ਦਾ ਲੋਅਰ, ਇਧਰ ਹਾਇਰ। ਆ ਤਾਂ ਪਤਾ ਕਿ ਨਹੀਂ ਪਤਾ? ਆ ਨੈਗੇਟਿਵ ਹੁੰਦਾ ਹੈ, ਪੋਜ਼ਿਟਿਵ। हाँ जी सर। ਨੈਗੇਟਿਵ ਦਾ ਮਤਲਬ ਬੇਸਿਕਲੀ ਹੁੰਦਾ ਲੋਅਰ, ਪੋਜ਼ਿਟਿਵ ਦਾ ਮਤਲਬ ਹੁੰਦਾ ਹਾਇਰ। ਹੁਣ ਆ 2 ਵੋਲਟ ਹੈ ਇੱਥੇ, ਹੁਣ ਇੱਥੇ 10 ਵੋਲਟ ਦੀ ਬੈਟਰੀ ਲਾਈ ਆ, ਪਰ ਹੁਣ ਇੱਥੇ ਤੂੰ ਉੱਪਰ ਤੋਂ ਥੋੜੀ ਜਾ ਰਿਹਾ, ਨੀਚੇ ਜਾ ਰਿਹਾ ਨਾ, ਹਾਇਰ ਟੂ ਲੋਅਰ ਜਾ ਰਿਹਾ ਕਿ ਨਹੀਂ? यस सर। ਤਾਂ ਇਸ ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਹੋਊਗਾ? ਕੋਈ ਨਾ ਔਖਾ ਕੁਐਸਚਨ ਹੈ ਇਹ। ਸਰ 0 ਹੋਊਗਾ। 0 ਹੋਊਗਾ, ਜੇ ਇੱਧਰ 0 ਹੋਊਗਾ, ਮੰਨ ਲਾ ਇੱਧਰ 2 ਹੋਊਗਾ, ਤਾਂ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਆਇਆ ਦੱਸੀ ਮੈਨੂੰ, ਇਹਦਾ ਤੇ ਇਹਦਾ ਦੱਸ ਮੈਨੂੰ। ਸਰ 2 ਤੇ ਬੈਟਰੀ ਕਿੰਨੇ ਦੀ ਲੱਗੀ ਹੋਈ ਆ? 10 ਵੋਲਟ। ਫਿਰ ਉਹ ਕਿਵੇਂ ਹੋ ਸਕਦਾ ਆ? ਫਿਰ ਬੈਟਰੀ ਕਾਹਦੇ ਵਾਸਤੇ ਲਾਈ ਆ? ਬੈਟਰੀ ਲਾਈ ਆ ਵੀ ਬੈਟਰੀ ਜਿੱਥੇ ਵੀ ਲਾਤੀ ਤੁਸੀਂ, ਆ A ਆ ਤੇ ਆ B ਆ ਪੁਆਇੰਟ, ਤੇ ਉਹਦੇ ਵਿੱਚ ਤੁਸੀਂ ਬੈਟਰੀ ਭਾਵੇਂ ਜਿਵੇਂ ਮਰਜ਼ੀ ਲਾਤੀ, ਐ ਲਾਤੀ, ਤਾਂ ਤੁਹਾਨੂੰ ਪਤਾ ਕਿ ਬੈਟਰੀ ਦਾ ਜਿੰਨਾ ਵੀ 10 ਵੋਲਟ ਆ, ਤਾਂ A ਤੇ B ਦੇ ਪੋਟੈਂਸ਼ੀਅਲ ਚ ਡਿਫਰੈਂਸ 10 ਦਾ ਹੋਣਾ ਚਾਹੀਦਾ ਨਾ। ਹਾਂਜੀ ਸਰ। ਫਿਰ ਆਹ ਵਾ ਗੱਲ। ਹੁਣ ਇੱਥੇ ਤਾਂ ਤੂੰ 2 ਤੇ 0 ਪਤਾ ਨਹੀਂ ਕਿਹੜੇ ਹਿਸਾਬ ਨਾਲ ਲਾ ਰਿਹਾ, ਐਵੇਂ ਥੋੜੀ ਤੁੱਕੇ ਥੋੜੀ ਮਾਰਨੇ ਆਪਾਂ। ਮੈਂ ਜਿਹੜੀ ਗੱਲ ਕਹਿ ਰਿਹਾ ਉਹਨੂੰ ਸਮਝ ਕੇ ਵੀ ਤੁਸੀਂ ਮੇਰੀ ਗੱਲ ਵੀ ਤਾਂ ਸੁਣਿਆ ਕਰੋ ਨਾ ਨਾਲ ਨਾਲ, ਜੋ ਮੈਂ ਕਹਿ ਰਿਹਾ ਉਸ ਗੱਲ ਦਾ ਵੀ ਤਾਂ ਕੋਈ ਮਤਲਬ ਬਣਦਾ ਹੈ। ਹਾਂਜੀ ਸਰ। ਕਿੰਨਾ ਹੋਊਗਾ ਦੱਸ ਹੁਣ ਸੋਚ ਹੈ ਬਲਜੀਤ? ਸਰ ਇੱਧਰ 2 ਫਿਰ ਉਧਰ ਸਰ ਫਿਰ -8। -8 ਹੋਊਗਾ। ਇੰਨੀ ਜੀ ਗੱਲ ਨੂੰ ਤੁਸੀਂ ਮਤਲਬ ਇੰਨਾ ਦੇਰ ਲਾ ਰਹੇ ਹੋ, ਮਤਲਬ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਕੀ ਅੱਗੇ ਜਾ ਕੇ ਆਪਾਂ ਹਲੇ KVL ਲਾਣਾ ਹੈ, ਹੋਰ ਕੁਝ ਨਾ ਤੇਜ਼ੀ ਨਾਲ ਕੰਮ ਕਰਨਾ ਸਿੱਖਣਾ ਹੈ। ਬੈਟਰੀ ਨਹੀਂ ਲੱਗ ਰਹੀ ਤੁਹਾਡੇ ਤੋਂ, ਹੱਦ ਹੋ ਗਈ। ਆ ਕਿੰਨਾ ਔਖਾ ਸੀ ਦੱਸੀ ਮੈਨੂੰ। 2 ਵੋਲਟ ਤੇ ਤੂੰ ਆ ਰਿਹਾ ਵਾ, ਮੇਰੀ ਗੱਲ ਸੁਣ, ਤੂੰ 2 ਵੋਲਟ ਤੇ ਆ ਰਿਹਾ ਵਾ, 10 ਵੋਲਟ ਦਾ ਤੈਨੂੰ ਅੱਗੇ ਡ੍ਰੌਪ ਹੋ ਗਿਆ, ਤੇ ਆ -8 ਤੇ ਪਹੁੰਚੇਗਾ ਤੂੰ। ਹਾਂਜੀ ਸਰ। ਇੰਨੀ ਜੀ ਗੱਲ ਆ ਬਸ। ਬੜਾ ਉਹ ਤੇ ਬੋਝ ਲੈ ਲਿਆ ਸਾਰਿਆਂ ਨੇ। ਬੈਟਰੀ ਕਰਦੀ ਕੀ ਹੈ, ਬਸ ਮੈਂ ਇਹ ਸਮਝਾ ਰਿਹਾ ਤੁਹਾਨੂੰ। ਬੈਟਰੀ ਕੀ ਕਰਦੀ ਹੈ? ਬੈਟਰੀ ਲਗਾਤਾਰ ਇੱਕ ਪੋਟੈਂਸ਼ੀਅਲ ਮੇਨਟੇਨ ਕਰਦੀ ਹੈ। ਤੇ ਬੈਟਰੀ 'ਚ ਇੱਕ ਹੋਰ ਖਾਸ ਗੱਲ ਹੁੰਦੀ ਹੈ, ਦੇਖੋ ਜਿਵੇਂ ਤੁਸੀਂ ਕਰਦੇ ਹੋ ਰੈਜ਼ਿਸਟੈਂਸ ਵਾਲੇ ਸਰਕਟਸ ਤੁਸੀਂ ਪੜ੍ਹੇ ਹੋਏ ਨੇ, ਮੈਂ ਉੱਥੋਂ ਐਗਜ਼ਾਮਪਲ ਦੇ ਦਿੰਦਾ। ਮੰਨ ਲਓ ਆ ਰੈਜ਼ਿਸਟੈਂਸ ਤੇ ਇਹਦੇ ਅਕ੍ਰੋਸ ਤੁਸੀਂ ਮੰਨ ਲਓ ਆ ਬੈਟਰੀ ਲਾਈ, ਤੇ ਬੈਟਰੀ ਮੰਨ ਲਓ 10 ਵੋਲਟ ਦੀ ਲਾਈ ਆ, ਤਾਂ ਹੁਣ ਬੈਟਰੀ ਦੇ ਇਧਰਲੇ ਪਾਸੇ ਤੇ ਇਧਰਲੇ ਪਾਸੇ ਪੋਟੈਂਸ਼ੀਅਲ ਡਿਫਰੈਂਸ 10 ਹੋਏਗਾ ਨਾ। ਯੈਸ। ਜੇ ਆ ਪੁਆਇੰਟ A ਹੈਗਾ ਤੇ ਆ ਵੀ ਪੁਆਇੰਟ A ਹੋਇਆ, ਸਮਝ ਲਓ ਫਿਰ ਤਾਂ ਪੋਟੈਂਸ਼ੀਅਲ ਡਿਫਰੈਂਸ ਤਾਂ ਉਨਾ ਹੀ ਹੈ ਨਾ। ਹਾਂਜੀ ਸਰ। ਕੰਡਕਟਿੰਗ ਵਾਇਰ 'ਚ ਪੋਟੈਂਸ਼ੀਅਲ ਡ੍ਰੌਪ ਨਹੀਂ ਨਾ ਹੁੰਦਾ ਕੋਈ ਵੀ, ਕਿਉਂਕਿ ਆਪਾਂ ਇੱਥੇ ਚਲੋ ਮੈਂ ਬਾਅਦ 'ਚ ਦੱਸੂਗਾ ਤੁਹਾਨੂੰ ਕੰਡਕਟਿੰਗ ਵਾਇਰ 'ਚ ਕਿਉਂ ਨਹੀਂ ਹੁੰਦਾ। ਆ ਪੁਆਇੰਟ B ਹੈ ਤਾਂ ਆ ਵੀ ਪੁਆਇੰਟ B ਹੈ, ਯਾਨੀ ਕਹਿੰਦਾ ਮਤਲਬ ਇੱਥੇ ਆ ਹਾਇਰ ਪੋਟੈਂਸ਼ੀਅਲ ਹੋਏਗਾ ਇਧਰਲੇ ਪਾਸੇ, ਇਧਰਲਾ ਲੋਅਰ ਹੋਏਗਾ ਨਾ ਰੈਜ਼ਿਸਟੈਂਸ 'ਚ। ਯੈਸ ਸਰ। ਸੋ ਕਰੰਟ ਜਦੋਂ ਚੱਲਦਾ ਹੈ ਆਪਾਂ ਇਧਰੋਂ ਚੱਲਦਾ ਆ, ਐਂ ਜਾਂਦਾ ਆ, ਐਂ ਜਾਂਦਾ ਆ, ਐਂ ਨਿਕਲਦਾ ਨਾ। ਤੇ ਕਰੰਟ ਕੀ ਹੁੰਦਾ? ਬੇਸਿਕਲੀ ਪੋਜ਼ਿਟਿਵ ਚਾਰਜ ਹੀ ਤਾਂ ਹੁੰਦਾ ਯੈਸ ਸਰ। ਉਹ ਬਾਹਰਲੇ ਸਰਕਟ ਵਿੱਚ ਕੀ ਹੁੰਦਾ? ਹਾਇਰ ਪੋਟੈਂਸ਼ੀਅਲ ਟੂ लोअर। ਪਰ ਜਦੋਂ ਤੁਸੀਂ ਬੈਟਰੀ ਦੇ ਅੰਦਰ ਦੇਖੋ ਤਾਂ ਬੈਟਰੀ ਦੇ ਵਿੱਚ ਲੋਅਰ ਟੂ ਹਾਇਰ ਜਾਂਦਾ ਨਾ। ਤੇ ਆਪਣੇ ਆਪ ਲੋਅਰ ਟੂ ਹਾਇਰ ਜਾ ਸਕਦਾ? ਨਹੀਂ ਜਾ ਸਕਦਾ। ਬੈਟਰੀ ਦੇ ਅੰਦਰ ਕੁਝ ਇਸ ਤਰ੍ਹਾਂ ਦੀ ਕੈਮੀਕਲ ਰਿਐਕਸ਼ਨਸ ਹੋ ਰਹੀਆਂ ਹੁੰਦੀਆਂ ਨੇ, ਕੁਝ ਇਸ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਹੁੰਦਾ ਆ ਕਿ ਉਹ ਉਹਨੂੰ ਚੱਕ ਕੇ ਲੋਅਰ ਤੋਂ ਹਾਇਰ ਤੇ ਸਿੱਟ ਰਿਹਾ ਹੁੰਦਾ, ਤਾਂ ਕਿ ਬਾਹਰ ਵਾਲੇ ਸਰਕਟ 'ਚ ਜਿੱਥੇ ਤੁਸੀਂ ਆਪਣਾ ਬੱਲਬ ਲਗਾਇਆ, ਮੋਟਰ ਲਾਈ ਆ, ਜਾਂ ਕੋਈ ਵੀ ਲੋਡ ਲਗਾਇਆ ਵਾ, ਤਾਂ ਤੁਹਾਡੇ ਉਹਨੂੰ ਸਪਲਾਈ ਮਿਲਦੀ ਰਹੇ ਲਗਾਤਾਰ। ਬੈਟਰੀ ਦਾ ਬੇਸਿਕਲੀ ਕੰਮ ਉਹ ਹੁੰਦਾ ਹੈ। ਕਲੀਅਰ ਹੈ ਗੱਲ? ਜਿਵੇਂ ਆਊਟਰ ਸਰਕਟ ਮੈਂ ਤੁਹਾਨੂੰ ਬਣਾ ਕੇ ਦੱਸਣਾ। ਆਊਟਰ ਸਰਕਟ ਕੀ ਕਰਦਾ ਆ? ਆਊਟਰ ਸਰਕਟ ਆ ਕਰਦਾ ਹੈ, ਦੇਖੇ ਜਿਵੇਂ ਮੰਨ ਲਓ ਆ ਇੱਕ ਮੰਨ ਲਓ ਪਲੇਟਫਾਰਮ ਆ ਹਾਇਰ ਪੋਟੈਂਸ਼ੀਅਲ ਤੇ ਇੱਥੇ ਹੈਗਾ ਲੋਅਰ ਪੋਟੈਂਸ਼ੀਅਲ। ਇੱਥੇ ਆਪਾਂ ਇਸ ਤਰ੍ਹਾਂ ਦਾ ਇੱਕ ਸਲਾਂਟ ਜਿਹਾ ਉਹ ਬਣਾ ਦਿੰਦੇ ਆ। ਇਹ ਆਊਟਰ ਸਰਕਟ ਹੈ। ਮੰਨ ਲਓ ਚਾਰਜ ਜਿਹੜੇ ਨੇ, ਬੇਸਿਕਲੀ ਚਾਰਜ ਕੀ ਹੈ? ਚਾਰਜ ਇੱਥੇ ਹੈਗੀ ਨਹੀਂ, ਮੰਨ ਲਓ ਬਾਲਸ। ਜਦੋਂ ਮੈਂ ਉੱਥੇ ਉੱਪਰੋਂ ਬਾਲ ਛੱਡੂਗਾ ਤਾਂ ਬਾਲ ਇੱਥੋਂ ਗਿਰੇਗੀ ਨਾ ਨੀਚੇ ਆਪਣੇ ਆਪ। ਇਹਦੇ ਲਈ ਕਰਨਾ ਪੈਣਾ ਕੁਝ?
No, No, sir. sir. ਬਾਲ ਇੱਥੋਂ ਗਿਰ ਕੇ ਫਿਰ ਇੱਥੋਂ ਗਿਰ ਕੇ ਬਾਲ ਇੱਥੇ ਘੁੰਮ ਕੇ ਇੱਥੇ ਤੱਕ ਆਏਗੀ। ਆ ਹੈਗਾ ਜੀ ਮੇਰਾ ਹਾਇਰ ਪੋਟੈਂਸ਼ੀਅਲ, ਆ ਹੈਗਾ ਲੋਅਰ ਪੋਟੈਂਸ਼ੀਅਲ। ਇਹ ਮੇਰਾ ਆਊਟਰ ਸਰਕਟ ਹੈ, ਸਮਝ ਲਓ ਬੈਟਰੀ ਦੇ ਬਾਹਰਲਾ ਸਰਕਟ। ਸਮਝ ਲੱਗੀ ਸਾਰਿਆਂ ਨੂੰ ਗੱਲ? Yes. ਤੇ ਆਪਣੇ ਆਪ ਹਾਇਰ ਟੂ ਲੋਅਰ ਆ ਰਹੀ ਹੈ। ਇੱਥੇ ਮੈਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਵਾਲੀ ਐਗਜ਼ਾਮਪਲ ਨਾਲ ਸਿਰਫ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ। ਹੁਣ ਜੇ ਇੱਥੋਂ ਸਾਰੀਆਂ ਬੋਲਾਂ ਛੱਡਤੀਆਂ, 9 ਬੋਲਾਂ ਨੇ, ਤੇ 9 ਦੀਆਂ 9 ਬੋਲਾਂ ਇੱਥੋਂ ਮੈਂ ਛੱਡੀ ਜਾਊਂਗਾ, ਇਹ ਐਲ ਤੇ ਆ ਕੇ ਇਕੱਠੀਆਂ ਹੋ ਜਾਣਗੀਆਂ ਸਾਰੀਆਂ ਬਲਜੀਤ। ਯੈਸ ਸਰ। ਫਿਰ ਕਰੰਟ ਰੁਕ ਜੂਗਾ ਨਾ, ਹਾਂਜੀ ਸਰ। ਫਿਰ ਆਪਣਾ ਬਲਬ ਦਾ ਬੁੱਝ ਜੂਗਾ ਨਾ। ਹਾਂਜੀ ਸਰ। ਤੂੰ ਕੀ ਚਾਹਨਾ ਹੈ? ਬਲਬ ਜਲਦਾ ਰਵੇ ਨਾ। ਯੈਸ ਸਰ। ਮਤਲਬ ਤੂੰ ਇਹ ਚਾਹਨਾ ਹੈ ਕਿ ਲਗਾਤਾਰ ਇਹ ਕੰਮ ਹੁੰਦਾ ਰਵੇ ਨਾ। ਹਾਂਜੀ ਸਰ। ਤੇ ਇਹ ਲਗਾਤਾਰ ਇਹ ਬਾਲਸ ਨੂੰ ਚਲਾਈ ਰੱਖਣ ਲਈ ਨਾ ਆਪਾਂ ਕੀ ਕਰਦੇ ਆ, ਆਪਾਂ ਇੱਕ ਬੰਦਾ ਕੰਮ ਤੇ ਲਾਉਂਦੇ ਆ ਇੱਥੇ। ਆਪਾਂ ਕਹਿੰਦੇ ਭਾਈ ਤੇਰਾ ਇਹ ਕੰਮ ਆ ਵੀ ਜਦੋਂ ਇੱਥੋਂ ਚਾਰਜ ਆਊਗਾ ਨਾ, ਤੂੰ ਉਹਨੂੰ ਥੱਲੋਂ ਦੀ ਚੱਕ ਕੇ ਉਹਨੂੰ ਉੱਪਰ ਰੱਖਦਾ ਰਹੀ। ਤੂੰ ਚੱਕੀ ਥੱਲੋਂ ਰੱਖਦਾ ਰਹੀ, ਆ ਬਾਲ ਜਾਊਗੀ ਫਿਰ ਆ ਜਾਊਗੀ, ਇਹਨੂੰ ਚੱਕੀ ਉੱਪਰ ਰੱਖਦਾ ਰਹੀ, ਇਹਨੂੰ ਚੱਕੀ ਰੱਖਦਾ ਰਹੀ। ਜੇ ਆ ਬੰਦਾ ਲਗਾਤਾਰ ਨੀਚੋਂ ਚੱਕ ਕੇ ਲੋਅਰ ਪੋਟੈਂਸ਼ੀਅਲ ਤੋਂ ਹਾਇਰ ਤੇ ਰੱਖਦਾ ਰਵੇ ਤਾਂ ਬਾਹਰਲੇ ਸਰਕਟ 'ਚ ਲਗਾਤਾਰ ਕਰੰਟ ਆਂਦਾ ਰਹੂਗਾ। ਯੈਸ ਸਰ। ਤੇ ਉਹ ਪੋਟੈਂਸ਼ੀਅਲ ਡਿਫਰੈਂਸ ਮੇਨटेन ਰਹੂਗਾ ਨਾ ਲੋਅਰ ਟੂ ਹਾਇਰ ਵਾਲਾ, ਤਾਂ ਕਿ ਹਾਇਰ ਟੂ ਫਿਰ ਲੋਅਰ ਤੇ ਅੰਦਰ ਰਵੇ ਚਾਰਜ ਬਾਰ-ਬਾਰ ਲੋਅਰ ਟੂ ਸੇਮ ਉਸੇ ਹਾਇਰ ਤੇ ਜਾਂਦਾ ਰਹੂਗਾ ਨਾ। ਹਾਂਜੀ ਸਰ। ਤੇ ਜੇ ਆ ਨਾ ਕਰੇ ਫਿਰ ਇਹ ਕੰਮ ਰੁਕ ਜਾਣਾ ਆਪਣਾ। ਯੈਸ ਸਰ। ਜੋ ਕੰਮ ਇਹ ਬੰਦਾ ਕਰ ਰਿਹਾ ਨਾ, ਉਹੀ ਹਾਂਜੀ ਕੰਮ sir। ਕੌਣ ਕਰਦਾ ਹੈ? ਬੈਟਰੀ। ਬੈਟਰੀ ਚਾਰਜ ਨੂੰ ਇੱਥੋਂ ਇਕੱਠਾ ਕਰਦੀ। ਦੇਖ ਨਾ ਇਧਰੋਂ ਚਾਰਜ ਘੁੰਮ ਕੇ ਬੈਟਰੀ ਦੇ ਤਾਂ ਨੈਗੇਟਿਵ ਵਾਲੇ ਪਾਸੇ ਆ ਗਿਆ ਨਾ। ਹਾਂਜੀ ਸਰ। ਉਹ ਬੈਟਰੀ ਨੇ ਚਾਰਜ ਨੂੰ ਚੱਕ ਕੇ ਮਾਰਨਾ ਐਂਡ ਉੱਪਰ, ਫਿਰ 10 ਵੋਲਟ ਚੜਾਈ ਤੇ, ਹਾਂਜੀ। ਫਿਰ ਚਾਰਜ ਉੱਥੋਂ ਆਪਣੇ ਆਪ ਰੁੜੂਗਾ, ਫਿਰ Yes, ਵੀ sir। ਤਿਆਰ ਹੋਊਗਾ। ਉਹਨੇ ਫਿਰ ਚੱਕ ਕੇ ਫਿਰ ਉੱਪਰ ਮਾਰਨਾ, ਫਿਰ ਉਧਰੋਂ ਆਣਾ, ਫਿਰ ਉਹਨੇ ਚੱਕ ਕੇ ਉੱਪਰ ਮਾਰਨਾ। ਸਮਝ ਲੱਗੀ ਗੱਲ? ਹਾਂਜੀ ਸਰ। ਸੋ ਬੈਟਰੀ ਆ ਕੰਮ ਕਰਦੀ ਆ ਬੈਟਰੀ। ਤੇ ਇਹ ਆਪਾਂ ਬੈਟਰੀ ਦੇ ਲਈ ਆਪਾਂ ਯੂਜ਼ ਕਰਦੇ ਆ EMF, ਦੈਟ ਇਜ਼ ਇਲੈਕਟ੍ਰੋਮੋਟਿਵ ਫੋਰਸ। ਇਹਨੂੰ ਆਪਾਂ ਬੋਲਦੇ ਤਾਂ ਆਪਾਂ ਫੋਰਸ ਆ, ਭੁਲੇਖਾ ਪੈ ਜਾਂਦਾ ਇਹਦੇ ਨਾਲ, ਪਰ ਹੁੰਦਾ ਇਹਦੇ ਯੂਨਿਟਸ ਵੋਲਟ ਵਿੱਚ ਹੀ ਨੇ। ਤੇ ਬਾਕੀ ਬੈਟਰੀ ਦੇ ਦੋਨੋਂ ਟਰਮੀਨਲਸ ਜਿਹੜਾ ਡਿਫਰੈਂਸ ਹੁੰਦਾ ਉਹਨੂੰ ਪੋਟੈਂਸ਼ੀਅਲ ਡਿਫਰੈਂਸ ਬੋਲਦੇ ਆ। ਫਿਲਹਾਲ ਤੁਸੀਂ ਪੋਟੈਂਸ਼ੀਅਲ ਡਿਫਰੈਂਸ ਤੇ ਇਲੈਕਟ੍ਰੋਮੋਟਿਵ ਫੋਰਸ ਦੇ ਬਾਰੇ ਜ਼ਿਆਦਾ ਟੈਨਸ਼ਨ ਨਾ ਲਓ। ਆਪਾਂ ਆਈਡੀਅਲ ਬੈਟਰੀਜ਼ ਯੂਜ਼ ਕਰਾਂਗੇ ਆਪਾਂ, ਇਸ ਲਈ ਅਗਲੇ ਚੈਪਟਰ ਵਿੱਚ ਪੜਾਵਾਂਗੇ ਤੁਹਾਨੂੰ, ਜਦੋਂ ਕਰੰਟ ਇਲੈਕਟ੍ਰਿਸਿਟੀ ਪੜਾਵਾਂਗੇ, ਕਿ ਇਹਨਾਂ 'ਚ ਵੀ ਫਰਕ ਹੁੰਦਾ ਕੋਈ ਬਹੁਤ ਥੋੜਾ ਆ। ਪਰ ਤੁਸੀਂ ਇਹਨੂੰ 20 ਮੰਨ ਕੇ ਚੱਲੋ, ਤੁਸੀਂ 20 ਹੀ ਮੰਨ ਕੇ ਚੱਲੋ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦਾ ਬੈਟਰੀ। 10 ਵੋਲਟ ਮਤਲਬ 10 ਉਹਦਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਬੱਟਰੀ ਦਿੰਦੀ ਹੈ ਤੁਹਾਨੂੰ। ਗੱਲ ਪੱਲੇ ਪਈ ਕਿ ਨਹੀਂ ਪਈ ਹੁਣ? Sir, ਹਾਂਜੀ sir ਜਿਵੇਂ ਬੈਟਰੀ ਲੋ ਟੂ ਹਾਈ ਪੋਟੈਂਸ਼ੀਅਲ ਤੇ ਲੈ ਕੇ ਜਾ ਰਹੀ ਹੈ, ਤਾਂ ਹਾਂ। ਮਤਲਬ 10 ਵੋਲਟ ਜਾਂ 12 ਵੋਲਟ ਦਾ ਮਤਲਬ ਕੀ ਹੋਇਆ? ਮਤਲਬ ਇੰਨਾ ਚਾਰਜ ਲੈ ਕੇ ਜਾ ਰਹੀ ਹੈ ਮਤਲਬ, ਜਾਂ ਫਿਰ ਇੰਨੇ ਟਾਈਮ 'ਚ ਮਤਲਬ ਇਹਦਾ ਮਤਲਬ ਕੀ ਹੋਇਆ ਵੀ 10 ਵੋਲਟ ਦੀ ਬੈਟਰੀ ਹੈ? ਹਾਂ ਦੇਖੋ ਨਾ, ਜੇ 10 ਵੋਲਟ ਹੈ ਤਾਂ 10 ਵੋਲਟ ਦਾ ਮਤਲਬ ਕੀ ਹੋਇਆ? ਪਹਿਲੀ ਗੱਲ ਤਾਂ ਪੋਟੈਂਸ਼ੀਅਲ ਡਿਫਰੈਂਸ ਹੈ ਨਾ। ਹਾਂਜੀ। ਪੋਟੈਂਸ਼ੀਅਲ ਡਿਫਰੈਂਸ ਦਾ ਮਤਲਬ ਕੀ ਹੋਇਆ? ਉਹਦੀ ਡੈਫੀਨੇਸ਼ਨ 'ਚ ਜਾਓ। ਉਹਦੀ ਡੈਫੀਨੇਸ਼ਨ ਕੀ ਹੈ? ਬਹੁਤ ਵਧੀਆ ਸਵਾਲ ਪੁੱਛਿਆ ਵੈਸੇ ਤੂੰ, ਬਹੁਤ ਵਧੀਆ। ਇੰਨਾ ਹੀ ਐਂ ਪਰ ਨੂੰ ਪੁੱਛਣਾ, ਸਵਾਲ ਪੁੱਟ ਐਂ ਕਰਨਾ ਚਾਹੀਦਾ, ਸੋਚਣਾ ਨਹੀਂ ਚਾਹੀਦਾ। ਇਹਦਾ ਮਤਲਬ ਕੀ ਹੈ? Potential difference between any two points is defined as the work done in taking a unit positive charge from one point to another. Higher to lower ਆਂਦੇ ਹੋਏ ਕਿਸੇ ਵੀ ਚਾਰਜ ਦਾ ਪੋਟੈਂਸ਼ੀਅਲ ਲੋ ਹੋ ਜਾਂਦਾ ਹੈ। ਕਿੰਨਾ? 10 ਵੋਲਟ, ਕਿਉਂਕਿ ਉਹ ਇਲੈਕਟ੍ਰਿਕ ਫੀਲਡ ਵਰਕ ਕਰਦਾ ਹੈ ਨਾ। ਯੈਸ ਸਰ। ਬੈਟਰੀ ਕੀ ਕਰਦੀ ਹੈ? ਉਹਨੂੰ ਚੱਕਦੀ ਹੈ ਲੋਅਰ ਤੋਂ ਤੇ ਲੈ ਕੇ ਜਾਂਦੀ ਹੈ ਹਾਇਰ ਤੇ। ਯਾਨੀ ਬੈਟਰੀ ਦਾ ਪੋਟੈਂਸ਼ੀਅਲ ਡਿਫਰੈਂਸ ਅਗਰ 10 ਵੋਲਟ ਹੈ, ਇਹਦਾ ਮਤਲਬ ਉਹ ਚਾਰਜ ਨੂੰ ਲੋ ਵੋਲਟ ਤੋਂ ਚੱਕ ਕੇ 10 ਵੋਲਟ ਵਧਾ ਦਿੰਦੀ ਹੈ, ਯਾਨੀ ਕਿ ਜਾਂ ਫਿਰ ਉਹਨੂੰ 10 ਜੂਲ ਵਰਕ ਡਨ ਕਰਦੀ ਹੈ ਟੂ ਟੇਕ 1 ਕੂਲਮ ਆਫ ਚਾਰਜ ਫਰੋਮ ਲੋਅਰ ਟੂ ਹਾਇਰ। ਜਿਹੜਾ ਬੰਦਾ ਆ, ਹੁਣ ਆ ਬੰਦਾ ਕੰਮ ਕਰ ਰਿਹਾ ਨਾ, ਇੱਥੋਂ ਚੱਕ ਕੇ ਉੱਪਰ ਰੱਖ ਰਿਹਾ, ਚੱਕ ਕੇ ਉੱਪਰ ਰੱਖ ਰਿਹਾ ਨਾ। ਯੈਸ ਸਰ। ਹੈ ਨਾ, ਇੱਥੇ ਆਪਾਂ ਯੂਨਿਟ ਮਾਸ ਲਈ ਕਹਿ ਦਾਂਗੇ ਵੀ ਯੂਨਿਟ ਮਾਸ ਨੂੰ ਚੱਕ ਕੇ ਉੱਪਰ ਰੱਖਣ ਲਈ ਜਿੰਨਾ ਇਹ ਕੰਮ ਕਰਦਾ ਹੈ ਬੰਦਾ, ਵੀ ਆਪਾਂ ਕਹਾਂਗੇ ਆ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦਾ ਲੋਅਰ ਐਂਡ ਹਾਇਰ। ਹੁਣ ਇਹ ਬੰਦਾ ਲਗਾਤਾਰ ਕੰਮ ਕਰਦਾ ਰਹੇਗਾ, ਜੇ ਇਹ 'ਚ એનર્ਜੀ ਹੋਏਗੀ ਨਾ, ਯੈਸ ਸਰ। ਉਹਦੇ ਲਈ ਬੰਦੇ ਨੂੰ ਫੀਡ ਵੀ ਤਾਂ ਕਰਨਾ ਪਏਗਾ, ਹਨਾ। ਬ੍ਰੈਡ ਬਰੁੱਡ ਖਵਾਓਗੇ, ਬ੍ਰੈਡ ਪਕੌੜੇ ਜਾਂ ਕੁਝ ਵੀ ਚਾਹ ਚੂ ਦੇ ਨਾਲ, ਹਨਾ। ਹਾਂਜੀ ਹਾਂਜੀ ਨਹੀਂ ਤਾਂ ਵਿਚਾਰਾ ਥੱਕ ਕੇ ਮਰ ਜਾਊਗਾ। ਹਾਂਜੀ। ਹੁਣ ਬੈਟਰੀ ਕਹਿੰਦੀ, ਬੈਟਰੀ ਵੀ ਮੈਂ ਵੀ ਐਂ ਕੰਮ ਕਰੀ, ਬੈਟਰੀ 'ਚ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ ਤੇ ਲਗਾਤਾਰ ਉਹਦੇ 'ਚ ਜਿਹੜੀ ਕੈਮੀਕਲ ਰਿਐਕਸ਼ਨਸ, ਕੈਮੀਕਲ એનર્ਜੀ ਹੁੰਦੀ ਹੈ, ਉਹ ਲਗਾਤਾਰ ਬਦਲਦੀ ਰਹਿੰਦੀ ਹੈ ਇਲੈਕਟ੍ਰੀਕਲ એનર્ਜੀ ਵਿੱਚ, ਤੇ ਉਹੀ ਆਪਾਂ ਇਸ ਫਾਰਮ 'ਚ ਰਿਸੀਵ ਕਰਦੇ ਹਾਂ। ਮਤਲਬ ਬੈਟਰੀ ਦੇ ਅੰਦਰ ਇਦਾਂ ਦਾ ਪ੍ਰੋਸੈਸ ਚੱਲ ਰਿਹਾ ਹੁੰਦਾ ਵੀ ਚੱਕ ਕੇ ਲੋਅਰ ਟੂ ਹਾਇਰ ਮਾਰਦਾ।
ਤੇ ਉਹ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਕਿਸੇ ਬੈਟਰੀ ਦਾ, ਇਹ ਡਿਪੈਂਡ ਕਰਦਾ ਉਹਦੇ ਇਲੈਕਟ੍ਰੋਡ ਕਿਹੜੇ ਨੇ, ਕਿਸ ਤਰ੍ਹਾਂ ਦੇ ਨੇ, ਉਹਦੇ ਚ ਸੋਲੂਸ਼ਨ ਕਿਹੜਾ ਪਾਇਆ, ਉਹਦੀ ਕੰਸੈਂਟ੍ਰੇਸ਼ਨ ਕਿੰਨੀ ਆ, ਉਹ 'ਚ ਜਿਹੜਾ ਪ੍ਰੋਸੈਸ ਚੱਲ ਰਿਹਾ, ਐਸਿਡ ਆਇਆ ਵਟਐਵਰ ਜੋ ਵੀ ਹੈ, ਉਹ ਸਭ ਚੀਜ਼ਾਂ ਕਿੰਨੇ ਕਿੰਨੇ ਕੰਸੈਂਟ੍ਰੇਸ਼ਨ ਤੇ ਇੱਥੇ ਡਿਪੈਂਡ ਕਰਦਾ ਹੈ। ਫਿਰ ਤੁਸੀਂ ਹਾਂਜੀ ਸਰ ਆ ਇਲੈਕਟ੍ਰੋਮੋਟਿਵ ਫੋਰਸ ਦੱਸਿਓ ਸਰ ਇੱਕ ਵਾਰੀ। ਆਹੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਉਹ ਬੰਦਾ ਜੋ ਕਰ ਰਿਹਾ ਨਾ ਕੰਮ, ਹਨਾ, ਹਾਂਜੀ ਵਰਕ ਸਰ ਡਨ, ਉਹ ਉਸੇ ਵਰਕ ਡਨ ਨੂੰ ਇਲੈਕਟ੍ਰੋਮੋਟਿਵ ਫੋਰਸ ਕਹਿ ਦਿੰਦੇ ਆ। ਠੀਕ ਹੈ, ਓਕੇ ਸਰ। ਹਾਲੇ ਇਹਦੀ ਡਿਟੇਲ ਜਾਣ ਦੀ ਲੋੜ ਹੀ ਨਹੀਂ ਹੈ, ਬਸ ਮੈਂ ਤੈਨੂੰ ਇਹ ਕਹਿੰਦਾ ਬੈਟਰੀ ਆ ਕੰਮ ਕਰੀ ਜਾ ਰਹੀ ਆ, ਆਪਾਂ ਇੱਥੇ ਪਰ ਕੋਈ ਕੁਐਸਚਨ ਥੋੜੀ ਕਰਨਾ, ਆਪਾਂ ਇਹ ਸਮਝ ਲੈਣਾ ਕਿ ਬੈਟਰੀ ਜੇ ਲੱਗੀ ਹੋਈ ਆ ਤਾਂ ਉਹਦਾ ਮਤਲਬ ਕੀ ਹੈ। ਓਕੇ ਸਰ। ਠੀਕ ਹੈ ਨਾ ਗੱਲ, ਪੋਟੈਂਸ਼ੀਅਲਸ ਦੇ ਬਾਰੇ ਜੇ ਮੈਂ ਗੱਲ ਕਰਾਂ ਉਹਦਾ ਕੀ ਮਤਲਬ ਹੈ, ਆ ਸਮਝਣਾ ਬਸ। ਕਲੀਅਰ ਹੋਏਗੀ ਗੱਲ ਕਿ ਨਹੀਂ? एक्सक्यूज मी सर। हाँ जी, हाँ जी, बोलो सर जो आउटर सर्किट आपने लिखा है सर वो वही है कि जो हायर से लोअर में जा रहा है, और इनर हाँ सर्किट हाँ, आउटर सर्किट में जो हो रहा है वो आप हमारे अपने आप ही हो रहा है वो, और इनर सर्किट में सर जो लोअर से हायर बैटरी भेज रहा है वो इनर सर्किट बन जाएगा। वहां हाँ, और हाँ अंदर वाला बन गया, और वहां पर एनर्जी खर्च हो रही है आपकी असल में। यस सर। अगर आप मोटर चलाकर अपने घर में जो बाहर से आता है कॉर्पोरेशन का पानी, उस पानी को मोटर चलाकर अपनी टैंकी में भरते हो तो आपको मोटर चलानी पड़ी ना। यस सर। वो अपने आप नहीं भरा। यस सर। ठीक है, मोस्टली ਇਹ ਹੁੰਦਾ ਹੈ ਪ੍ਰੈਸ਼ਰ ਪਿੱਛੋਂ ਘਟ ਆ ਰਿਹਾ ਤਾਂ, ਨਹੀਂ ਤਾਂ ਹੁਣ ਪ੍ਰੈਸ਼ਰ ਪ੍ਰੂਸ਼ਰ એનર્ਜੀ ਬਹੁਤ ਕੁਝ ਹੋ ਜਾਊਗਾ, ਫਿਰ ਤੁਸੀਂ ਉਹਨੂੰ ਮੇਰੇ ਨਾਲ ਐ ਨਾ ਕੰਜ਼ਿਊਮ। ਐ ਮੰਨ ਲਓ ਪਾਣੀ ਆਇਆ, ਜਸਟ ਆਇਆ ਹੀ ਹੈ ਤੁਹਾਡੇ ਦਰ ਤੱਕ, ਹੁਣ ਤੁਸੀਂ ਦਰਾਂ ਤੋਂ ਆਪਣੇ ਉਹਨੂੰ ਮੋਟਰ ਲਾ ਕੇ ਉੱਪਰ ਟੈਂਕੀ 'ਚ ਭਰਨਾ ਆ, ਤਾਂ ਤੁਹਾਨੂੰ ਮੋਟਰ ਲਾਉਣੀ ਪਈ ਨਾ। यस सर। ਤੁਹਾਡੀ ਮੋਟਰ ਨੇ ਕੀ ਕੀਤਾ, ਪਾਣੀ ਨੂੰ ਲੋਅਰ ਪੋਟੈਂਸ਼ੀਅਲ ਤੋਂ ਚੱਕ ਕੇ ਮਾਰਿਆ ਹਾਇਰ ਤੇ, यस सर। ਹਾਇਰ ਤੇ ਸਟੋਰ ਕਰ ਲਿਆ ਤੁਸੀਂ। ਹੁਣ ਹਾਇਰ ਤੋਂ ਲੋਅਰ ਤੇ ਆਉਣ ਲਈ ਤੁਹਾਨੂੰ ਦੂਜੀ ਮੋਟਰ ਲਾਣੀ ਪੈਣੀ ਹੈ। नो सर। ਆਪਣੇ ਆਪ ਹੀ ਹੋ ਜਾਊਗਾ, ਟੂਟੀ ਖੋਲੋ ਬਸ ਕੰਮ ਚੱਲ ਰਿਹਾ, ਹਨਾ। यस सर। ਹੁਣ ਟੂਟੀ ਖੋਲਣ ਤੋਂ ਬਾਅਦ ਪਾਣੀ ਅਵੇਲੇਬਲ ਰਹੂਗਾ ਹਮੇਸ਼ਾ ਆਪਾਂ ਨੂੰ, ਆਪਾਂ ਹਮੇਸ਼ਾ ਯੂਜ਼ ਕਰਦੇ ਹੀ ਆ ਬਾਅਦ ਚ ਪਾਣੀ। ਇਹ ਗੱਲ ਹੋ ਰਿਹਾ ਕਈ ਤੁਹਾਡੇ ਵਿੱਚੋਂ ਸਰਦੀਆਂ 'ਚ ਇਹੀ ਸੋਚ ਕੇ, ਉਹ ਯਾਰ ਤਾਜ਼ਾ ਪਾਣੀ ਨਹੀਂ ਆ ਰਿਹਾ, ਫਿਰ ਮੈਂ ਹੁਣ ਬਾਅਦ 'ਚ ਨਹਾਊਂਗਾ, ਫਿਰ ਜਦ ਪਾਣੀ ਆਊਗਾ ਫਿਰ ਨਹਾਊਂਗਾ, ਫਿਰ 12 ਵਜੇ ਵੀ ਨਹਾਉਂਦੇ, ਫਿਰ 2 ਵਜੇ ਵੀ ਨਹਾਉਂਦੇ, ਫਿਰ ਕੱਢ ਦਿੰਦੇ ਸਾਰਾ ਦਿਨ, ਨਹਾਉਂਦੇ ਹੀ ਨਹੀਂ। ਐਂ ਹੀ ਹੋਣਗੇ ਤੁਹਾਡੇ ਵਿੱਚੋਂ ਕਈ, ਪਰ ਤੁਹਾਨੂੰ ਪਾਣੀ ਅਵੇਲੇਬਲ ਰਹਿੰਦਾ ਨਾ, ਪਰ ਉਹ ਠੰਡਾ ਰਹਿੰਦਾ। ਹੁਣ ਉਹ ਮਸਲੇ ਆਪਣੇ ਵੱਖਰੇ ਨੇ, ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੀ ਆਪਾਂ ਗੱਲ ਕਰਦੇ, ਪਰ ਪਾਣੀ ਆਪਣੇ ਕੋਲ ਸਟੋਰਡ ਹੁੰਦਾ ਹੈਡ ਤੇ। ਆਪਾਂ ਨੂੰ ਮੋਟਰ ਚਲਾਉਣ ਦੀ ਲੋੜ ਨਹੀਂ, ਬਿਜਲੀ ਨਹੀਂ ਹੈਗੀ, ਕੁਝ ਨਹੀਂ ਹੈਗਾ, ਪਾਣੀ ਆ ਰਿਹਾ ਨਾ ਬੈਟਰੀ ਬੈਟਰੀ ਤੋਂ, ਸੌਰੀ ਟੈਂਕੀ ਤੋਂ ਥੱਲੇ ਪਾਣੀ ਆ ਰਿਹਾ ਨਾ। यस सर। ਬਸ ਇਹੀ ਆ। ਬੈਟਰੀ ਲੱਗੀ ਆ, ਬੈਟਰੀ ਦੇ ਬਾਹਰੋਂ, ਬੈਟਰੀ ਦੇ ਬਾਹਰਲੇ ਪੋਜ਼ਿਟਿਵ ਟਰਮੀਨਲ ਤੋਂ ਨੈਗੇਟਿਵ ਤੇ ਜਾਣਾ ਹੀ ਜਾਣਾ ਚਾਰਜ, ਬਸ ਤੁਸੀਂ ਉਸਨੂੰ ਕਿਸੇ ਕੰਡਕਟਿੰਗ ਤਾਰ ਨਾਲ ਜੋੜੋ ਸਹੀ। ਹੁਣ ਕੰਡਕਟਿੰਗ ਤਾਰ ਨਾਲ ਜੋੜਨ ਦਾ ਮਤਲਬ ਟੂਟੀ ਖੋਲਣਾ, ਹੁਣ ਟੂਟੀ ਬੰਦ ਰੱਖੋਗੇ ਫਿਰ ਥੋੜੀ ਆਊਗਾ, ਹੈਨਾ। यस सर। यस सर। ਸਿੰਪਲ ਜੀ ਗੱਲ ਆ। ਹੁਣ ਜਿਵੇਂ ਤੁਸੀਂ ਆਹ ਲਾਇਆ, ਆ ਬੈਟਰੀ ਲਾਈ ਹੋਈ ਆ ਇੱਕ, ਠੀਕ ਆ, 10 ਵੋਲਟ ਦੀ ਲਾਈ ਆ, ਤੇ ਇੱਥੇ ਤੁਸੀਂ ਨਾਲ ਇਹਦੇ ਕੀ ਲਗਾਇਆ, ਤੇ ਕੀ ਤਾਂ ਤੁਸੀਂ ਬੰਦ ਕੀਤਾ ਹੋਇਆ ਸਵਿਚ, ਤੇ ਇੱਥੇ ਐਕਸਟਰਾ ਰੈਜ਼ਿਸਟੈਂਸ ਲਾਈ ਹੋਈ ਆ ਜਾਂ ਕੁਝ ਵੀ ਲਾਇਆ ਹੈ, ਜਾਂ ਕੈਪੈਸਿਟਰ ਲਗਾ ਲਾਂਗੇ ਬਾਅਦ, ਤੇ ਹੁਣ ਇਹ ਬੰਦ ਦਾ ਥੋੜੀ ਕੁਝ ਹੋਊਗਾ। ਹੁਣੇ ਕੁਝ ਨਹੀਂ ਹੋ ਰਿਹਾ, ਕੁਝ ਵੀ ਨਹੀਂ ਹੋ ਰਿਹਾ। ਇਹਨੂੰ ਜੋੜਿਆ, ਨਾਲ ਹੀ ਇਧਰ ਚਾਰਜ ਨਿਕਲ ਪਿਆ, ਕਿਉਂਕਿ ਉਹ ਤਾਂ ਭਰਿਆ ਪਿਆ ਸੀ 10 ਵੋਲਟ ਤੇ, ਜਾਂ 10 ਵੋਲਟ ਪੋਟੈਂਸ਼ੀਅਲ ਤੇ ਸੀਗਾ, ਹਨਾ। ਨਾਲ ਹੀ ਬੈਟਰੀ ਨੇ ਕੰਮ ਕਰਨਾ ਸ਼ੁਰੂ ਕਰਤਾ, ਫਿਰ ਨੀਚੋਂ ਚੱਕ ਕੇ ਉੱਪਰ ਗਿਆ ਸਿੱਟਣਾ ਨਾਲ ਕਿ ਨਹੀਂ, यस सर। ਹਨਾ। ਤਾਂ ਬੈਟਰੀ ਨੂੰ ਕਰ, ਬੈਟਰੀ ਦੇ ਅੰਦਰ ਕੈਮੀਕਲ ਰਿਐਕਸ਼ਨ ਸਭ ਕੁਝ ਚੱਲ ਪਿਆ। ਸਰ ਆਪਾਂ ਐਵੇਂ ਕਹਿ ਸਕਦੇ ਆ ਨਾ ਕਿ ਕਰੰਟ ਦੀ ਡਾਇਰੈਕਸ਼ਨ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਹੈ। ਕਰੰਟ ਦੀ ਡਾਇਰੈਕਸ਼ਨ, ਹਾਂ ਬਿਲਕੁਲ ਕਹਿ ਸਕਦੇ ਹਾਂ, ਬਿਲਕੁਲ ਠੀਕ। ਬਾਹਰਲੇ ਸਰਕਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਦਾਂ ਹੀ ਕਿ ਇਲੈਕਟ੍ਰਿਕ ਫੀਲਡ, ਕਿਉਂਕਿ ਜਿਹੜਾ ਪੋਜ਼ਿਟਿਵ ਚਾਰਜ ਹੁੰਦਾ ਹੈ ਆਪਾਂ ਉਹੀ ਡਾਇਰੈਕਸ਼ਨ ਨੂੰ ਹੀ ਆਪਾਂ ਮੰਨਦੇ ਨਾ, ਕਰੰਟ ਦੀ ਡਾਇਰੈਕਸ਼ਨ, ਤੇ ਪੋਜ਼ਿਟਿਵ ਚਾਰਜ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰਦਾ ਹੈ, ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ, ਬਿਲਕੁਲ ਕਹਿ ਸਕਦੇ ਹਾਂ। ਪਰ ਇਲੈਕਟ੍ਰੋਨ ਪੁੱਠੇ ਜਾ ਰਹੇ ਹੁੰਦੇ ਨੇ, ਤੇ ਬਾਹਰਲੇ ਸਰਕਟ 'ਚ ਬੇਸਿਕਲੀ ਇਲੈਕਟ੍ਰੋਨ ਹੀ ਜਾ ਰਹੇ ਹੁੰਦੇ ਨੇ ਇੱਧਰ ਨੂੰ, ਉਹ ਆਪਾਂ ਨੂੰ, ਪਰ ਆਪਾਂ ਉਹਨੂੰ ਕਨਵੈਨਸ਼ਨਲੀ ਮੰਨ ਲੈਂਦੇ ਆ ਕਿ ਪੋਜ਼ਿਟਿਵ ਇੱਧਰ ਨੂੰ ਜਾ ਰਿਹਾ, ਹਨਾ। यस सर। ਪੋਜ਼ਿਟਿਵ ਕਿੱਥੋਂ ਚੱਲ ਜੂਗਾ, ਪੋਜ਼ਿਟਿਵ ਤਾਂ ਵਿਚਾਰਾ ਪ੍ਰੋਟੋਨ ਹੈਗਾ, ਉਹ 'ਚ ਫਸਿਆ ਪਿਆ ਨਾ ਨਿਊਕਲੀਅਸ ਤੋਂ, ਕਿੱਥੋਂ ਨਿਕਲ ਜੂ ਵਿਚਾਰਾ। ਇਲੈਕਟ੍ਰੋਨ ਜਾਂਦਾ ਹੈ, ਮੰਨ ਲੈਂਦੇ ਅਸੀਂ ਵੀ ਪ੍ਰੋਟੋਨ ਆਇਆ ਬੇਸਿਕਲੀ। ਹੁਣ ਇਲੈਕਟ੍ਰੋਨ ਜਾਊਗਾ ਇੱਧਰ, ਨੈਗੇਟਿਵ ਟਰਮੀਨਲ ਹੈਗਾ, ਹਨਾ, ਇਧਰੋਂ ਇਲੈਕਟ੍ਰੋਨ ਜਾਊਗਾ, ਬੇਸਿਕਲੀ ਉਧਰੋਂ ਪੋਜ਼ਿਟਿਵ ਆ ਰਿਹਾ। ਆਪਾਂ ਪਰ ਇਹਨੂੰ ਸ਼ੋ ਨਹੀਂ ਕਰਦੇ, ਆਪਾਂ ਕਨਵੈਨਸ਼ਨਸ ਆਪਣੀ ਖਰਾਬ ਨਹੀਂ ਕਰਦੇ, ਪੋਜ਼ਿਟਿਵ ਦੇ ਹਿਸਾਬ ਨਾਲ ਸੋਚਦੇ ਹਾਂ ਹਰ ਗੱਲ ਕਲੀਅਰ ਹੋਈ? ਹਾਂਜੀ ਸਰ। ਹੁਣ ਸਮਝ ਲੱਗ ਗਈ ਜਸ਼ਨਜੋਤ, ਬਲਜੀਤ, ਯੈਸ ਸਰ। ਤਨਵੀਰ ਕੌਰ? यस सर। ਸਰ ਬੈਟਰੀ ਦੇ ਅੰਦਰ ਸਿਰਫ ਇਲੈਕਟ੍ਰਿਕ ਫੀਲਡ ਤੋਂ ਆਪੋਜ਼ਿਟ ਜਾਊਗਾ, ਹੈ ਨਾ। ਬੈਟਰੀ ਦੇ ਅੰਦਰ ਕੀ ਹੋਊਗਾ, ਆਪਾਂ ਇਹਦੇ ਬਾਰੇ ਹੁਣ ਕੋਈ ਗੱਲ ਨਹੀਂ ਕਰਨੀ, ਮੈਂ ਕਹਿ ਰਿਹਾ ਨਾ।
ਬੈਟਰੀ ਦੇ ਅੰਦਰ ਮੈਂ ਕਹਿੰਦਾ ਲੋਅਰ ਪੋਟੈਂਸ਼ੀਅਲ ਤੋਂ ਚੱਕ ਕੇ ਹਾਇਰ ਤੇ ਸਿੱਟ ਰਿਹਾ ਹੋ ਹਨਾ ਆਬਵੀਅਸਲੀ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਜਾਊਗਾ ਤਾਂ ਹੀ ਤੁਹਾਨੂੰ ਵਰਕ ਕਰਨਾ ਪੈ ਰਿਹਾ ਨਾ ਹਾਂਜੀ ਪਰ ਆਪਾਂ ਉਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਆਪਾਂ ਕੀ ਗੱਲ ਦੀ ਟੈਨਸ਼ਨ ਲੈਣੀ ਆ ਆਪਾਂ ਆਹ ਗੱਲ ਦੀ ਟੈਨਸ਼ਨ ਲੈਣੀ ਆ ਵੀ ਜੇ ਆਹ ਕੋਈ ਤਾਰ ਹੈ ਇਸ ਜਗ੍ਹਾ ਤੇ ਮੈਨੂੰ ਕੋਈ ਬੰਦਾ ਕਹਿ ਦੇਵੇ ਪੋਟੈਂਸ਼ੀਅਲ 2 ਵੋਲਟ ਹੈ ਇਸ ਤੋਂ ਬਾਅਦ ਉਹ ਲਾ ਦੇਵੇ ਬੈਟਰੀ ਤੇ ਬੈਟਰੀ ਲਾ ਦੇਵੇ ਜੇ ਐਦਾਂ ਇਹਦਾ ਮਤਲਬ ਇਹ ਆ ਵੀ ਇੱਧਰ ਹਾਇਰ ਤੋਂ ਲੋਅਰ ਜਾ ਰਿਹਾ ਤੂੰ ਘਟ ਰਿਹਾ ਤੇ ਕਿੰਨਾ ਵੋਲਟ 10 ਵੋਲਟ ਤਾਂ 2 ਵਿੱਚੋਂ 10 ਘਟਾ ਦੇਣੇ ਚਾਹੀਦੇ ਆ ਹੈ ਕਿ ਨਹੀਂ ਹਾਂਜੀ ਸਰ ਤਾਂ ਇੱਧਰਲਾ ਪੋਟੈਂਸ਼ੀਅਲ ਆ ਜਾਊਗਾ ਹਨਾ यस सर ਇਹ ਮੰਨ ਲਓ A ਪੁਆਇੰਟ ਆ ਆਹ ਪੁਆਇੰਟ ਮੰਨ ਲਓ B ਆ ਇਹਨੂੰ ਐਵੇਂ ਲਿਖ ਸਕਦਾ ਬੰਦਾ ਵੀ ਪੋਟੈਂਸ਼ੀਅਲ ਐਟ A ਜਿੰਨਾ ਸੀਗਾ ਪਲੱਸ ਪੋਟੈਂਸ਼ੀਅਲ ਘਟਿਆ ਨਾ ਤਾਂ -10 ਵੋਲਟ ਲਿਖਾਂਗਾ ਫਿਰ ਮੈਂ ਉਹਨੂੰ ਬਰਾਬਰ ਹੋਏਗਾ ਪੋਟੈਂਸ਼ੀਅਲ ਐਟ B ਤਾਂ ਆਟੋਮੈਟਿਕਲੀ ਪੋਟੈਂਸ਼ੀਅਲ ਐਟ B ਇੱਥੇ 2 ਪੁੱਟ ਕਰੋ ਤਾਂ -8 ਆ ਜਾਏਗਾ ਤੇ ਜੇ -8 ਆ ਗਿਆ ਤੁਸੀਂ ਸੋਚ ਕੇ ਦੇਖੋ 2 ਤੇ -8 ਚ ਕਿੰਨਾ ਫਰਕ ਹੁੰਦਾ 10 ਦਾ ਇੱਕ ਫਰਕ ਹੁੰਦਾ ਤੇ ਆ ਵੀ ਦੇਖ ਲਓ 2 ਹਾਇਰ ਵਾਲੇ ਪਾਸੇ ਹੈ ਤੇ -8 ਲੋਅਰ ਵਾਲੇ ਪਾਸੇ ਹੈ ਹਾਂਜੀ ਯਾਦ ਰੱਖਿਓ ਐਬਸੋਲੂਟ ਪੋਟੈਂਸ਼ੀਅਲ ਜੋ ਹੁੰਦਾ ਹੈ ਨਾ ਉਹਦੀ ਕੋਈ ਬਹੁਤੀ ਆਪਣੇ ਲਈ ਸੈਂਸ ਨਹੀਂ ਬਣਦੀ ਆਪਾਂ ਗੱਲ ਕਰਦੇ ਹਾਂ ਡਿਫਰੈਂਸ ਆਫ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ 2 ਪੁਆਇੰਟਸ ਦੇ ਵਿੱਚ ਆਪਣੇ ਲਈ ਆਪਾਂ ਕੰਮ ਇਹਦੇ ਹਿਸਾਬ ਨਾਲ ਸੋਚਦੇ ਤੇ ਕਰਦੇ ਹੁਣ ਜੇ ਆਹੀ ਬੈਟਰੀ ਪੁੱਠੀ ਲਾ ਦੇਵਾਂ ਐ ਕਰਕੇ ਇੱਥੇ 2 ਵੋਲਟ ਹੈਗਾ ਆ ਤੇ ਇੱਥੇ ਮੈਂ ਬੈਟਰੀ ਐ ਲਾ ਦੇਵਾਂ ਵੀ ਇਧਰ ਲੋਅਰ ਤੇ ਇਧਰ ਹਾਇਰ ਹੈ 10 ਵੋਲਟ ਦੀ ਤਾਂ ਇਧਰ 12 ਵੋਲਟ ਬਣੇਗਾ ਨਾ ਫਿਰ ਵੱਧ ਗਿਆ ਨਾ 10 यस ਹਾਂਜੀ ਸਰ ਤੁਸੀਂ ਬੈਟਰੀ ਟੱਪੀ ਪੋਟੈਂਸ਼ੀਅਲ ਵਧਿਆ ਜਾਂ ਘਟਿਆ ਡਿਪੈਂਡਿੰਗ ਅਪਨ ਤੁਸੀਂ ਬੈਟਰੀ ਦੇ ਪੋਜ਼ਿਟਿਵ ਤੋਂ ਨੈਗੇਟਿਵ ਨੂੰ ਟੱਪੇ ਹੋ ਕਿ ਨੈਗੇਟਿਵ ਤੋਂ ਪੋਜ਼ਿਟਿਵ ਨੂੰ ਟੱਪੇ ਹੋ ਗੱਲ ਕਲੀਅਰ ਹੋਈ यस ਸਾਰਿਆਂ ਨੂੰ ਸਮਝ ਲੱਗ ਗਈ ਗੱਲ ਹੈ ਕਿ ਨਹੀਂ ਦੱਸੋ Yes. यस सर ਠੀਕ ਹੁਣ ਬਿਲਕੁਲ ਇਸ ਤਰ੍ਹਾਂ ਆਪਾਂ ਕਹਿੰਦੇ ਬੈਟਰੀ ਜੋ ਕਰਦੀ ਹੈ ਬੈਟਰੀ ਉਸ ਪੋਟੈਂਸ਼ੀਅਲ ਨੂੰ ਮੇਨਟੇਨ ਰੱਖੂਗੀ ਇਹ 10 ਵੋਲਟ ਮੇਨਟੇਨ ਰੱਖੂਗੀ ਹਮੇਸ਼ਾ ਡਿਫਰੈਂਸ ਬਿਟਵੀਨ ਦਾ 2 यस सर ਬੈਟਰੀ ਨੂੰ ਲੈਣਾ ਦੇਣਾ ਨਹੀਂ ਹੈਗਾ ਕਿ ਬਾਹਰ ਕੀ ਚੱਲ ਰਿਹਾ ਉਹ ਆਪਣਾ ਪੋਟੈਂਸ਼ੀਅਲ ਡਿਫਰੈਂਸ ਜੋ ਮੇਨਟੇਨ ਰੱਖੂਗਾ ਉਹ ਦੇ ਦੂਗੀ ਤੁਹਾਨੂੰ ਠੀਕ ਹੈ ਗੱਲ यस ਜੇ ਕਿਸੇ ਸਰਕਟ 'ਚ ਇੱਥੇ 0 ਹੈਗਾ ਆ ਤੇ ਤੁਸੀਂ ਬੈਟਰੀ ਲਗਾ ਰਹੇ ਹੋ ਇਸ ਤਰ੍ਹਾਂ ਦੀ 10 ਵੋਲਟ ਦੀ ਤਾਂ ਬੈਟਰੀ ਨੇ ਚੱਕ ਕੇ ਮਾਰਨਾ ਉਹਨੂੰ 10 ਤੇ ਇੱਧਰ 2 ਹੈਗਾ ਆ ਬੈਟਰੀ ਲਾਈ ਉਹਨੂੰ ਚੱਕ ਕੇ ਮਾਰਨਾ 12 ਤੇ ਸਮਝ ਲੱਗ ਰਹੀ ਗੱਲ ਇੱਥੇ ਆਂਦੇ ਹੋਏ ਪੋਟੈਂਸ਼ੀਅਲ ਇੱਥੇ -1 ਵੋਲਟ ਆ ਬੈਟਰੀ ਲਾਤੀ 10 ਵੋਲਟ ਦੀ ਉਹਨੂੰ ਚੱਕ ਕੇ ਮਾਰਨਾ ਉਹਨੇ 9 ਤੇ Not it. ਸਮਝ ਲੱਗ ਰਹੀ ਗੱਲ ਸਾਰਿਆਂ ਨੂੰ यस सर ਇਹੀ ਕੰਮ ਜੇ ਐ ਹੋ ਜਵੇ ਕਿ ਜੇ ਇੱਥੇ 0 ਹੈਗਾ ਆ ਤੇ ਇੱਥੇ ਬੈਟਰੀ ਐ ਲਾਤੀ ਤਾਂ ਇੱਧਰ ਲਾਊਗਾ -10 -10. ਤਾਂ ਇੱਧਰ ਜੇ 2 ਹੈਗਾ ਆ ਤੇ ਬੈਟਰੀ ਐ ਲਾਤੀ -8 -8 volt. ਇੱਧਰ ਜੇ -1 ਵੋਲਟ ਹੈਗਾ ਬੈਟਰੀ ਐ ਲਾਈ ਆ ਤਾਂ ਇੱਧਰ यस 11 ਉਹ ਕੀ ਹੋਗਾ -1 ਲਾਈਏ 10 ਵੋਲਟ ਦੀ ਬੈਟਰੀ ਆ ਕਿੰਨਾ -11 11 ਸਮਝ ਲੱਗ ਗਈ ਸਾਰਿਆਂ ਨੂੰ ਗੱਲ ਹੁਣ Yes, sir. Yes, sir. ਸੋ ਆਹ ਗੱਲ ਨੂੰ ਕਦੀ ਨਾ ਭੁੱਲਿਓ ਬਹੁਤ ਬੇਸਿਕ ਗੱਲਾਂ ਨੇ ਬਸ ਤੁਸੀਂ ਆਹ ਦੇਖਣਾ ਹਾਇਰ ਟੂ ਲੋਅਰ ਲੋਅਰ ਟੂ ਹਾਇਰ ਜਿਵੇਂ ਵੀ ਜਾ ਰਹੇ ਆਪਾਂ ਜੇ ਤੁਸੀਂ ਦੇਖੋ ਪੋਟੈਂਸ਼ੀਅਲ ਡਿਫਰੈਂਸ ਜੋ ਡੈਲਟਾ V ਹੁੰਦਾ ਨਾ ਉਹ ਹਮੇਸ਼ਾ ਫਾਈਨਲ ਮਾਈਨਸ ਇਨੀਸ਼ੀਅਲ ਹੁੰਦਾ ਯਾਦ ਰੱਖਿਓ ਜੇ ਤੁਸੀਂ ਫਾਈਨਲੀ ਜ਼ਿਆਦਾ ਪੋਟੈਂਸ਼ੀਅਲ ਤੇ ਹੈਗੇ ਹੋ ਹਾਇਰ ਟੂ ਲੋਅਰ ਜਾ ਰਹੇ ਹੋ ਜੇ ਤੁਸੀਂ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਜਾ ਰਹੇ ਹੋ ਤਾਂ ਹਾਈ ਵਾਲਾ ਇਨੀਸ਼ੀਅਲ ਆ ਵਾਲਾ ਹਾਈ ਹੈ ਫਾਈਨਲ ਵਾਲਾ ਲੋ ਹੈ ਤਾਂ ਤੁਹਾਡਾ ਡੈਲਟਾ V ਕੀ ਆਏਗਾ नेगेटिव आएगा ना है ना यस सर ਤੇ ਜੇ ਤੁਸੀਂ ਲੋ ਤੋਂ ਹਾਈ ਸਿੱਧੀ ਜੀ ਗੱਲ ਹੈ ਯਾਰ ਆਪ ਸੋਚੋ ਉੱਪਰ ਜਾ ਰਹੇ ਹੋ ਤਾਂ ਪੋਜ਼ਿਟਿਵ ਲੈ ਲਓ ਥੱਲੇ ਜਾ ਰਹੇ ਹੋ ਨੈਗੇਟਿਵ ਲੈ ਲਓ ਜਦੋਂ ਫਲਾਈਓਵਰ ਜਿਹੜਾ ਆਂਦਾ ਰਸਤੇ 'ਚ ਫਲਾਈਓਵਰ ਐ ਚੜ ਕੇ ਆਏ ਉੱਤਰ ਜਾਂਦੇ ਹੋ ਜਦੋਂ ਫਲਾਈਓਵਰ ਚੜ ਰਹੇ ਹੁੰਦੇ ਹੋ ਇਧਰਲੇ ਪਾਸੇ ਪੋਟੈਂਸ਼ੀਅਲ ਡਿਫਰੈਂਸ ਤੁਹਾਡਾ ਕੀ ਆਏਗਾ ਪੋਜ਼ਿਟਿਵ ਤੇ ਇਧਰਲੇ ਪਾਸੇ ਕੀ ਆਏਗਾ नेगेटिव ਨੈਗੇਟਿਵ ਬਸ ਇੰਨੀ ਜੀ ਗੱਲ ਜਿਹੜਾ ਬੰਦਾ ਯਾਦ ਰੱਖੇ ਉਹਨੂੰ ਕੀ ਔਖਾ ਇਹ ਸਾਰਾ ਕੁਝ ਦੱਸੋ ਗੱਲ ਕਲੀਅਰ ਹੋ ਗਈ ਸਾਰਿਆਂ ਨੂੰ ਕਿ ਨਹੀਂ ਬੈਟਰੀ ਨੂੰ ਵਰਤਣਾ ਸਿੱਖਣਾ ਬਹੁਤ ਜ਼ਰੂਰੀ ਹੈ ਆਪਣੇ ਲਈ ਇਹ ਗੱਲ ਯਾਦ ਰੱਖਿਓ ਠੀਕ ਹੈ ਕਿਉਂਕਿ ਇਹਦੇ ਨਾਲ ਜੁੜੀਆਂ ਹੋਈਆਂ ਤੁਹਾਨੂੰ 2-3 ਚੀਜ਼ਾਂ ਮੈਂ ਸਿਖਾਣੀਆਂ ਨੇ ਜਿਹਦੇ ਕਰਕੇ ਆਪਾਂ ਅੱਗੇ ਦਾ ਕੰਮ ਵਧੀਆ ਤਰ੍ਹਾਂ ਕਰ ਪਾਵਾਂਗੇ ਉਹਨਾਂ 'ਚ ਇੱਕ ਚੀਜ਼ ਮੈਂ ਹੁਣੇ ਕਰਦਾ ਵਾਂ ਯਾਦ ਰੱਖਿਓ
ਸਭ ਤੋਂ ਪਹਿਲਾਂ ਇੱਕ ਸਰਕਟਸ ਦੇ ਵਿੱਚ ਨਾ ਆਪਾਂ ਵੈਸੇ ਇਹ ਰੂਲਸ ਆਪਾਂ ਅੱਗੇ ਵੀ ਕਰਾਂਗੇ ਕਰੰਟ ਇਲੈਕਟ੍ਰਿਸਿਟੀ ਚ ਕਰਾਂਗੇ, ਪਰ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸੋਚਿਆ ਮੈਂ ਹੁਣੇ ਸਿੱਖ ਲਓ ਤਾਂ ਕਿ ਵਰਤਨੇ ਸੌਖੇ ਹੋਣੇ। ਜਿਵੇਂ ਹੁਣ ਤੁਹਾਨੂੰ ਬੈਟਰੀ ਲਾਉਣ ਦੀ ਸਮੱਸਿਆ ਹੋ ਰਹੀ ਸੀ ਤੁਹਾਨੂੰ, ਤਾਂ ਇਸ ਲਈ ਤੁਹਾਨੂੰ ਬੇਸਿਕ ਗੱਲ ਸਮਝ ਲੈਣੀ ਚਾਹੀਦੀ ਪਹਿਲਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੰਕਸ਼ਨ ਰੂਲ। ਜੰਕਸ਼ਨ ਰੂਲ ਬੜਾ ਹੀ ਸੌਖਾ ਰੂਲ ਹੈ। ਇਹਨੂੰ ਤਾਂ ਕਈ ਵਾਰ ਆਪਾਂ ਉਹੀ ਐਂ ਲਾ ਦਿੰਦੇ ਆ ਵਿੱਚੋਂ ਸਰਕਟ 'ਚ ਸਕੀਮ ਬਣਾਉਂਦੇ ਬਣਾਉਂਦੇ ਲਾ ਦਿੰਦੇ ਨਾਲ ਦੇ ਨਾਲ। ਜੰਕਸ਼ਨ ਰੂਲ ਕੀ ਹੈ? ਬੜਾ ਸੌਖਾ ਹੈ। ਇਹ ਕਹਿੰਦਾ ਕਿ ਜੰਕਸ਼ਨ ਜਿਵੇਂ ਆਪਣੇ ਲੁਧਿਆਣੇ ਦਾ ਜੰਕਸ਼ਨ ਆ, ਟ੍ਰੇਨਾਂ ਆਉਂਦੀਆਂ ਟ੍ਰੇਨਾਂ ਜਾਂਦੀਆਂ, ਹਨਾ, ਉਧਰੋਂ ਆਈ ਕਿੱਧਰ ਗਈ, ਫਿਰ ਇੱਧਰੋਂ ਆਈ ਨਹੀਂ ਉਧਰ ਨੂੰ ਚਲੀ ਗਈ ਕਿਸੇ, ਹਨਾ, ਉਸੇ ਪੱਟਰੀ ਤੇ। ਇਹ ਤਾਂ ਨਹੀਂ ਹੁੰਦਾ ਕਿ ਇਸ ਪੱਟਰੀ ਤੋਂ ਟ੍ਰੇਨ ਆਈ ਹੈ ਹੁਣ ਇੱਧਰ ਨੂੰ ਜਾ ਨਹੀਂ ਸਕਦੀ, ਐ ਤਾਂ ਨਹੀਂ ਹੁੰਦਾ, ਨਹੀਂ ਹੁੰਦਾ ਨਾ। ਤਾਰਾਂ ਵੀ ਐਂ ਹੁੰਦੀਆਂ ਨੇ, ਤਾਰਾਂ ਵਿੱਚ ਵੀ ਜ਼ਰੂਰ ਥੋੜੀ ਕਿ ਕਰੰਟ ਇੱਧਰੋਂ ਇੱਧਰ ਆ ਸਕਦਾ, ਉਧਰੋਂ ਉੱਧਰ ਵੀ ਤਾਂ ਜਾ ਸਕਦਾ, ਹਨਾ। तो है करके जंक्शन में आ जंक्शन ਆਪਾਂ ਕਹਿੰਦੇ ਆ ਜਿੱਥੇ ਇੱਕ ਤੋਂ ਜ਼ਿਆਦਾ ਤਾਰਾਂ ਮਿਲਦੀਆਂ ਹੋਣ। ਬਸ ਸਿੰਪਲ ਜੀ ਗੱਲ ਹੈ। ਆ ਜੰਕਸ਼ਨ ਹੈ, 5 ਲਾ ਲਓ ਤਾਰਾਂ, ਜਿੰਨੀ ਮਰਜ਼ੀ ਤਾਰਾਂ ਲਾ ਲਓ, ਇਹਨੂੰ ਕਹਿੰਦੇ ਆ ਜੰਕਸ਼ਨ। ਸਰਕਟ ਚ ਬਥੇਰੀ ਜਗ੍ਹਾ ਜੰਕਸ਼ਨ ਬਣ ਸਕਦਾ ਹੈ। ਹੁਣ ਅੱਗੇ ਤਾਰ ਕਿੱਧਰ ਜਾ ਰਹੀ ਹੈ ਮੈਨੂੰ ਨਹੀਂ ਲੈਣ ਦੇਣਾ, ਆ ਕਿੱਧਰ ਜਾ ਰਹੀ ਹੈ ਮੈਂ ਨਹੀਂ ਇਸ ਗੱਲ ਦੀ ਟੈਨਸ਼ਨ ਲੈ ਰਿਹਾ ਵੀ ਕਿੱਧਰ ਜਾ ਰਹੀ ਹੈ। ਹੁੰਦਾ ਕੀ ਹੈ ਜੰਕਸ਼ਨ ਤੇ, ਉਹ ਕਹਿੰਦੇ ਦੇਖੋ ਵੀ ਕਿਸੇ ਵੀ ਜੰਕਸ਼ਨ ਤੇ ਐ ਤਾਂ ਨਹੀਂ ਹੋ ਸਕਦਾ ਕਿ ਜੰਕਸ਼ਨ ਆਪ ਹੀ ਚਾਰਜ ਪੈਦਾ ਕਰ ਰਿਹਾ ਹੋਵੇ, ਹਨਾ। ਜੰਕਸ਼ਨ ਤਾਂ ਜੰਕਸ਼ਨ ਆ, ਬਸ ਸਿੰਪਲ ਜੀ ਗੱਲ, ਜੰਕਸ਼ਨ ਤੇ ਜਿੰਨਾ ਚਾਰਜ ਆਉਂਦਾ ਆ ਉਨਾ ਚਾਰਜ ਜਾਂਦਾ ਹੈ। ਜਿਹੜੀ ਮਰਜ਼ੀ ਤਾਰਾਂ ਤੋਂ ਆਵੇ, ਜਿਹੜੀ ਮਰਜ਼ੀ ਤਾਰਾਂ ਤੋਂ ਜਾਵੇ। ਸਮਝ ਲੱਗੀ ਗੱਲ? यस सर। ਸੋ ਜੇ ਮੈਨੂੰ ਕੋਈ ਕਹਿ ਦੇਵੇ ਕਿ ਵੀ ਇਧਰੋਂ ਦੀ ਚਾਰਜ ਪੋਜ਼ਿਟਿਵ ਸ਼ੋ ਕਰਦੇ ਆਪਾਂ, ਮੈਂ ਕਹਿ ਰਿਹਾ ਵੀ ਇਧਰੋਂ ਦੀ ਚਾਰਜ ਆਇਆ Q1, ਇਧਰੋਂ ਦੀ ਚਾਰਜ ਆਇਆ Q3, ਇਧਰ ਦੀ ਚਾਰਜ ਗਿਆ Q2। ਦੇਖੋ ਨਾ, ਸਮਝ ਆ ਗਈ? ਜੰਕਸ਼ਨ ਤੋਂ ਜਾ ਰਿਹਾ, इधर जंक्शन वाल नू आ रहा, ठीक है। इधरों दी चार्ज आया मान लो Q4, इधरों दी चार्ज गया मान लो Q5। आगे क्लियर हुई? यस सर। Yes, sir. किसी भी जंक्शन तो हिमानी कि ये हो सकता कि सारे पासे चार्ज जा ही रहा होवे? नो सर। नहीं हो सकता ना, क्योंकि जंक्शन कोई सोर्स ऑफ चार्ज थोड़ी है कि सोर्स पैदा कर रहे चार्ज, है ना। तो ये हो सकता कि सारे पासों चार्ज आके जंक्शन च मुक रहा होवे, ये तो हो नहीं सकता, यस सर। क्योंकि जंक्शन कोई सिंक भी नहीं है ना। हाँ जी। ਜਿਵੇਂ ਸੋਰਸ ਆਪਣੇ ਕਿਚਨ 'ਚ ਆਪਣੀ ਜਿਹੜੀ ਉਹ ਲੱਗੀ ਹੁੰਦੀ ਆ ਟੂਟੀ ਜਿਹੀ, ਜਿੱਥੇ ਆਪਾਂ ਭਾਂਡੇ ਭੁੰਡੇ ਧੋਨੇ ਆ, ਤੇ ਉਹ ਜਿਹੜੀ ਟੂਟੀ ਹੁੰਦੀ ਆ ਉਹ ਕੀ ਹੁੰਦੀ ਆ? ਪਾਣੀ ਦਾ ਸੋਰਸ ਹੁੰਦੀ ਹੈ ਨਾ ਉਹ। ਹਾਂਜੀ। ਤੇ ਸਿੰਕ ਜਿਹੜੇ ਨੀਚੇ ਮੋਰੀ ਜੀ ਜਿਹਦੇ ਚੱਲ ਜਾਂਦਾ ਸਾਰਾ ਪਾਣੀ, ਉਹਨੂੰ ਕੀ ਕਹਿੰਦੇ ਆਪਾਂ? ਸਿੰਕ ਕਹਿੰਦੇ ਆ ਨਾ, ਸਿੰਕ। यस सर। ਮਤਲਬ ਕਿ ਜਿਹਦੇ ਪਾਣੀ ਚਲਾ ਗਿਆ ਸਾਰਾ। ਪਰ ਜੰਕਸ਼ਨ ਨਾ ਤਾਂ ਚਾਰਜ ਦਾ ਸੋਰਸ ਹੈ ਨਾ ਸਿੰਕ ਹੈ। ਕਹਿਣ ਦਾ ਭਾਵ ਇਹ ਹੈ ਵੀ ਜਿੰਨਾ ਚਾਰਜ ਆਊਗਾ ਉਨੇ ਚਾਰਜ ਨੂੰ ਜਾਣਾ ਹੀ ਪੈਣਾ ਕਿਸੇ ਨਾ ਕਿਸੇ ਦਾ। 5 ਰਸਤੇ ਨੇ। ਹੁਣ ਇੱਥੇ ਦੇਖੋ, ਫਿਰ ਆਪਾਂ ਕਹਿੰਦੇ ਐਲਜੇਬਰਾਇਕ ਸਮ ਜਿਹੜਾ ਹੁੰਦਾ ਨਾ ਇਹਨਾਂ ਦਾ, ਉਹ ਇਕੁਅਲ ਹੁੰਦਾ ਹੈ, ਸੌਰੀ ਇਕੁਅਲ ਟੂ 0 ਹੁੰਦਾ ਹੈ। ਐਲਜੇਬਰਾਇਕ ਸਮ ਦਾ ਮਤਲਬ ਕੀ ਹੈ? ਵੀ ਐਲਜੇਬਰਾਇਕਲੀ ਤੁਸੀਂ ਇਹ ਮੰਨ ਲਓ ਨਾ, ਜਿਹੜਾ ਚਾਰਜ ਆਇਆ ਹੈ ਨਾ ਉਹਨੂੰ ਮੰਨ ਲਓ ਪੋਜ਼ਿਟਿਵ, ਜਿਹੜਾ ਗਿਆ ਉਹਨੂੰ ਮੰਨ ਲਓ ਨੈਗੇਟਿਵ। ਤਾਂ ਜਿਹੜਾ ਚਾਰਜ ਆਇਆ ਉਹ ਕਿਹੜਾ ਹੈ? Q1। Q3। Q2 ਨੂੰ ਕੀ ਮੰਨਣਾ ਪੈਣਾ? Minus Q2. Q3, Q4 ਮਾਈਨਸ Q5। ਕੋਈ ਬੱਚੇ ਨਾ ਇੱਥੇ ਕਨਫਿਊਜ਼ ਹੋ ਜਾਂਦੇ ਨੇ, ਐਲਜੇਬਰਾਇਕ ਵਾਲੇ ਸ਼ਬਦ ਤੋਂ ਕਨਫਿਊਜ਼ ਹੋ ਜਾਂਦੇ ਨੇ। ਉਹ ਕਹਿੰਦਾ ਲੈ ਵੀ ਚਾਰਜ ਤਾਂ ਪੋਜ਼ਿਟਿਵ ਸੀਗਾ, ਤੂੰ ਨੈਗੇਟਿਵ ਕਿਉਂ ਲਿਆ ਵੀ? ਉਹ ਬਈ ਇਹਦਾ ਮਤਲਬ ਸਿਰਫ ਇਹ ਹੈ ਕਿ ਇੰਨਾ ਚਾਰਜ ਘਟ ਗਿਆ। Q5 ਮਾਈਨਸ ਲੈਣ ਦਾ ਮਤਲਬ ਇੰਨਾ ਚਾਰਜ ਜੰਕਸ਼ਨ ਤੋਂ ਘਟ ਗਿਆ। Q1, Q3, Q4 ਨੇ ਵਾਧਾ ਕੀਤਾ ਚਾਰਜ ਵਿੱਚ, ਬਸ। ਤੇ ਜਦੋਂ ਤੁਸੀਂ ਇਹਨੂੰ ਲਿਖੋਗੇ ਜ਼ਿਆਦਾ ਵਧੀਆ ਤਾਂ ਐ ਲਿਖ ਦੋਗੇ Q1 + Q3 + Q4 ਇੱਧਰਲੇ ਪਾਸੇ ਰੱਖ ਲਓ, ਤੇ Q2 Q5 ਆਪਣੇ ਆਪ ਹੀ ਚਲਾ ਗਿਆ ਨਾ ਉਧਰ ਪਾਸੇ। यस सर। Yes. ਇਹਦਾ ਮਤਲਬ ਆ ਕੀ ਆ? ਇਹ ਇਨਕਮਿੰਗ ਚਾਰਜ ਹੈ, ਆਊਟਗੋਇੰਗ ਚਾਰਜ ਹੈ, ਬਸ। ਸੋ ਕਿਸੇ ਵੀ ਜੰਕਸ਼ਨ ਤੇ ਜਿੰਨਾ ਚਾਰਜ ਆਉਂਦਾ ਆ ਉਨਾ ਹੀ ਚਾਰਜ ਜਾਂਦਾ ਆ। ਇਹਨੂੰ ਕੀ ਕਹਿੰਦੇ ਆ? ਜੰਕਸ਼ਨ ਰੂਲ। ਸਮਝ ਲੱਗ ਗਈ ਸਾਰਿਆਂ ਨੂੰ? यस सर। ਇਹੀ ਗੱਲ ਅੱਗੇ ਜਾ ਕੇ ਆਪਾਂ ਕਰੰਟ ਤੇ ਵੀ ਲਾਗੂ ਕਰਾਂਗੇ। ਜੇ ਮੈਨੂੰ ਕੋਈ ਕਹਿ ਦੇਵੇ ਵੀ ਨਹੀਂ ਮੈਂ ਕਰੰਟ ਕੈਲਕੂਲੇਟ ਕੀਤਾ ਹੈ ਵਾ ਹਰ ਪਾਸੇ, ਤੇ ਕਰੰਟ ਤੇ ਵੀ ਲਾਗੂ ਕਰਾਂਗੇ। ਮੰਨ ਲਓ ਕੋਈ ਬੰਦਾ ਕਹਿ ਦੇਵੇ ਇੱਥੇ ਕਰੰਟ ਆਇਆ I1, I ਨਾਲ ਕਰੰਟ ਕਹਿ ਦੇਣਾ, ਇੱਥੇ ਕਰੰਟ ਆਇਆ I2, ਇੱਥੋਂ ਕਰੰਟ ਗਿਆ I3, ਇੱਥੋਂ ਕਰੰਟ ਗਿਆ I4, ਇੱਥੋਂ ਕਰੰਟ ਆਇਆ I5। ਤਾਂ ਆਪਾਂ ਇਹ ਗੱਲ ਕਰੰਟ ਬਾਰੇ ਵੀ ਕਹਿ ਸਕਦੇ ਨਾ ਵੀ I1 + I2 + I5 ਬਰਾਬਰ ਹੈ I3 + I4। ਸੋ ਚਾਹੇ ਚਾਰजेस ਤੇ ਲਗਾ ਲਓ ਜੰਕਸ਼ਨ ਰੂਲ ਨੂੰ, ਚਾਹੇ ਕਰੰਟ ਤੇ ਲਗਾ ਲਓ, ਸਿੰਪਲ ਜੀ ਗੱਲ ਹੈ, ਜੰਕਸ਼ਨ ਤੇ ਲਾਗੂ ਹੁੰਦਾ ਹੈ। ਇੰਨਾ ਸਿੱਧਾ ਮਾਮਲਾ ਵੀ 8ਵੀਂ ਦੇ ਬੱਚੇ ਨੂੰ ਪੜ੍ਹਾ ਲਓ ਭਾਵੇਂ ਇਹ ਗੱਲ, ਉਹਨੂੰ ਵੀ ਪਤਾ ਲੱਗ ਜੂ ਵੀ ਹਾਂ ਯਾਰ ਇਹਦਾ ਸਿੱਧਾ ਜਿਹਾ ਮਾਮਲਾ। ਇਹਦੀ ਜਗ੍ਹਾ ਪਾਈਪਾਂ ਲਾ ਦਈਏ ਤੇ ਪਾਣੀ ਦੀ ਵਾਰ ਵੀ ਇਹੀ ਕਹੂੰਗਾ ਮੈਂ, ਪਾਣੀ ਦੀ ਹੈ ਨਾ ਭਰ ਕੇ ਚੱਲੇ ਹੋ, ਵੀ ਪਾਣੀ ਜਿੰਨਾ ਆਊਗਾ ਪਾਈਪਾਂ 'ਚ ਉਨਾ ਫਿਰ ਦੂਜੀਆਂ ਪਾਈਪਾਂ 'ਚ ਜਾਣਾ ਵੀ ਤਾਂ ਚਾਹੀਦਾ, ਨਹੀਂ ਤਾਂ ਪਾਈਪ ਫਟ ਜਾਣੀ ਹੈ। ਆ ਜਿਹੜਾ ਜੰਕਸ਼ਨ ਲੱਗਿਆ ਤੁਹਾਡਾ, ਹਨਾ। यस सर। Yes, sir. ਕਿਸੇ ਨੂੰ ਕੋਈ ਪ੍ਰੋਬਲਮ ਹੁਣ ਤੱਕ ਦੇ ਲੈਕਚਰ 'ਚ? नो सर। No, sir. ਬਹੁਤ ਵਧੀਆ Sir, ਚਲੋ junction ਸਿੱਖ ਕੇ ਚੱਲੋ।
ਬੇਸਿਕ ਚੀਜ਼ਾਂ ਸਮਝ ਕੇ ਚੱਲੋ ਤੁਸੀਂ, ਠੀਕ ਹੈ। ਹੁਣ ਆਪਾਂ ਇੱਥੋਂ ਸ਼ੁਰੂ ਕਰਾਂਗੇ। ਮੈਂ ਤੁਹਾਨੂੰ ਜੰਕਸ਼ਨ ਰੂਲ ਤੋਂ ਬਾਅਦ ਕਿਰਚੌਫਸ ਵੋਲਟੇਜ ਲਾਅ ਕਰਾਉਂਗਾ, ਫਿਰ ਤੁਹਾਨੂੰ ਆਰਾਮ ਨਾਲ ਉਸ ਤੋਂ ਬਾਅਦ ਅੱਗੇ ਵਾਲਾ ਕੰਮ ਕਰਾਉਂਗਾ, ਫਿਰ ਤੁਹਾਨੂੰ ਬਹੁਤ ਸੌਖਾ ਹੀ ਸਮਝ ਲੱਗੇਗਾ। ਹੈ ਐਡਾ ਕੋਈ ਮਸਲਾ ਨਹੀਂ ਹੈ। ਕੈਪੈਸਿਟਰ ਈਜ਼ੀ ਹੈ, ਕੈਪੈਸਿਟਰ ਈਜ਼ੀ ਹੈ, ਪਰ ਇੰਨਾ ਹੀ ਜ਼ਿਆਦਾ ਇਹਨੂੰ ਥੋੜਾ ਕੈਲਕੂਲੇਸ਼ਨ ਫਾਸਟ ਵੀ ਚਾਹੀਦੀ ਹੈ ਤਾਂ ਈਜ਼ੀ ਹੈ। ਨਹੀਂ ਤਾਂ ਕੈਲਕੂਲੇਸ਼ਨ ਹੀ ਤੁਸੀਂ ਇੱਕ ਕੁਐਸਚਨ ਦੀ ਕਰੀ ਜਾਣੀ ਆ, 10 15 20 ਮਿੰਟ ਲਾ ਦੇਣੇ ਆ, ਉਹਦਾ ਕੋਈ ਫਾਇਦਾ ਨਹੀਂ। ਆਪਾਂ ਬਹੁਤ ਤੇਜ਼ੀ ਨਾਲ ਕਰਨਾ ਇਹ ਕੰਮ। ਆ ਜਿਹੜਾ ਕੰਮ ਤੁਹਾਨੂੰ ਇੱਥੇ ਆਰਾਮ ਨਾਲ ਦੱਸਿਆ, ਇੰਨੇ ਆਰਾਮ ਨਾਲ ਨਹੀਂ, ਅੱਗੇ ਆਪਾਂ ਬਹੁਤ ਤੇਜ਼ੀ ਨਾਲ ਅਪਲਾਈ ਕਰਦੇ ਕਰਾਂਗੇ। ਤੁਸੀਂ ਸਿੱਖ ਕੇ ਚੱਲੋ, ਇਸ ਲਈ ਕਹਿ ਰਹੇ ਚੰਗੀ ਤਰ੍ਹਾਂ। ਤੇ ਅਗਲੇ ਲੈਕਚਰ 'ਚ ਆਪਾਂ ਕਰਾਂਗੇ ਵੋਲਟੇਜ ਰੂਲ ਤੇ ਥੋੜੀ ਜਿਹੀ ਹੋਰ ਵਧੀਆ ਗੱਲਾਂ ਇਹਦੇ ਨਾਲ ਅਟੈਚ ਕਰਾਂਗੇ, ਠੀਕ ਹੈ। ਹੁਣ ਤੱਕ ਦਾ ਸਾਰਾ ਲੈਕਚਰ ਚੰਗੀ ਤਰ੍ਹਾਂ ਪੜ੍ਹੋ, ਸੋਚੋ ਉਹਦੇ ਬਾਰੇ ਜੋ ਕੁਝ ਸਿਖਾਇਆ ਤੁਹਾਨੂੰ, ਤੇ ਬੁੱਕਸ ਦੇ ਵਿੱਚੋਂ ਪੜ੍ਹੋ। HC ਵਰਮਾ ਦੇ ਵਿੱਚੋਂ ਵੀ ਇਹਦੀ ਥਿਉਰੀ ਦੇ ਪਹਿਲੇ 3-4 ਪੇਜ ਪੜ੍ਹ ਲਿਓ, 4 ਪੇਜ 3 ਹੀ ਪੇਜ ਹੋਣਗੇ ਸ਼ਾਇਦ ਇੱਥੇ ਤੱਕ, ਤੁਸੀਂ 3-4 ਪੇਜ ਪੜ੍ਹ ਲਿਓ। ਤੇ ਜਿਹੜੇ ਹੈਗੇ ਨੇ NCERT ਦੀ ਵੀ ਰੀਡਿੰਗ ਮਾਰਿਓ, ਜਿਹੜੇ ਮੈਡੀਕਲ ਵਾਲੇ ਨੇ ਬੱਚੇ, ਤੇ ਫਿਰ ਆਪਾਂ ਕਰਾਂਗੇ ਕੰਮ ਅੱਗੇ, ਠੀਕ ਹੈ ਜੀ। ਥੈਂਕ ਯੂ। थैंक यू सर। Thank you.